ਦੀ ਸਰੀਰ ਛੱਡਣ ਦੀ ਇੱਛਾ ਹੀ ਨਹੀਂ ਹੈ। ਜੇ ਮਨ ਕਬੂਲਿਆ ਹੀ ਨਹੀਂ ਤਾਂ ਸਿੱਖੀ ਦਾ ਰਾਹ ਫੜੇ ਨਹੀਂ ਸਕਦਾ। ਮਨ ਕਬੂਲਣ ਤੋਂ ਬਾਅਦ ਹੀ ਸਿੱਖੀ ਦਾ ਰਸਤਾ ਹੈ। ਇੱਕ ਚੀਜ਼ ਫੜੀ ਹੋਈ ਹੈ, ਉਹ ਛੱਡਣੀ ਹੈ ਤਾਂ ਦੂਈ ਫੜੋ। ਮਾਇਆ ਫੜੀ ਹੋਈ ਹੈ, ਝੂਠ ਫੜਿਆ ਹੈ, ਝੂਠ ਸੱਚ ਛੱਡ ਕੇ ਹੀ ਸੱਚ ਫੜਿਆ ਜਾਊਗਾ। ਝੂਠ ਛੱਡ ਦੂਗਾ, ਮਾਇਆ ਝੂਠੀ ਹੈ ਨਾ, ਇਹ ਨਹੀਂ ਛੱਡਦਾ। ਇਹ ਛਡਾਉਣ ਵਾਸਤੇ ਸਾਰਾ ਉਪਦੇਸ਼ ਹੈ ਮਾਇਆ ਦਾ। ਬੰਧਨ ਪਾਇਆ, ਗੁਪਤੇ ਗੁਰ ਆਨੰਦ ਭਜਾਇਆ। ਐ ਕਹ ਲੋ ਜਿਹੜਾ ਇਹਦਾ ਸਰੀਰ ਆ ਮਾਇਆ ਦਾ, ਇਹਨੇ ਇਹਨੂੰ ਬੰਨਣ ਚ ਪਾਤਾ। ਮਾਇਆ ਦਾ ਸਰੀਰ ਜਿਹੜਾ ਮਿਲਿਆ ਨਾ, ਇਹਨੇ ਮਾਇਆ ਨਾਲ ਬੰਨ ਲਿਆ। ਸਗੋਂ ਮਾਇਆ ਨਾਲ ਬੰਨਣ ਵਾਸਤੇ ਸਰੀਰ ਨਹੀਂ ਸੀ ਮਿਲਿਆ, ਮਾਇਆ ਨੂੰ ਛੁੱਟਣ ਵਾਸਤੇ ਮਿਲਿਆ ਸੀ। ਸਰੀਰ ਤਾਂ ਮਾਇਆ ਨੂੰ ਛੁੱਟਣ ਵਾਸਤੇ ਸੀ। ਮਾਇਆ ਤਾਂ ਆਪੇ ਛੱਡ ਦੇਣੀ ਸੀ। ਜ਼ਿਆਦਾ ਗਿਆਨ ਦੀ ਜਿਹੜੀ ਕਮੀ ਸੀ ਇਹਦੇ ਅੰਦਰ ਰਹੀ ਹੋਈ ਪਿਛਲੇ ਜਨਮਾਂ ਦੀ, ਉਹ ਗਿਆਨ ਦੀ ਕਮੀ ਦਾ ਨਾਮ ਹੀ ਭਰਮ ਸੀ। ਉਹ ਭਰਮ ਦੂਰ ਕਰਨ ਵਾਸਤੇ ਸਰੀਰ ਮਿਲਿਆ ਸੀ। ਭਰਮ ਦੂਰ ਕਰਨਾ ਤਾਂ ਛੱਡ ਦਿੱਤਾ, ਮਾਇਆ ਦੇ ਨਾਲ ਮੋਹ ਵਧਾ ਲਿਆ, ਮਾਇਆ ਦੀ ਭੁੱਖ ਵਧਾ ਲਈ, ਉਲਟੇ ਪਾਸੇ ਲੱਗ ਗਿਆ। ਜਿਹੜਾ ਕੰਮ ਕਰਨਾ ਆਇਆ ਤਾਂ ਉਹ ਕੀਤਾ ਨਹੀਂ, ਕਰ ਨਹੀਂ ਰਿਹਾ, ਪੁੱਠੇ ਪਾਸੇ ਲੱਗ ਗਿਆ। ਇਸੇ ਨੂੰ ਕਿਹਾ ਵੀ ਜਿਹੜਾ ਤੂੰ ਅਵਰ ਕਾਜ ਕਰਨ ਲੱਗ ਗਿਆ, ਅਵਰ ਕਾਜ ਤੇਰੇ ਕਿਤੇ ਨਾ ਕੰਮ। ਬੰਧਨ ਪਾਇਆ, ਮੁਕਤੇ ਗੁਰ ਆਨੰਦ ਭਜਾਇਆ। ਜਿਹੜਾ ਮੁਕਤ ਹੈ ਦੂਆ ਨਾਲ ਦਾ ਅੱਧਾ ਮੁਕਤ ਹੈ। ਜਿਹੜਾ ਸਾਹ ਲੈ ਰਿਹਾ, ਸਾਹ ਲੈ ਰਿਹਾ ਅੱਧਾ ਮੁਕਤ ਹੈ, ਅੱਧਾ ਬੰਧਨ ਚ ਪੈ ਗਿਆ। ਮੁਕਤੇ ਜੇ ਕਿਸੇ ਦੀ ਅੱਗ ਬੁਝੀ ਹੈ ਨਾ, ਆਨੰਦ ਕਹਿੰਦੇ ਨੇ ਅੱਗ ਨੂੰ, ਤ੍ਰਿਸ਼ਨਾ ਦੀ ਅੱਗ ਬੁਝੀ ਹੈ ਤਾਂ ਮੁਕਤੇ ਨੇ ਬੁਝਾਈ ਹੈ, ਉਹ ਅੰਦਰ ਵਾਲੇ ਨੇ ਬੁਝਾਈ ਹੈ, ਉਹਨੇ ਮੁਕਤ ਕੀਤਾ। ਬੰਧਨਾਂ ਤੋਂ ਮੁਕਤ ਜਿਹੜਾ ਆਪ ਮੁਕਤ ਹੈ ਉਹ ਕਰੂਗਾ ਇਹਨੂੰ। ਜੇ ਉਹਦੀ ਗੱਲ ਸੁਣੂਗਾ, ਉਹਦੀ ਗੱਲ ਮੰਨੂਗਾ, ਅੰਤਰਾਤਮਾ ਦੇ ਅਨੁਸਾਰ ਚੱਲੇ ਤੇ ਹੀ ਇਹ ਬੰਧਨ ਮੁਕਤ ਹੋ ਸਕਦਾ, ਵਰਨਾ ਹੋ ਹੀ ਨਹੀਂ ਸਕਦਾ। ਹਾਂ, ਜਬ ਨਕਸ਼ਕ ਇਹ ਮਨ ਚੀਨਾ ਤਬ ਅੰਤਰ ਮੱਜਨ ਕੀਨਾ। ਨਖ ਸਿੱਖ, ਨਖ ਦਾ ਅਰਥ ਕਰਦੇ ਨੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਤੱਕ, ਸਿਰ ਦਾ ਸਿਰ ਕਰਦੇ ਨੇ ਇਹ ਅਰਥ। ਚਲੋ ਜਿਵੇਂ ਮਰਜ਼ੀ ਕਰੀ ਜਾਣ ਕਾਸ਼ੀ ਮਾਤਾ ਵਾਲੇ। ਨਖ ਸਿੱਖ ਦਾ ਮਤਲਬ ਹੈ ਅਲਫ ਤੇ ਇਹ ਤੱਕ, ਤਿੰਨ ਲੋਕ ਦਾ ਗਿਆਨ। ਜਿੰਨਾ ਜ਼ਿਆਦਾ ਕਿਉਂਕਿ ਗੁਰਬਾਣੀ ਤਿੰਨ ਲੋਕ ਦਾ ਗਿਆਨ, A to Z ਤਿੰਨ ਲੋਕ ਦਾ ਗਿਆਨ ਜਿੰਨਾ ਚ ਰਹੇ ਨਹੀਂ ਪ੍ਰਾਪਤ ਕਰ ਲੈਂਦਾ। ਨਖ ਸਿੱਖ, ਸਿੱਖ ਸਿੱਖਿਆ ਯਾਨੀ ਨਿਰਾਕਾਰ ਦਾ ਗਿਆਨ ਔਰ ਮਾਇਆ ਦਾ ਗਿਆਨ, ਸਾਰੇ ਹੀ ਨਹੀਂ ਜਿੰਨਾ ਚਿਰ ਇਹਨੂੰ। ਤੇ ਲੋਕ ਦੇ ਗਿਆਨ ਚ ਇਹੀ ਗਿਆਨ, ਕਿਉਂਕਿ ਚੇਤਨ ਵੀ ਇਹਦੇ ਵਿੱਚ ਹੀ ਹੈ ਤੇ ਲੋਕ ਦੇ ਵਿੱਚ ਹੀ ਹੈ, ਜੜ ਵੀ ਵਿੱਚ ਹੀ ਹੈ। ਜੜ ਔਰ ਚੇਤਨ ਦਾ ਗਿਆਨ ਤਿੰਨ ਲੋਕ ਦਾ ਜਿੰਨਾ ਚਿਰ ਨਹੀਂ ਕਰ ਲੈਂਦਾ। ਜੜ ਦਾ ਤਾਂ ਬਹੁਤਾ ਗਿਆਨ ਦੀ ਲੋੜ ਨਹੀਂ, ਚੇਤਨ ਦਾ ਗਿਆਨ ਵੀ ਬਹੁਤੀ ਲੋੜ ਨਹੀਂ। ਚੇਤਨ ਨੂੰ ਜਾਣਨਾ ਹੀ ਹੈ ਵੀ ਚੇਤਨ ਹੁੰਦਾ ਕੀ ਹੈ। ਚੇਤਨ ਦਾ ਜੜ ਦਾ ਕੀ ਸੰਬੰਧ ਹੈ, ਚੇਤਨ ਦੇ ਜੜ ਕੀ ਕੰਮ ਆਊ, ਇਹ ਮੋਟਾ ਮੋਟਾ ਹੀ ਗਿਆਨ ਹੈ, ਕੋਈ ਜ਼ਿਆਦਾ ਬਰੀਕ ਵਾਲੀ ਗੱਲ ਨਹੀਂ ਹੈ। ਛਡਾਉਣਾ ਹੀ ਹੈ ਇਹਨੂੰ ਆਇਆ ਤੋਂ ਵੀ ਜੜ ਦੀ ਤਾਂ ਕੋਈ ਉਮਰ ਹੈ ਨਹੀਂ, ਬਹੁਤੀ ਲੰਬੀ ਤੇਰੀ ਉਮਰ, ਤੂੰ ਹਮੇਸ਼ਾ ਰਹਿਣ ਵਾਲਾ, ਤੂੰ ਇਹਦਾ ਸਹਾਰਾ ਕਿਉਂ ਲੈਣਾ, ਇਹਦੇ ਨਾਲ ਤੂੰ ਕਿਉਂ ਮੋਹ ਪਾਲਦਾ, ਇਹਨੇ ਕਿਤੇ ਰਹਿਣਾ। ਇੰਨਾ ਕਿ ਗਿਆਨ ਮਾਇਆ ਤਿੰਨ ਲੋਕ ਦਾ ਜਿਹੜਾ ਗਿਆਨ, ਦੋ ਲੋਕ ਹੋਰ ਨੇ। ਇੱਕ ਲੋਕ ਤਾਂ ਆਹੀ ਹੈ ਜੀ ਤਾਂ ਆਪਾਂ ਦੇਖ ਰਹੇ ਹਾਂ, ਰਹਿ ਰਹੇ ਹਾਂ। ਦੋ ਲੋਕ ਹੋਰ ਨੇ ਜਿਹਦਾ ਸਾਨੂੰ ਗਿਆਨ ਹੈ ਨਹੀਂ।
ਇੱਕ ਤਾਂ ਮਰਨ ਤੋਂ ਬਾਅਦ ਦਾ ਸਾਨੂੰ ਗਿਆਨ ਹੈ ਜੀ, ਇੱਕ ਗਰਭ ਦਾ ਗਿਆਨ ਹੈ ਜੀ। ਉਹ ਦੋ ਲੋਕ ਦਾ ਵੀ ਗਿਆਨ ਗੁਰਬਾਣੀ ਦਿੱਤਾ ਹੋਇਆ। ਜਦ ਬੱਚਾ ਪੇਟ 'ਚ ਉਹਨੂੰ ਕੋਈ ਗਿਆਨ ਨਹੀਂ, ਉਸ ਵੇਲੇ ਦਾ ਕੋਈ ਗਿਆਨ ਨਹੀਂ ਹੈ। ਉਸ ਵੇਲੇ ਦਾ ਗਿਆਨ ਹੁਣ ਤਾਂ ਹੈ ਨਹੀਂ। ਜਦੋਂ ਸਰੀਰ ਛੱਡ ਜਾਂਦਾ ਉਸ ਵੇਲੇ ਗਿਆਨ ਹੋਊ, ਸਰੀਰ ਛੱਡੇ ਦੇ ਵੇਲੇ ਹੁਣ ਹੈ ਨਹੀਂ ਉਸ ਵੇਲੇ ਦਾ। ਹੁਣ ਦੋਏ ਲੋਕ ਪਿਛੜਿਆਂ ਦਾ ਗਿਆਨ ਹੁਣ ਹੋਵੇ, ਫਿਰ ਤਾਂ ਲੋਕ ਦਾ ਗਿਆਨ ਬਣਦਾ। ਜਿਵੇਂ ਸੁਪਨੇ 'ਚ ਸੁਪਨੇ ਦਾ ਗਿਆਨ ਹੁੰਦਾ, ਪਰ ਜਾਗ ਜਾਂਦਾ ਸੁਪਨੇ ਦਾ ਗਿਆਨ ਜਦ ਵੀ ਰਹਿੰਦਾ। ਸੁਪਨੇ ਦਾ ਗਿਆਨ ਤਾਂ ਜਾਗਦੇ ਨੂੰ ਹੁੰਦਾ। ਐਵੇਂ ਜਦ ਸਰੀਰ ਛੱਡਦਾ ਹੈ ਲੋਕ ਦਾ ਗਿਆਨ ਇਹ ਕੋ ਹੁੰਦਾ। ਉਦੋਂ ਜਾਗਿਆ ਨਾ ਕਹੋ ਕਬੀਰ ਤੇ ਨਾਲ ਜਾਗਿਆ ਹੋਇਆ ਉਹ ਜਬ ਕਾ ਡੰਡ ਬੂਣ ਵੀ ਲੱਗੇ, ਉਦੋਂ ਨੂੰ ਤਿੰਨੇ ਲੋਕ ਦਾ ਗਿਆਨ ਹੁੰਦਾ। ਤ੍ਰੇਤੇ ਇਸ ਕਰਕੇ ਉਹਨੂੰ ਦੇਵ ਲੋਕ ਕਹਿੰਦੇ ਨੇ। ਦੇਵ ਲੋਕ ਦਾ ਮਤਲਬ ਹੈ ਕੀ? ਉਦੋਂ ਨੂੰ ਗਰਭ ਦਾ ਵੀ ਗਿਆਨ ਹੁੰਦਾ, ਇਹ ਲੋਕ ਦਾ ਵੀ ਗਿਆਨ ਹੁੰਦਾ। ਗਰਭ ਦੇ ਵਿੱਚ ਦੋ ਲੋਕ ਦਾ ਗਿਆਨ ਹੁੰਦਾ, ਤ੍ਰੇਤੇ ਦਾ ਵੀ ਹੁੰਦਾ, ਜੋ ਉਹ ਕਰ ਰਿਹਾ ਉਹਦਾ ਵੀ ਹੁੰਦਾ, ਜੋ ਕਰ ਰਿਹਾ ਜੋੜੇ ਮਾਇਨ ਉਹਦਾ ਵੀ ਹੁੰਦਾ। ਉਹਦਾ ਤਾਂ ਖੈਰ ਲੈਂਦਾ ਹੀ ਹੈ ਗਿਆਨ, ਲੈ ਰਿਹਾ ਸੁਣ ਕੇ। ਜਿਹੜਾ ਮੈਂ ਅੱਗੇ ਕਰਨਾ ਕੀ ਕਰਨ ਨੂੰ ਮੈਂ ਸਰੀਰ ਲੈ ਰਿਹਾ, ਇਹਦਾ ਵੀ ਉਹਨੂੰ ਹੁੰਦਾ। ਉੱਥੇ ਵੀ ਗਰੀਬ ਗਰੀਬ ਤਿੰਨ ਲੋਕ ਦਾ ਗਿਆਨ ਹੁੰਦਾ ਦੁਆਪਰ 'ਚ ਵੀ। ਹੁਣ ਨਹੀਂ ਇਹਨੂੰ ਕਿਹੜਾ, ਹੁਣ ਇਹ ਲੋਕ ਦਾ ਗਿਆਨ ਵੀ ਹੈ ਨਹੀਂ। ਇਸ ਵਕਤ ਇਸ ਲੋਕ ਦਾ ਗਿਆਨ ਵੀ ਹੈ ਨਹੀਂ। ਇਸ ਕਰਕੇ ਇਸ ਵਕਤ ਤਿੰਨ ਲੋਕ ਦਾ ਗਿਆਨ ਲੈਣਾ ਤਾਂ ਇਹ ਜਾਗੂਗਾ, ਫਿਰ ਜਾਗੂਗਾ। ਸੋਇਆ ਹੈ ਤੂੰ ਜਾਗੇ ਆਣ, ਤੈ ਜੀਵਨ ਜਗ ਸੱਚ ਕਰ। ਨਾ ਗਰਭ ਦੇ ਵਿੱਚ ਸੱਚ ਕਰਕੇ ਜਾਣਿਆ ਸੀ ਇਹਨੇ, ਤ੍ਰੇਤੇ ਸੱਚ ਕਰਕੇ ਜਾਣਿਆ ਸੀ। ਤ੍ਰੇਤੇ ਜਿਹਨੂੰ ਪਤਾ ਸੀ, ਤ੍ਰੇਤੇ ਤਾਂ ਮਰਨ ਲਿਖਾ ਕੇ ਮੰਡਲ 'ਚ ਆਏ, ਉੱਥੇ ਤਾਂ ਪਤਾ ਹੀ ਸੀਗਾ ਵੀ ਮਰਨ ਲਿਖਾਏ ਮੰਡਲ ਵਿੱਚ ਆਏ। ਉੱਥੇ ਤਾਂ ਲਿਖਾ ਕੇ ਆਇਆ ਪਹਿਲਾਂ ਟਾਈਮ, ਹੁਣ ਭੁੱਲ ਗਿਆ। ਇਹੀ ਭੁੱਲਿਆ ਹੋਇਆ, ਇਹੀ ਚੇਤਾ ਕਰਾ ਰਹੀ ਹੈ ਗੁਰਬਾਣੀ। ਇਹੀ ਸਮਝਣਾ ਚੇਤਾ ਕਰਾਉਣਾ, ਪਿਛਲੀ ਗੱਲ ਜਿਹੜੀ ਭੁੱਲ ਗਿਆ। ਇਹ ਨਕ ਸਿੱਖ ਇਹੀ ਹੈ, ਇਹੀ ਨਕ ਸਿੱਖ ਹੈ। ਇਹ ਸਿੱਖਿਆ ਜਦ ਇਹਨੂੰ ਸਮਝ ਆ ਗਈ, ਨਕ ਸਿੱਖ ਦੇ ਨਾਲ ਮਨ ਚੀਨਾ, ਫਿਰ ਮਨ ਖੋਜ ਲੂ ਆਪਣਾ। ਸਰੀਰ ਅਲੱਗ, ਮਨ ਅਲੱਗ। ਜਦ ਨਕ ਸਿੱਖ ਇਹ ਮਨ ਚੀਨਾ, ਮਨ ਖੋਜ ਰਿਹਾ ਨਾ, ਤਨ ਵਿੱਚੋਂ ਮਨ ਖੋਜੂਗਾ ਨਕ ਸਿੱਖ ਨਾਲ। ਗੁਰਬਾਣੀ ਦੀ ਸਿੱਖਿਆ ਨੂੰ ਨਕ ਸਿੱਖ ਕਹਿੰਦੇ ਨੇ। ਨਕ ਦਾ ਮਤਲਬ ਨੌ ਨਹੀਂ ਹੁੰਦਾ। ਨਕ ਦਾ ਮਤਲਬ ਇਹਨਾਂ ਨਖਨ ਲਿਖਿਆ ਨਾ, ਨਖਨ ਬਦਾਰ, ਨਖਨ ਇਹ ਕਹਿੰਦੇ ਨੇ। ਉੱਥੇ ਇਹਨਾਂ ਦੀ ਭਾਸ਼ਾ ਦਾ ਲਫ਼ਜ਼ ਲਿਖਿਆ ਹੋਇਆ, ਪਰ ਇਹਨਾਂ ਨੇ ਸ਼ਾਇਦ ਅਰਥ ਲਾ ਲਏ। ਉੱਥੇ ਭਾਸ਼ਾ ਇਹਨਾਂ ਦੀ ਦਾ ਵੀ ਲਫ਼ਜ਼ ਨਹੀਂ ਲਿਖਿਆ ਹੋਇਆ। ਉੱਥੇ ਨਖਨ ਬਦਾਰ ਦਾ ਮਤਲਬ ਹੈ ਗੁਰਮਤਿ ਦੀ ਸੋਝੀ ਨਾਲ ਉਹਨੂੰ ਵਿਦਾਰਿਆ, ਛੇਦਿਆ ਨੂੰ, ਝੂਠਾ ਕੀਤਾ, ਆਪਣੇ ਬਾਪ ਨੂੰ ਮਾਰਿਆ ਮੂਰਿਆ ਨਹੀਂ ਹੈਗਾ। ਗੁਰਮਤਿ ਦੀ ਲੜਾਈ ਲੜ ਕੇ ਉਹਨੂੰ ਹਰਾਇਆ, ਜਿਵੇਂ ਦੇਵਤਿਆਂ ਰਾਖਸ਼ਾਂ ਦੀ ਲੜਾਈ ਹੁੰਦੀ ਹੈ, ਉਹਨੂੰ ਚੁੱਪ ਕਰਾਇਆ। ਪ੍ਰਹਲਾਦ ਨੇ ਆਪਣਾ ਪਿਓ ਚੁੱਪ ਕਰਾਤਾ। ਪੁੱਤ ਨੂੰ, ਪਿਓ ਕਦੋਂ ਪੁੱਤ ਨੂੰ ਮਾਰਦਾ, ਕੋਈ ਮਾਰਦਾ ਹੁੰਦਾ ਕਿਤੇ? ਹਾਂ, ਉਹ ਉਹਦੇ ਨਾਲ ਬਹਿਸ ਕਰਦਾ ਸੀ, ਚੁੱਪ ਕਰਾਉਂਦਾ ਸੀ ਡਾਂਟ ਕੇ। ਇਹ ਤਾਂ ਹੈ ਵੀ ਤੂੰ ਬਰਾਬਰ ਬੋਲਦਾ, ਕਿਉਂ ਬੋਲਦਾ। ਜਦ ਉਹਨੇ ਸਾਰੀ ਗੱਲ ਦੇ ਵਰਸ਼ਨ ਦਿੱਤੇ ਵੀ ਨਾਰਦ ਨੂੰ ਤਾਂ ਦੋਈ ਘਰ ਬਾੜਦੇ ਸੀ, ਨਾਲੇ ਉਹਦੇ ਪੈਰ ਪੂਜਦੇ ਹੋ, ਆਹ ਗੱਲ ਉਹਨੇ ਕਹੀ ਹੈ, ਤੁਸੀਂ ਉਹਦੀ ਗੱਲ ਨਹੀਂ ਮੰਨਦੇ। ਗੱਲ ਵੀ ਠੀਕ ਹੈ, ਨਾਰਦ ਤੋਂ ਸਿੱਖਿਆ ਤਾਂ ਹੀ ਦਿੱਤੀ ਜੇ ਨਾਰਦ ਨੂੰ ਪੰਡਤ ਨੂੰ ਬੜਾ ਮੰਨਦੇ ਸੀ। ਵੀ ਉਹਨੂੰ ਉਲਟੀ ਸਿੱਖਿਆ ਕਿਉਂ ਦੇ ਰਹੇ ਹੋ? ਮੈਨੂੰ ਪਹਿਲਾਂ ਆ ਦਿੱਤੀ, ਹੁਣ ਆ ਦੇ ਰਹੇ ਹੋ। ਇਹ ਜਿਹੜਾ ਸੀ ਵਾਰਤਾਲਾਪ ਨਾਲ ਹਾਰਿਆ, ਉਹ ਉੱਥੇ ਵੀ ਨਕ ਸਿੱਖ ਦੀ ਉਹ ਗੱਲ ਹੈ, ਨੌਕਾਂ ਦੀ ਗੱਲ ਨਹੀਂ ਹੈ। ਜਿਹੜਾ ਨਰ ਸਿੰਘ ਹੈ, ਨਰ ਤਾਂ ਹੈ, ਉਹ ਆਦਮੀ ਦੀ ਜੂਨ ਤਾਂ ਹੈ ਉਹਦੇ ਕੋਲ। ਸਿੰਘ ਤਾਂ ਨਿਰਭੈ ਹੋ ਕੇ ਬੋਲਦਾ। ਇਹਨਾਂ ਨੇ ਕਹਿੰਦਾ ਸ਼ੇਰ ਦਾ ਮੂੰਹ ਸੀ, ਸ਼ੇਰ ਕਹਾਂ ਆਦਮੀ ਵਾਲੀ ਗੱਲ ਕਰ ਲੂਗਾ। ਮੂੰਹ ਚਾਹੇ ਸ਼ੇਰ ਦਾ ਹੋਵੇ, ਮੂੰਹ ਚਾਹੇ ਹਾਥੀ ਦਾ ਹੋਵੇ, ਹਾਥੀ ਬੋਲ ਕੇ ਦਿਖਾਵੇ ਆਦਮੀ ਵਾਲੀ ਭਾਸ਼ਾ। ਇੱਥੇ ਜਾਣ ਕੇ ਰੋੜਤੀ ਸੰਸਾਰ, ਬਾਟ ਪਾੜਨੀ ਸੀ ਪੰਡਤ ਨੇ।
पंडित ने सबको बांट पाट के उल्टा पुल्टा करना था, उल्टा पुल्टा करता ताकि ये मत किसी को समझे ना आ जाए। ਜਿਹੜਾ ਬ੍ਰਹਮ ਗਿਆਨ ਹੈ ਇਹ ਅਲੋਪ ਕਰਨਾ ਸੀ ਪੰਡਤ ਨੇ ਸ਼ਰਾਰਤ ਕਰਕੇ ਕਰਤਾ ਉਹਨੇ। ਰਾਜੇ ਨੇ ਕਿਹਾ ਸੀ ਵੀ ਕਰਦੇ, ਇਹ ਜਾਣਬੁੱਝ ਕੇ ਕੀਤਾ ਹੋਇਆ ਅਲੋਪ। ਵੇਦ ਤੋਂ ਉਲਟ ਵੇਦ ਨੂੰ ਕਾਹਦੇ ਨੇ ਪ੍ਰਚਾਰਦੇ ਹੁਣ, ਲੁਕੋ ਕੇ ਰੱਖਿਆ ਹੈ। ਵਾਲਮੀਕੀ ਰਾਮਾਇਣ ਲੁਕੋ ਕੇ ਰੱਖੀ ਹੋਈ ਹੈ। ਜੇ ਵਾਲਮੀਕੀ ਰਾਮਾਇਣ ਚੱਕ ਲੈਣ ਅੱਜ ਇਹਨਾਂ ਦੇ ਪੱਲੇ ਕੱਖ ਨਹੀਂ ਰਹਿਣਾ, ਇਹਨਾਂ ਦੇ ਖਿਲਾਫ ਹੈ। ਜੇ ਅੱਜ ਗੁਰਬਾਣੀ ਦੇ ਅਰਥ ਸਹੀ ਆ ਜਾਣ ਸਾਡੇ ਸਿੱਖਾਂ ਦੇ ਖਿਲਾਫ ਹੈ। ਜਿਵੇਂ ਅੱਜ ਗੁਰਬਾਣੀ ਸਿੱਖਾਂ ਦੇ ਖਿਲਾਫ ਹੈ। ਜੋ ਕੁਝ ਹੋ ਰਿਹਾ ਹੈ ਵੱਡੇ ਗੁਰਦੁਆਰਿਆਂ 'ਚ ਜਿਹੜੇ ਨੇ, ਜਿਵੇਂ ਅੰਮ੍ਰਿਤਸਰ ਜੋ ਹੋ ਰਿਹਾ ਹੈ ਉਹ ਗੁਰਮਤਿ ਦੇ ਖਿਲਾਫ ਹੈ। ਇਹ ਵੀ ਇਹਨਾਂ ਦੇ ਖਿਲਾਫ ਹੈ। ਜਿਹੜੇ ਮਾਇਆਧਾਰੀ ਹੁੰਦੇ ਨੇ ਉਹਨਾਂ ਨੂੰ ਇਹ ਧਰਮ ਬਰਦਾਸ਼ਤ ਨਹੀਂ ਹੈ, ਉਹਨਾਂ ਨੂੰ ਨਹੀਂ ਬਰਦਾਸ਼ਤ ਹੁੰਦਾ ਧਰਮ। ਜਿਹੜੇ ਮਾਇਆਧਾਰੀ ਨੇ, ਮਾਇਆ ਦੀ ਭੁੱਖ ਰਾਜੇ ਨੇ, ਉਹਨਾਂ ਨੂੰ ਨਹੀਂ ਧਰਮ ਬਰਦਾਸ਼ਤ। ਇਹ ਤਾਂ ਕੋਈ ਬਿਰਲੇ ਨੂੰ ਬਰਦਾਸ਼ਤ ਹੈ ਬਿਰਲੇ ਨਹੀਂ ਗਣੇ। ਇਹ ਤੇ ਭੀੜਾਂ ਇਕੱਠੀਆਂ ਹੋ ਜਾਂਦੀਆਂ ਨੇ, ਭੀੜਾਂ ਨੂੰ ਇਹ ਨਹੀਂ ਧਰਮ ਬਰਦਾਸ਼ਤ ਹੈ। ਜੇ ਇਹੋ ਜਿਹੀਆਂ ਭੀੜਾਂ ਹੁੰਦੀਆਂ ਗੁਰੂ ਨਾਨਕ ਤਾਂ ਸਾਰੀ ਦੁਨੀਆ ਨੂੰ ਸਿੱਖ ਬਣਾ ਦਿੰਦਾ, ਫਿਰ ਉਹਦਾ ਤਾਂ ਵਿਰੋਧ ਹੁੰਦਾ ਰਿਹਾ। ਇਹ ਤਾਂ ਡਰਾਮੇਬਾਜ਼ੀ ਹੈ, ਇਹਦੇ ਵਿੱਚ ਕੁਛ ਨਹੀਂ ਰੱਖਿਆ। ਸਿੱਖੀ ਕਿੱਥੇ ਹੈ? ਪੰਡਤ ਨੇ ਵੀ ਇਹੀ ਕੀਤਾ ਸੀ, ਪੰਡਤ ਨੇ ਨਵੇਂ ਇਹਨਾਂ ਨੇ ਵੀ ਇਹੀ ਕਰਤਾ। ਕਿਸੇ ਗੁਰਦੁਆਰੇ ਦੀ ਸਿੱਖੀ ਦੀ ਅਸਲੀ ਗੱਲ ਬਰਦਾਸ਼ਤ ਨਹੀਂ ਹੈ। ਜੇ ਅਸਲੀ ਪ੍ਰਚਾਰ ਕਰੀਏ ਕਿਸੇ ਨੂੰ ਬਰਦਾਸ਼ਤ ਨਹੀਂ। ਸਾਰੇ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਬਣਾਏ ਨੇ ਉਹ ਤਾਂ ਮਾਇਆਧਾਰੀ ਨੇ, ਚੰਗੇ ਬਿਜ਼ਨਸਮੈਨ ਨੇ। ਬਿਜ਼ਨਸਮੈਨ ਤਾਂ ਚੰਗੇ ਨੇ ਉਹ, ਪਰ ਮੋਹ ਮਾਇਆ 'ਚ ਫਸੇ ਹੋਏ ਨੇ, ਗਰਸੇ ਹੋਏ ਨੇ। ਉਹਨਾਂ ਨੂੰ ਇਹ ਗੱਲਾਂ ਕਿਤੇ ਚੰਗੀਆਂ ਲੱਗ ਜਾਣਗੀਆਂ। ਜਿਵੇਂ ਪ੍ਰਹਲਾਦ ਦਾ ਪਿਓ ਨਹੀਂ ਨਾ ਚੰਗਾ ਸਮਝਦਾ ਪ੍ਰਹਲਾਦ ਦੀ ਗੱਲ ਨੂੰ, ਉਵੇਂ ਇਹ ਨਹੀਂ ਸਮਝਦਾ ਚੰਗਾ। ਸੰਸਾਰੀ ਆਦਮੀ ਨਹੀਂ ਚੰਗਾ ਸਮਝਦਾ ਇਹਨੂੰ। ਭਗਤਾਂ ਦੇ ਸਾਰੀਆਂ ਜੋੜ ਕਦੇ ਨਾ ਆਇਆ। ਜੇ ਤਾਂ ਭਗਤ ਨੇ ਸਿੱਖ ਸਾਰੇ, ਫਿਰ ਤਾਂ ਤਿਆਗੀ ਹੋਣੇ ਚਾਹੀਦੇ ਨੇ। ਤਿਆਗੀ ਤਾਂ ਕੋਈ ਹੈ ਨਹੀਂ। ਜੇ ਤਿਆਗੀ ਨਹੀਂ ਫਿਰ ਸਿੱਖ ਵੀ ਨਹੀਂ। ਸਿੱਖੀ ਤਾਂ ਤਿਆਗ ਦਾ ਨਾਮ ਹੈ। ਤਿਆਗ ਦਾ ਦੂਆ ਨਾਮ ਸਿੱਖੀ ਹੈ। ਬੈਰਾਗ ਦਾ ਦੂਆ ਨਾਮ ਸਿੱਖੀ ਹੈ। ਇਹ ਤਾਂ ਕਹਿੰਦਾ ਦੁਨੀਆ ਵਾਲਾ ਸਾਨੂੰ ਦੇ ਦਿਓ, ਤਾਂ ਤਿਆਗ ਬੈਰਾਗ ਕਿੱਧਰ ਗਿਆ? ਤਿਆਗ ਬੈਰਾਗ ਤਾਂ ਖੰਭ ਲਾ ਕੇ ਉੜ ਗਿਆ। ਧਰਮ ਪੰਖ ਕਰ ਉੱਡ ਰਿਹਾ। ਇਹ ਧਰਮ ਤਾਂ ਖੰਭ ਲਾ ਕੇ ਉੱਡਿਆ ਹੈ। ਪੜੀ ਵੀ ਜਾਂਦੇ ਨੇ, ਉਡਾ ਵੀ ਦਿੱਤਾ। ਇੰਨੀ ਮਾਇਆ ਦੇ ਵਿੱਚ ਜੇ ਧਰਮ ਆ ਕੇ ਬਹਿ ਜਾਵੇ ਮਾਇਆ ਉੱਡ ਜੂ। ਇੱਕ ਚੀਜ਼ ਹੋਊਗੀ, ਹਉਮੈ ਉੱਡ ਜੂ, ਮਾਇਆ ਉੱਡ ਜੂ ਗੁਰਦੁਆਰਿਆਂ 'ਚੋਂ। ਇਹ ਤਾਂ ਹਉਮੈ ਰੱਖ ਲੈਣ, ਮਾਇਆ ਰੱਖ ਲੈਣ, ਇਹ ਧਰਮ ਰੱਖ ਲੈਣ। ਇੱਕ ਚੀਜ਼ ਹੋਊ, ਦੋਏ ਨਹੀਂ ਰਹਿੰਦੇ ਇਕੱਠੇ। ਫਿਰ ਜਿਹੜਾ ਨਾ ਮਾਇਆ, ਕਿਉਂਕਿ ਮਾਇਆ ਵਿਰੋਧੀ ਆਡੀ ਪਰਵਾ ਮਾਇਆ ਕਹਿੰਦਾ ਕਬੀਰ। ਮਾਇਆ ਦਾ ਵਿਰੋਧ ਖੜੀ ਹੈ ਧਰਮ ਦੇ। ਇਹ ਮਾਇਆ ਦੇ ਆਸਰੇ ਸੱਚ ਧਰਮ ਨੂੰ ਪ੍ਰਚਾਰ। ਮਾਇਆ ਝੂਠੀ ਹੈ, ਝੂਠੀ ਮਾਇਆ ਆਪ ਬਣਾਇਆ। ਝੂਠਾ ਸੱਚ ਦਾ ਤਾਂ ਬੈਰ ਹੈ। ਉਹ ਮਾਇਆ ਨੂੰ ਤਾਂ ਨਾਗਣੀ ਕਹਿ ਰਹੇ ਨੇ। ਗੁਰੂ ਦੇ ਵਿਚਾਰੇ ਔਰ ਸਿੱਖ ਦੇ ਵਿਚਾਰੇ ਨਾਗਣੀ ਬਿਠਾਲਤੀ। ਜਾ ਕੇ ਮੈਂ ਜਾਏਗਾ ਵਹਾਂ, ਪਹਿਲੇ ਡੰਗ ਮਾਰ ਦੂ। ਜਿਹਨੇ ਪੁਜਾਰੀ ਨੇ, ਜਿਹਨੇ ਗ੍ਰੰਥੀ ਨੇ, ਸਭ ਡੰਗੇ ਹੋਏ ਨੇ ਮਾਇਆ ਦੇ। ਕੋਈ ਹਰ ਵਕਤ ਵਿਚਾਰੇ ਜੋ ਰਹਿੰਦੀ ਹੈ। ਸੰਗਤ ਵੀ ਡੰਗੀ ਹੋਈ ਹੈ। ਇਹ ਨਹੀਂ ਰਹਿ ਸਕਦੀ ਵਿਚਾਲੇ ਜੇ ਸਿੱਖੀ ਹੈ। ਜਿੰਨਾ ਜਿਹੜੇ ਵਿਚਾਲੇ ਸਿੱਖੀ ਦੇ ਨੇੜੇ ਨਹੀਂ ਜਾ ਸਕਦੇ। ਜਿੰਨਾ ਚਿਰ ਗੋਲਕ ਵਿਚਾਲੇ ਸਿੱਖੀ ਦੇ ਨੇੜੇ ਨਹੀਂ ਜਾ ਸਕਦਾ ਕੋਈ। ਗੁਰਬਾਣੀ ਦੇ ਨਾਗਣੀ ਕਹਿੰਦੀ ਹੈ, ਤੁਸੀਂ ਰੱਖੀ ਬੈਠੇ ਹੋ ਉਹਨੂੰ ਪੂਰੇ। ਹਾਂਜੀ, ਜਬ ਨਕਸ਼ਕ ਇਹ ਮਨ ਚੀਨਾ ਤਬ ਅੰਤਰ ਮੱਜਨ ਕੀਨਾ। ਫੇਰ ਅੰਦਰ ਹੀ ਇਸ਼ਨਾਨ ਕਰਦਾ। ਫਿਰ ਸਰੋਵਰ ਦੀ ਲੋੜ ਨਹੀਂ ਇਸ਼ਨਾਨ ਦੀ। ਅੰਮ੍ਰਿਤਸਰ ਸਰੋਵਰ ਦੀ ਬਾਹਰ ਇਸ਼ਨਾਨ ਕਰਦੇ ਨੇ, ਨਹਾਉਂਦੇ ਨੇ, ਪਿੰਡਾਂ ਹੀ ਧੋਂਦੇ ਨੇ। ਇਸ਼ਨਾਨ ਤਾਂ ਹੁੰਦੇ ਨਹੀਂ। ਮੱਜਨ ਕਰਨੇ ਨਹੀਂ ਦਿੰਦੇ, ਉਹ ਵੜ ਕੇ ਨਹਾਉਣੇ ਨਹੀਂ ਦਿੰਦੇ। ਵੜ ਕੇ ਜੇ ਨਹਾਉਣ ਲੱਗਣਾ ਤਾਂ ਸਾਰਾ ਸਰੋਵਰ ਮਾੜਾ ਹੋ ਜਾਊਗਾ।
ਪਾਣੀ ਉਹਦੇ ਕਹਿੰਦੇ ਨੇ 2 ਡੁਬਕੀਆਂ ਲਓ ਬਾਹਰ ਨਿਕਲ ਜਾਓ, ਕਿਤੇ ਹੋਰ ਨਾ ਲਿਓ ਜਾ ਕੇ। ਸਾਰੇ ਇਵੇਂ ਹੀ ਆ ਪਹਿਲਾਂ ਤੇ। ਸਰੋਵਰਾਂ 'ਚ ਨਹੀਂ ਨਹਾਉਣ ਦਿੰਦੇ, ਏਦਾਂ ਗੰਗਾ 'ਚ ਨਹਾ ਲਓ, ਗੰਗਾ ਦੀ ਕੋਈ ਰੌਲਾ ਨਹੀਂ, ਉਹ ਤਾਂ ਵਗਦਾ ਪਾਣੀ ਹੈ। ਪਾਣੀ ਵਗਦਾ ਨਹੀਂ ਨਾ, ਪਾਣੀ ਖੜਾ ਹੈ। ਜਦੋਂ ਮਨ ਦੇਖੋ ਨਾ, ਮਨ ਨੂੰ ਮਨ ਦੀ ਮੈਲ ਲਾਉਣੀ ਸੀ, ਜਿੰਨਾ ਚਿਰ ਮਨ ਲੱਭਦਾ ਹੀ ਨਹੀਂ ਹੈ ਉਹਨਾਂ ਚਿਰ ਦੀ ਮੈਲ ਕਿਵੇਂ ਲਾ ਦਾਂਗੇ। ਜਿੰਨਾ ਚਿਰ ਤਨ ਚੋਂ ਮਨ ਖੋਜਿਆ ਹੀ ਨਹੀਂ, ਦੇਖਿਆ ਹੀ ਨਹੀਂ, ਉਹਦੀ ਮੈਲ ਲਾ ਕਿਵੇਂ ਦੇਵਾਂਗੇ। ਅੰਦਰ ਹੀ ਮਨ ਨੂੰ ਸਾਫ਼ ਕੀਤਾ, ਬਾਹਰ ਕੱਢ ਕੇ ਨਹੀਂ ਸਾਫ਼ ਹੁੰਦਾ। ਜਦ ਵੀ ਮਨ ਸਾਫ਼ ਹੋਊ ਸਰੀਰ ਦੇ ਵਿੱਚ ਹੁਣ ਨਖ ਸਖ ਇਹ ਮਨ ਚੀਨਾ ਤੋ ਅੰਤਰ ਮੰਜਨ, ਅੰਤਰ ਮਜਨ ਕੀਨਾ ਮੰਜਨ ਹੁੰਦਾ ਮਲ ਕੇ ਨਹਾਉਣਾ, ਐਨ ਖੁਰਚ ਕੇ ਬਸ ਕੱਲੇ ਹੋਏ ਜੰਗਾਲੀ, ਜਿਵੇਂ ਜੰਗਾਲ ਲਾਉਂਦੇ ਨਾ ਐ ਰਹੀਦਾ ਖੁਰਚ ਕੇ। ਹਾਂਜੀ, ਪਵਨਪਤੀ ਉਨਮਨ ਰਹਿਣ ਖਰਾ, ਨਹੀਂ ਮਿਰਤ ਨਾ ਜਨਮ ਜਰਾ। ਪਵਨਪਤੀ ਹੈ ਜਿਹੜਾ ਅੰਦਰ, ਜਿਹਦੀ ਵਜ੍ਹਾ ਨਾਲ ਸਾਹ ਆਉਂਦਾ, ਪਵਨਪਤ ਹੋਇਆ। ਇਹਨਾਂ ਨੇ ਹਨੂਮਾਨ ਨੂੰ ਕਹਿੰਦਾ ਪਵਨਪਤੀ, ਪਵਨ ਸੁੱਤ ਕਹਿੰਦੇ ਨੇ ਬਲਕਿ ਹਨੂਮਾਨ ਨੂੰ। ਪਵਨਪਤ, ਪਵਨ ਸੁੱਤ, ਪਵਨ ਸੁੱਤ ਦਾ ਗੁਰਬਾਣੀ ਦਾ ਗਿਆਨ ਹੈ ਸਾਡੇ ਕੋਲ, ਕਿਉਂਕਿ ਹਵਾ 'ਚ ਹੀ ਆਉਂਦਾ ਨਾ, ਉਹ ਬੋਲਦੇ ਵੀ ਨਹੀਂ ਆਉਂਦਾ, ਆਵਾਜ਼ 'ਚ ਹੀ ਆਉਂਦਾ ਨਾ। ਪਵਨਪਤ ਜਿਹੜਾ ਸਾਹ ਲੈਂਦਾ ਉਹ ਹੈ ਗੁਰਦੇਵ ਹੈ, ਜਿਹੜਾ ਗੁਰਦੇਵ ਹੈ ਪਵਨਪਤ ਹੈ। ਜਿਹੜਾ ਕਹਿੰਦਾ ਪੱਖਾ ਫੇਰੀ ਪਾਣੀ ਢੋਵਾਂ, ਜਿਹੜਾ ਪੱਖਾ ਫੇਰਦਾ ਪਾਣੀ ਢੋਦਾ, ਹਰ ਜਨ ਕੇ ਪੀਸਣ ਪੀਸ ਕਮਾਵਾਂ। ਕੀ ਅਰਥ ਸੀਗੇ? ਕੁਛ ਹੋਰ ਹੀ ਬਣਾ ਕੇ ਰੱਖਦੇ ਪੰਡਤ ਨੇ, ਔਰਤਾਂ ਦੇ ਅਰਥ ਕਰਕੇ ਰੱਖਦੇ ਸਾਰੇ ਹੀ, ਉਹੀ ਆਇਆ ਕਰਤੇ ਇੱਥੇ। ਇਹ ਦਰੁਸਤ ਕੀਤੇ ਤੇ ਉਹਨਾਂ ਦੇ ਖਰਾਬ ਅਰਥ ਜਿਹੜੇ ਦਰੁਸਤ ਹੈ ਉਹ ਖਰਾਬ ਕਰਤੇ। ਤਾਂ ਇਹ ਹਨੂਮਾਨ ਨੇ ਕਿਹਾ ਹਨੂਮੰਤ ਕਿਹਾ ਹੋਇਆ, ਮਤਲਬ ਮੰਤਰ। ਹਨੂਮੰਤਰ ਲਾਰਾ ਪੈਰ ਜਿ ਸੀ, ਉਹ ਚੱਕ ਕੇ ਮੰਤ ਬਣਾਤਾ। ਜੇ ਮੰਤਰ ਦੀ ਫਿਰ ਤਾਂ ਕੋਈ ਨਾ ਕੋਈ ਦੇਖ ਲੈਂਦਾ ਵੀ ਮੰਤਰ ਸੀ, ਲਾਰਾ ਪੈਰ 'ਚ ਹੈ, ਇਹ ਤਾਂ ਅਰਥ ਕੁਛ ਹੋਰ ਨੇ। ਉਹ ਰਾਰਾ ਵੀ ਉਡਾਤਾ ਇਹਨਾਂ ਨੇ, ਤਾਂ ਕਿਸੇ ਦਾ ਧਿਆਨ ਨਾ ਜਾਵੇ। ਹਾਂਜੀ, ਪਵਨਪਤੀ ਉਨਮਨ ਰਹਿਣ ਖਰਾ, ਜਿਹੜਾ ਪਵਨਪਤੀ ਹੈ ਉਨਮਨ ਹੈ, ਉਹ ਮਾਇਆ ਤੋਂ ਅਲਿਪਤ ਹੈ, ਮਾਇਆ ਤੋਂ ਉਪਰਾਮ ਹੈ, ਉਹ ਨਹੀਂ ਮਾਇਆ ਨਾਲ ਲਿਪਤ ਹੈਗਾ। ਨਹੀਂ ਮਿਰਤ ਹਵਾ ਤਾਂ ਉਹਦੀ ਸ਼ਕਤੀ ਨਾਲੇ ਸਾਹ ਹੁੰਦਾ, ਉਹਦੀ ਇੱਛਾ ਸ਼ਕਤੀ ਨਾਲੇ ਸਾਹ ਹੁੰਦਾ। ਔਰ ਮਿਰਤ ਨਾ ਜਨਮ ਜਰਾ, ਕਿਉਂਕਿ ਉਹ ਮਾਇਆ ਤੋਂ ਲਿਪਤ ਹੈ, ਉਹਨੂੰ ਮੌਤ ਨਹੀਂ ਹੈ, ਨਾ ਜਨਮ ਹੈ, ਨਾ ਉਹ ਜਰਾ, ਨਾ ਉਹਨੂੰ ਜਰਾ ਰੋਗ ਹੈ, ਨਾ ਉਹ ਪੁਰਾਣਾ ਹੁੰਦਾ। ਉਹ ਨਹੀਂ ਪੁਰਾਣਾ ਹੁੰਦਾ, ਪਵਨਪਤੀ ਨਹੀਂ ਪੁਰਾਣਾ ਹੁੰਦਾ। ਪੁਰਾਣਾ ਕੀ ਹੁੰਦਾ? ਪੁਰਾਣਾ ਸਰੀਰ ਹੁੰਦਾ, ਪੁਰਾਣਾ ਮਨ ਵੀ ਨਹੀਂ ਹੁੰਦਾ। ਮਨ ਵੀ ਪੁਰਾਣਾ ਨਹੀਂ ਹੁੰਦਾ ਹੈਗਾ, ਮਨ ਉਹਦਾ ਹੀ ਆ ਪਵਨਪਤੀ ਦਾ, ਹੋਰ ਮਨ ਕਿਹਦਾ? ਮਨ ਵੀ ਤਾਂ ਕਿਸੇ ਦਾ ਹੁੰਦਾ, ਜੀਵ ਵੀ ਤਾਂ ਉਹਦਾ ਹੀ ਹੈ, ਉਹਦੀ ਸ਼ਕਤੀ ਦਾ ਨਾਮ ਹੈ ਜੀਵਨ। ਉਹਦੀ ਜਿਹੜੀ ਸ਼ਕਤੀ ਹੈ ਉਹਦੇ ਨਾਲ ਚੱਲਦੀ ਆ। ਉਹਨੇ ਆਪਣੀ ਸ਼ਕਤੀ ਅੱਡ ਕੀਤੀ ਹੈ, ਇੱਛਾ ਸ਼ਕਤੀ ਹੈ ਉਹਦੀ, ਇਹ ਜਿਉਣ ਦੀ ਇੱਛਾ ਉਹਦੇ ਅੰਦਰ। ਜਿਉਣ ਦੀ ਇੱਛਾ ਨਹੀਂ ਹੁੰਦੀ ਸਾਰਿਆਂ ਦੇ ਅੰਦਰ, ਜਿਹਦੇ ਅੰਦਰ ਜਿਉਣ ਦੀ ਇੱਛਾ ਉਹ ਆਪ ਹੈ ਅੰਦਰਲਾ। ਉਹ ਇੱਕੋ ਹੀ, ਅਸਲ 'ਚ ਦੋ ਨਹੀਂ ਹਨ, ਐਵੇਂ ਦੋ ਕਹਿੰਦੇ। ਮੈਂ ਔਰ ਮੇਰੀ ਇੱਛਾ ਦੋ ਵੀ ਆ, ਇੱਕ ਵੀ ਆ। ਆਦਮੀ ਔਰ ਆਦਮੀ ਦੀ ਇੱਛਾ ਨੂੰ ਦੋ ਕਹੀਏ ਕਿ ਇੱਕ ਕਹੀਏ? ਕਹਿਣ ਸੁਣਨ ਨੂੰ ਦੋ ਨੇ, ਹੈ ਕੋਈ। ਉਹ ਜਿਹੜਾ ਪਵਨਪਤੀ ਹੈ, ਜਰਾ ਰੋਗ ਨਹੀਂ ਹੈ, ਜਰਾ ਰੋਗ ਜੀਵ ਨੂੰ ਵੀ ਨਹੀਂ ਹੈ, ਜਰਾ ਰੋਗ ਤਾਂ ਸਰੀਰ ਨੂੰ ਹੈ। ਬਈ ਮਾਇਆ ਦੇ ਸਰੀਰ ਨੂੰ ਜਰਾ ਰੋਗ ਹੈ, ਹੀ ਪੁਰਾਣਾ ਹੁੰਦਾ, ਹੀ ਬੁੜਾ ਹੁੰਦਾ। ਗੁਰਮੁਖ ਬੁੱਢੇ ਕਦੇ ਨਹੀਂ। ਉਹ ਦੂਏ ਜਿਹੜੇ ਮਨਮੁਖ ਕਹਿੰਦੇ ਨੇ ਨਾ, ਉਹ ਬੁੱਢੇ ਹੋ ਗਏ, ਉਹ ਸਰੀਰ ਕਰਕੇ ਮੰਨਦੇ ਨੇ, ਸਰੀਰ ਮੰਨਦੇ ਨੇ, ਤਾਂ ਕਹਿੰਦੇ ਨੇ ਬੁੱਢੇ ਹੋ ਗਏ। ਬੁੱਢੇ ਉਹ ਵੀ ਨਹੀਂ ਹੁੰਦੇ, ਬੁੱਢੇ ਨਹੀਂ ਉਹ ਵੀ ਹੁੰਦੇ।
ਉਹ ਮੰਨਦੇ ਨੇ ਬੁੱਢੇ ਹੋ ਗਏ ਅਸੀਂ। ਗੁਰਮੁਖੇ ਉਚਾਰਨ ਵੀ ਨਹੀਂ ਕਰਦੇ, ਕਹਿੰਦੇ ਵੀ ਨਹੀਂ ਬੁੱਢੇ ਹੋ ਗਏ। ਉਹਨਾਂ ਨੂੰ ਸਮਝਾ ਬੇਸਮਝੀ ਨਾਲ ਕਹਿੰਦੇ ਹੀ ਕਹਿੰਦੇ ਨੇ। ਜਿਵੇਂ ਅਸੀਂ ਕਹਿੰਦੇ ਮੈਂ ਕੁਝ ਪੁੰਨ ਪਾਪ ਕਰਦਾ, ਕਹਿੰਦੇ ਆ ਕਰਦੇ ਨਹੀਂ ਹੈਗੇ, ਕਰਦੇ ਨਹੀਂ ਹੈਗੇ ਪੁੰਨ ਪਾਪ ਕੋਈ ਵੀ। ਮੰਨ ਲੈਂਦੇ, ਮੰਨਣਾ ਹੀ ਜਿਹੜਾ ਹੈਗਾ ਬੇਵਕੂਫੀ ਹੈ। ਮੰਨਣ ਦਾ ਹੀ ਭਰਮ ਹੈ ਸਾਨੂੰ। ਇਵੇਂ ਮੰਨਣਾ ਮੈਂ ਬੁੜਾ ਹੋ ਗਿਆ, ਇਹੀ ਭਰਮ। ਸਰੀਰ ਪੁਰਾਣਾ ਹੁੰਦਾ, ਸੱਚ ਪੁਰਾਣਾ ਨਹੀਂ ਹੁੰਦਾ, ਆਤਮਾ ਪੁਰਾਣੀ ਨਹੀਂ ਹੁੰਦੀ। ਤਾਂ ਇਹਦਾ ਜਿਉਣ ਦੀ ਇੱਛਾ, ਜਿੰਨਾ ਚਿਰ ਮਰਜ਼ੀ ਸਰੀਰ ਰਹੇ, ਜਿੰਨਾ ਚਿਰ ਮਰਜ਼ੀ ਜਿਉਂਦੀ ਰਹੇ, ਉਹ ਤਾਂ ਬੁੜੀ ਹੁੰਦੀ ਹੋਣੀ। ਸਰੀਰ ਜਵਾਬ ਦੇ ਜਾਂਦਾ, ਜਵਾਬ ਸਰੀਰ ਦੇ ਜਾਂਦਾ। ਇਸ ਕਰਕੇ ਆਤਮਾ ਬੁੜੀ ਨਹੀਂ ਹੁੰਦੀ ਕਦੇ ਵੀ। ਨਾ ਨੂੰ ਜਨਮ ਹੈ ਨਾ ਜਰਾ ਹੈ। ਜਨਮ ਤਾਂ ਉਹਦਾ ਹੋਣਾ ਹੈ ਅਸਲ ਦੇ ਵਿੱਚ, ਆ ਜਨਮ ਨਹੀਂ ਹੈ। ਆ ਸੰਸਾਰੀ ਜਨਮ ਜਰੇ ਦੀ ਗੱਲ ਕੀਤੀ ਹੈ ਇੱਥੇ। ਸਿਰਫ ਉਹ ਜਨਮ ਪਦਾਰਥ ਹੈ ਜਿਹੜਾ, ਹੋਰ ਗੱਲ ਹੈ। ਆ ਮਿਰਤ ਜਨਮ ਜਰਾ ਹੈ, ਜਿਹੜੇ ਸੰਸਾਰ, ਜਿਹੜੇ ਸਰੀਰ ਨੂੰ ਮਿਰਤ ਜਨਮ ਜਰਾ, ਉਹ ਨਹੀਂ ਹੈ ਉਹਨੂੰ। ਇਸ ਕਰਕੇ ਉਹ ਮਰ ਵੀ ਨਹੀਂ ਸਕਦਾ। ਨਾਨਕ ਬੰਦਾ ਕਰਤਾ ਹਾਂ ਜਹਾਂ ਮਿਰਤ ਨਾ ਜਨਮ, ਜਿੱਥੇ ਮਿਰਤ ਨਾ ਜਨਮ, ਹਿਰਦੇ ਵਿੱਚ ਮਿਰਤ ਜਨਮ ਜਰਾ, ਤਿੰਨੇ ਚੀਜ਼ਾਂ ਨਹੀਂ ਹੋਣ। ਜਨਮ ਨਹੀਂ ਹੈ ਉਹ ਵੀ, ਉਹ ਜਨਮ ਨਹੀਂ, ਉਹਦੇ ਅੰਦਰੋਂ ਗਿਆਨ ਪੈਦਾ ਹੋਣਾ, ਅੰਦਰੋਂ ਸੋਝੀ ਪੈਦਾ ਹੋਣੀ ਆ। ਜਨਮ ਉਹਨੂੰ ਕਹਿ ਦਿੰਦੇ ਹਾਂ ਅਸੀਂ, ਜਾਗਣ ਨੂੰ ਜਨਮ ਕਹਿ ਦਿੰਦੇ ਹਾਂ। ਜਿਵੇਂ ਕੋਈ ਕੋਮੇ 'ਚ ਪਿਆ ਕੋਈ 3 ਸਾਲ, ਹੁਣ ਜਿਉਂਦਾਰ ਮਰਿਆ ਬਰਾਬਰ ਹੈ। ਉਹ ਤਾਂ ਜੇ ਉਹਨੂੰ ਕੋਮੇ ਜੋ ਕੁਦਰਤ ਕਰੇ, ਨਿਕਲਿਆ ਵੇ ਬਾਹਰ, ਬੋਲਣ ਲੱਗ ਜੇ ਗੱਲਾਂ ਬਾਤਾਂ, ਤਾਂ ਸਾਰੇ ਕਹਿਣਗੇ ਵੀ ਇਹਦਾ ਦੂਆ ਜਨਮ ਹੋਇਆ ਭਾਈ, ਇਹਦਾ ਜਨਮ ਹੋਇਆ। ਕਈ ਵਾਰ ਪਿਛਲੀ ਸਾਰੀ ਗੱਲ ਭੁੱਲ ਜਾਂਦੀ ਹੈ ਕੋਮੇ ਵਾਲਿਆਂ ਨੂੰ, ਪਿਛਲੀ ਭੁੱਲ ਜਾਂਦੀ ਹੈ, ਨਵੀਂ ਯਾਦ ਰਹਿੰਦੀ ਹੈ। ਇਹ ਜਿਹਾ ਹੀ ਹੈ ਦੂਆ ਜਨਮ। ਉਹ ਜਨਮ ਨਹੀਂ ਹੈਗਾ, ਜਨਮ ਪਦਾਰਥ ਹੈ ਕੌਮੇ 'ਚ, ਹਾਲੇ ਸੁਪਨੇ 'ਚ ਹੈ। ਸੁਪਨੇ ਵਾਲੇ ਦਾ ਜਨਮ ਹੋਰ ਹੈ, ਜਾਗਦੇ ਦਾ ਜਨਮ ਹੋਰ ਹੈ। ਸੁਪਨੇ ਦੀ ਜ਼ਿੰਦਗੀ ਹੋਰ ਹੈ, ਜਾਗਦੇ ਦੀ ਹੋਰ ਹੈ। ਸੁਪਨੇ ਵਾਲੀ ਜ਼ਿੰਦਗੀ ਜਾਗਦੇ ਨੂੰ ਤਾਂ ਪਤਾ ਹੋਊਗਾ, ਸੁਪਨੇ ਦਾ ਜਾਗਣ ਵਾਲੇ ਨੂੰ ਤਾਂ ਪਤਾ ਹੁੰਦਾ, ਪਰ ਸੁਪਨੇ ਵਾਲੇ ਨੂੰ ਜਾਗਣ ਵਾਲੀ ਅਵਸਥਾ ਦਾ ਨਹੀਂ ਪਤਾ। ਜਦ ਅਸੀਂ ਸੁਪਨੇ 'ਚ ਹੁੰਦੇ, ਸਭ ਕੁਝ ਜਾਗਣ ਵਾਲੀ ਅਵਸਥਾ ਦਾ ਕੋਈ ਗੱਲ ਨਹੀਂ ਹੁੰਦਾ ਸਾਨੂੰ। ਇਸ ਕਰਕੇ ਇਸ ਸਮੇਂ ਸਾਰਿਆਂ ਨੂੰ ਜਦੋਂ ਤੋਂ ਹੋਸ਼ ਸੰਭਾਲੀ ਹੈ, ਉਸ ਏਰੀਏ ਦਾ ਗਿਆਨ ਹੈ, ਉਸ ਟਾਈਮ ਦਾ ਗਿਆਨ ਹੈ। ਬਾਕੀ ਅਗਲਾ ਪਿਛਲਾ ਹੈ ਨਹੀਂ। ਜਾਂ ਜਾਗੂਗਾ ਵੀ ਸਾਰੇ ਜਨਮਾਂ ਦਾ ਹੀ ਹੋ ਜਾਂਦਾ, ਸਾਰੇ ਜਨਮਾਂ ਦਾ ਹੀ ਹੋ ਜਾਂਦਾ ਜਾਗਣ ਵਾਲੇ ਨੂੰ। ਜਿਹੜੇ ਜਾਗਦੇ ਨੇ ਉਹਨਾਂ ਨੂੰ ਸਾਰਾ ਹੀ ਗਿਆਨ ਹੋ ਜਾਂਦਾ, ਸੁੱਤਿਆਂ ਨੂੰ ਨਹੀਂ ਹੁੰਦਾ। ਹੁਣ ਸੁੱਤੇ ਹੋਏ ਗੱਲ ਮੰਨਦੇ ਨਹੀਂ, ਵਿਦਵਾਨ ਕਿਵੇਂ ਮੰਨ ਲੂ ਇਹ ਗੱਲ? ਵਿਦਵਾਨ ਅੱਜ ਤੱਕ ਨਾ ਕੋਈ ਜਾਗਿਆ ਨਾ ਕੋਈ ਜਾਗੇ। ਵਿਦਵਾਨ ਨਾ ਕੋਈ ਅੱਜ ਤੱਕ ਜਾਗਿਆ ਨਾ ਕੋਈ ਜਾਗੇ। ਗਾਹਾਂ ਨੂੰ ਵੀ ਨਹੀਂ ਜਾਗਣਾ, ਵਿਦਵਾਨ ਨਹੀਂ ਜਾਗ ਸਕਦਾ ਹੁੰਦਾ, ਕਿਉਂਕਿ ਵਿਦਵਾਨ ਤਾਂ ਮੰਨਦਾ ਹੀ ਨਹੀਂ ਇਹਨਾਂ ਗੱਲਾਂ ਨੂੰ। ਵਿਦਵਾਨ ਉਹ ਮੰਨਦਾ ਜੋ ਅੱਖਰਾਂ ਦੇਖਦਾ, ਵਿਦਵਾਨ ਉਹ ਮੰਨਦਾ ਜੋ ਕੰਨਾਂ ਸੁਣਦਾ। ਉਹ ਵੀ ਮਰਜ਼ੀ ਮੰਨੇ ਮਰਜ਼ੀ ਨਾ ਮੰਨੇ। ਜਿਹੜੇ ਗਿਆਨ ਇੰਦਰੀਆਂ ਦੇ ਵਿੱਚ ਉਹ ਤੋਂ ਗਾਹਾਂ ਦੀ ਗੱਲ ਵਿਦਵਾਨ ਨਹੀਂ ਬੋਲਦਾ, ਉਹ ਤਾਂ ਪਰੇ ਦੀ ਗੱਲ, ਗਿਆਨ ਇੰਦਰ ਪਰੇ ਦੀ ਗੱਲ ਨਹੀਂ ਬੋਲਦਾ। ਇਸ ਕਰਕੇ ਅੱਜ ਕਿਸੇ ਵਿਦਵਾਨ ਨੂੰ ਵੀ ਨਾ ਇਹ ਗੱਲ ਦੀ ਸਮਝ ਆਈ ਹੈ, ਨਾ ਗਾਹਾਂ ਨੂੰ ਆਉਣੀ ਹੈ। ਇਹ ਗੱਲ ਹੈ ਬੁੱਧਵਾਨ ਦੀ। ਵਿਦਵਾਨ ਨਹੀਂ ਹੁੰਦੇ, ਬੁੱਧੀਜੀਵੀ ਨਾਲ ਰੱਖ ਲਿਆ। ਬੁੱਧੀਜੀਵੀ ਦਾ ਕੋਈ ਲਫ਼ਜ਼ ਨਹੀਂ ਹੈ। ਕੀ ਹੁੰਦਾ ਬੁੱਧੀਜੀਵੀ? ਬੁੱਧੀਜੀਵੀ ਦੀ ਵਿਆਖਿਆ ਕਰਨ ਕੀ ਹੈ ਨਾ, ਨਵਾਂ ਲਫ਼ਜ਼ ਘੜਿਆ। ਲਫ਼ਜ਼ ਬੇਸਿਕਲੀ ਗਲਤ ਹੈ, ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਇਹ ਲਫ਼ਜ਼ ਠੀਕ ਹੈ। ਬੁੱਧਵਾਨ ਲਫ਼ਜ਼ ਹੈ। ਬੁੱਧੀਜੀਵੀ ਲਫ਼ਜ਼ ਜੇ ਠੀਕ ਹੁੰਦਾ ਗੁਰਬਾਣੀ 'ਚ ਆਇਆ ਹੋਇਆ ਹੁੰਦਾ, ਜੇ ਲਫ਼ਜ਼ ਦਾ ਕੋਈ ਅਰਥ ਬਣਦਾ ਹੁੰਦਾ ਗੁਰਬਾਣੀ 'ਚ ਹੁੰਦਾ। ਇਹ ਵਿਦਵਾਨ ਤਾਂ ਬੋਲੀ ਘੱਟ ਵੀ ਨਹੀਂ ਜਾਣਦੇ। ਵਿਦਵਾਨਾਂ ਦੀ ਅੱਧੀ ਭਾਸ਼ਾ ਗਲਤ ਘੜੀ ਹੋਈ ਹੈ। ਪਵਿੱਤਰ ਲਫ਼ਜ਼ ਘੜਿਆ ਹੋਇਆ ਵਿਦਵਾਨਾਂ ਦਾ, ਘੜਿਆ ਤਾਂ ਨਹੀਂ ਹੋਇਆ, ਪਿੱਛੋਂ ਲਿਆ ਹੋਇਆ। ਸੰਸਾਰ 'ਚ ਕੁਛ ਵੀ ਪਵਿੱਤਰ ਨਹੀਂ, ਸਭ ਬਿਖ ਹੈ। ਬਿਖ ਪਵਿੱਤਰ ਹੁੰਦੀ ਹੈ,
ਵਿਸ਼ਟਾ ਪਵਿੱਤਰ ਹੁੰਦੀ ਹੈ, ਵਿਸ਼ਟਾ ਨੂੰ ਪਵਿੱਤਰ ਮੰਨਦੇ ਨਹੀਂ ਹੈ ਸਾਰੀ ਸੰਸਾਰ ਵਿਸ਼ਟਾ ਮੰਨਦੀ ਹੈ ਗੁਰਬਾਣੀ। ਇਸ ਕਰਕੇ ਸੰਸਾਰੀ ਲੋਕਾਂ ਨੂੰ ਅਕਲ ਉਕਲ ਨਹੀਂ ਹੈ। ਹਾਂ, ਇਹ ਤਾਂ ਪੁੱਠੀ ਭਾਸ਼ਾ ਲੈਂਦੀ। ਇਹਨੇ ਤਾਂ ਬੋਲੀ ਪੁੱਠੀ ਹੈ। ਸਟੇਬਲ ਕੋਈ ਚੀਜ਼ ਨਹੀਂ ਹੈ ਸੰਸਾਰ। ਜਦ ਕਬੀਰ ਕਹਿੰਦਾ ਮਾਇਆ ਡੋਲਣੀ, ਮਾਇਆ ਡੋਲਣੀ ਪਵਨ ਚ ਘੋਲਣਾ ਨਾਲ, ਪੌਣ ਤੋਂ ਹੀ ਪੈਦਾ ਹੋਈ ਹੈ ਸ੍ਰਿਸ਼ਟੀ। ਪੌਣ ਤਾਂ ਰੁਕਦੀ ਹੋ ਨਹੀਂ ਕਿਤੇ, ਸ੍ਰਿਸ਼ਟੀ ਸਾਰੀ ਰੁਕਦੀ ਨਹੀਂ। ਸਾਰੇ ਪਲੈਨਟ ਤੁਰਦੇ ਨੇ, ਹਿਲਦੇ ਨੇ, ਕੋਈ ਸਟੇਬਲ ਚੀਜ਼ ਹੈ ਹੀ ਨਹੀਂ। ਫਿਰ ਸਟੇਬਲ ਲਫ਼ਜ਼ ਡਿਕਸ਼ਨਰੀ ਕਿਉਂ ਰੱਖਿਆ ਇਹਨਾਂ ਨੇ? ਇਸ ਕਰਕੇ ਇਹਨਾਂ ਨੂੰ ਕੋਈ ਅਕਲ ਨਹੀਂ ਹੈ ਵਿਦਵਾਨਾਂ ਨੂੰ। ਆਪਾ ਵਿਰੋਧੀ ਗੱਲਾਂ ਪ੍ਰਚਾਰ ਕਰੀ ਜਾਂਦੇ ਨੇ, ਕਿਤਾਬਾਂ 'ਚ ਪੜ੍ਹਾਈ ਜਾਂਦੇ ਨੇ। ਆਪਾ ਵਿਰੋਧੀ ਗੱਲਾਂ ਨੇ ਇਹਨਾਂ ਦੀਆਂ ਕਿਤਾਬਾਂ 'ਚ, ਉਹ ਦੋ ਪੜ੍ਹਾਈ ਜਾਂਦੇ ਨੇ। ਇਹਨਾਂ ਦੇ ਸਿਧਾਂਤ ਦੇ ਵਿਰੋਧੀ ਨੇ, ਉਹ ਦੋਵੇਂ ਪੜ੍ਹਾਈ ਜਾਂਦੇ ਨੇ। ਸੱਚਾ ਕਿਹੜਾ ਹੋਇਆ, ਠੀਕ ਕੌਣ ਹੋਇਆ, ਗਲਤ ਕੌਣ ਹੋਇਆ? ਗੁਰਬਾਣੀ 'ਚ ਗੱਲ ਨਹੀਂ ਹੈ। ਆਪਾਂ ਵਿਰੋਧ ਕੁਛ ਹੈ ਨਹੀਂ। ਵਿਦਵਾਨ ਤੋਂ ਆਪਾਂ ਵਿਰੋਧਾਭਾਸ ਵਿਦਵਾਨ ਖਤਮ ਨਹੀਂ ਕਰ ਸਕਦੇ ਕਦੇ ਵੀ। ਗੁਰਮੁਖ ਵਿਰੋਧਾਭਾਸ ਖਤਮ ਕਰਨਗੇ, ਗੁਰਮੁਖਾਂ ਨੇ ਕੀਤਾ। ਗੁਰਬਾਣੀ 'ਚ ਵਿਰੋਧਾਭਾਸ ਨਹੀਂ ਹੈ। ਵਿਦਵਾਨ ਕਿੱਡੇ ਹੀ ਹੋਣ, ਜੱਜ ਕਿੱਡੇ ਹੀ ਹੋਣ, ਵਿਰੋਧਾਭਾਸ ਹੋਊਗਾ। ਦੇਖਿਆ ਯੁੱਧਿਆ ਦੇ ਫੈਸਲੇ ਇੱਕ ਜੱਜ ਉੱਧਰ ਖੜਾ, ਇੱਕ ਉੱਧਰ ਖੜਾ, ਵਿਰੋਧਾਭਾਸ ਹੈ। 180 ਐਂਗਲ ਤੇ ਖੜੇ, 180 ਡਿਗਰੀ ਤੇ ਖੜੇ ਨੇ। ਇੱਕ ਕਹਿੰਦਾ ਫਾਂਸੀ ਚਾਹੀਦਾ, ਦੂਆ ਕਹਿੰਦਾ ਬਰੀ ਚਾਹੀਦਾ। ਐਡਾ ਵਿਰੋਧਾਭਾਸ, ਥੋੜਾ ਬਹੁਤਾ ਵਿਰੋਧਾਭਾਸ ਹੋ ਸਕਦਾ। ਉਹ ਤਾਂ ਇੱਕਦਮ 180 ਡਿਗਰੀ ਦਾ ਵਿਰੋਧਾਭਾਸ ਨਹੀਂ ਖੜੇ ਨੇ ਵਿਦਵਾਨ ਨੇ। ਜਾਂ ਫਿਰ ਕੋਈ ਹੋਰ ਗੱਲ ਆ ਅੰਦਰ, ਉਹ ਦੂਏ ਦੇ ਪੱਖ 'ਚ ਖੜਾ, ਦੂਏ ਦੇ ਪੱਖ 'ਚ ਖੜਾ। ਇਹ ਪੱਖਪਾਤ ਹੈ। ਗੁਰਮੁਖਾਂ ਅੰਦਰ ਪੱਖਪਾਤ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਜਿੱਥੇ ਪੱਖਪਾਤ ਹੈ ਉੱਥੇ ਸ਼ਾਂਤੀ ਨਹੀਂ ਰਹਿ ਸਕਦੀ। ਵਿਦਵਾਨਾਂ 'ਚ ਪੱਖਪਾਤ ਜਾ ਨਹੀਂ ਸਕਦਾ, ਸ਼ਾਂਤੀ ਸੰਸਾਰ 'ਚ ਹੋ ਨਹੀਂ ਸਕਦੀ। ਸਿਆਸਤਦਾਨਾਂ 'ਚ ਪੱਖਪਾਤ ਜਾ ਨਹੀਂ ਸਕਦਾ, ਸ਼ਾਂਤੀ ਸੰਸਾਰ 'ਚ ਹੋ ਨਹੀਂ ਸਕਦੀ। ਇਹ ਤਾਂ ਸੱਚਖੰਡ 'ਚੋਂ ਕੱਢੇ ਹੀ ਤਾਂ ਨੇ, ਉੱਥੇ ਉਹਦੀ ਸ਼ਾਂਤੀ ਰਹਿਣ ਦੇਣੀ ਸੀ ਇਹਨਾਂ ਨੇ। ਤਾਂ ਹੋਰ ਕੱਢੇ ਕਾਹਤੇ ਨੇ? ਸ਼ਾਂਤੀ ਉੱਥੇ ਹੈ, ਇੱਥੇ ਸ਼ਾਂਤੀ ਕਿੱਥੇ ਹੈ? ਇੱਥੇ ਸ਼ਾਂਤੀ ਕਦੇ ਵੀ ਨਹੀਂ ਹੋ ਸਕਦੀ। ਸਾਰਿਆਂ ਦੇ ਅੰਦਰ ਆਪਣੇ ਆਪਣੀ ਖਿੱਚ ਹੈ, ਆਪਣੇ ਆਪਣੇ ਧੜੇ ਦੀ ਖਿੱਚ ਹੈ। ਧੜੇ ਦਾ ਬਣੇ ਹੋਏ ਨੇ। ਗੁਰਮੁਖਾਂ ਦਾ ਧੜਾ ਸੱਚ ਨਾਲ ਹੈ, ਮਨਮੁਖਾਂ ਦਾ ਆਪਣਾ ਆਪਣਾ ਅੱਡ ਅੱਡ ਧੜਾ ਹੁੰਦਾ। ਧੜੇ ਦੀ ਗੱਲ ਵੀ ਸ਼ਬਦ ਆਇਆ, ਕਿਸੇ ਨੇ ਜਵਾਈ ਦਾ ਧੜਾ ਆਇਆ, ਕਿਸੇ ਨਾਲ ਕਿਸੇ ਨੇ, ਉਹ ਕਹਿੰਦਾ ਸਾਡਾ ਧੜਾ ਸੱਚ ਨਾਲ ਹੈ। ਜਿੱਥੇ ਧੜੇਬੰਦੀ ਹੋਵੇ ਉੱਥੇ ਝਗੜਾ ਕਿਉਂ ਨਾ ਹੋਵੇ, ਉੱਥੇ ਬੜਬੜੀਆਂ ਜੰਗਾਂ ਕਿਉਂ ਨਾ ਹੋਣ, ਉੱਥੇ ਸ਼ਾਂਤੀ ਕਿਵੇਂ ਰਹਿ ਜੂਗੀ? ਜਿਹੜੀ ਕੌਮ ਹੈ ਵੀ ਧੜੇ ਦਾ ਉਹ ਨਾਂ ਹੈ। ਜਿਹੜਾ ਅੱਜ ਅਸੀਂ ਪੰਥ ਨਾਂ ਰੱਖਿਆ ਵੀ ਧੜੇ ਦਾ ਨਾਂ ਹੈ। ਪੰਥ ਤਾਂ ਮਾਰਗ ਹੁੰਦਾ, ਰਸਤਾ ਹੁੰਦਾ। ਪੰਥ ਦਾ ਮਤਲਬ ਮਾਰਗ, ਰਸਤਾ, ਚੱਲਣ ਵਾਲਾ ਪੰਥੀ। ਜਿਹੜਾ ਮਾਰਗ ਤੇ ਚੱਲੂ ਪੰਥੀ। ਇੱਥੇ ਪੰਥ ਆਦਮੀ ਨੇ ਇਕੱਠ ਦਾ ਨਾਂ ਰੱਖ ਲਿਆ, ਧੜੇ ਦਾ ਨਾਂ ਰੱਖ ਲਿਆ ਪੰਥ। ਗੁਰਮਤਿ ਵਾਲੇ ਲਫ਼ਜ਼ ਦੇ ਅਰਥੇ ਬਦਲਤੇ। ਇਹ ਕੀ ਨਾ ਕੀਤਾ ਵਿਦਵਾਨਾਂ ਨੇ? ਵਿਦਵਾਨਾਂ ਨੇ ਕੀਤਾ ਨਾ। ਸਿੱਖੀ ਕਿੱਥੋਂ ਵੱਜਦੀ? ਇਹ ਕਿੱਥੋਂ ਵਿਚਾਰਨਗੇ ਸਿੱਖੀ? ਇਹਨਾਂ ਕੋਲ ਬੁੱਧੀ ਹੈ ਕਿੱਥੇ ਸਿੱਖੀ ਵਿਚਾਰਨ ਵਾਲੀ? ਨਾਲ ਸਿੱਖੀ ਤੇ ਨਾਲ ਲੈਣਾ ਵੀ ਕੀ ਹੈ? ਗੱਲ ਤਾਂ ਹੈ ਇਹਨਾਂ ਨੇ ਲੈਣਾ ਕੀ ਹੈ ਸਿੱਖੀ ਤੇ? ਵਿਦਵਾਨ ਦਾ ਸਿੱਖੀ ਤੇ ਦੂਰ ਦਾ ਵੀ ਰਿਸ਼ਤਾ ਨਹੀਂ ਹੁੰਦਾ। ਵਿਦਵਾਨਾਂ ਨੂੰ ਸਿੱਖੀ ਦਿੱਤੀ ਹੈ ਵੀ ਤੁਸੀਂ ਦੱਸੋ ਵੀ ਸਿੱਖੀ ਕੀ ਹੈ। ਯੂਨੀਵਰਸਿਟੀਆਂ 'ਚ ਵਿਦਵਾਨ ਔਰ ਪੰਡਤ ਇਸ ਮਤ ਦੇ ਵਿਰੋਧੀ ਹੁੰਦੇ, ਸੱਚੀ ਮਤ ਦੇ ਵਿਰੋਧੀ ਹੁੰਦੇ। ਆਪ ਇਹ ਸਚਿਆਰੇ ਨਹੀਂ ਹੁੰਦੇ, ਉਹ ਆਪ ਸਚਿਆਰੇ ਨਹੀਂ ਹੁੰਦੇ। ਹਾਂਜੀ, ਉਲਟੀ ਲੈ ਸ਼ਕਤੀ ਸਹਾਰੰਗ, ਉਲਟੀ ਰੇ ਸ਼ਕਤੀ ਸਹਾਰੰਗ। ਜਦੋਂ ਆਪਣੀ ਇੱਛਾ ਸ਼ਕਤੀ ਨੂੰ ਅਸੀਂ ਉਲਟਾ ਲਿਆ, ਮਾਇਆ ਦੀ ਭੁੱਖ ਨੂੰ ਬਦਲ ਕੇ ਨਾਮ ਦੀ ਭੁੱਖ ਕਰ ਲਈ, ਤਾਂ ਆਸਰਾ ਕਿਹਦਾ, ਕਾਹਦੇ ਨਾਲ ਜੋੜਾਂਗੇ ਹੁਣ ਅਸੀਂ ਉਹਨੂੰ?
ਇਸੇ ਗੱਲ ਨੂੰ ਕਹਿੰਦਾ ਜੋਗੀ ਵੀ ਤੂੰ ਕਿਹਦੇ ਕਿਸ ਚੀਜ਼ ਨਾਲ ਜੁੜ ਕੇ ਬੈਠਦਾ ਕਾਹੇ ਬੈਸੋ। ਕਿਵੇਂ ਬਹਿਣਾ ਕਿਹੜੀ ਚੀਜ਼ ਨਾਲ ਜੁੜ ਕੇ ਸੁਰਤ ਨੂੰ ਜੋੜ ਕੇ ਰੱਖਦਾ ਸੁਰਖ ਨੂੰ। ਉਹ ਗੱਲ ਇੱਥੇ ਕਬੀਰ ਨੇ ਦੱਸੀ ਹੋਈ ਆ, ਪਹਿਲਾਂ ਹੀ ਦੱਸੀ ਹੋਈ ਆ। ਆ ਖੋਜ ਨਾਨਕ ਕੋਲ ਸੀਗੀ, ਇਸੇ ਜੋ ਜਵਾਬ ਦਿੱਤੇ ਹੋਏ ਨੇ ਸਾਰੇ ਸਿੱਧ ਕੋਸ਼ ਦੇ ਜਵਾਬ ਕਬੀਰ ਬਾਣੀ ਚੋਂ ਦਿੱਤੇ ਹੋਏ ਨੇ। ਉਲਟੀ ਰੇ ਸ਼ਕਤ ਸਖਤ ਸਹਾਰੰਗ ਸਹਾਰੰਗ, ਉਲਟਾ ਕੇ ਸ਼ਕਤ ਦਾ ਸਹਾਰਾ ਕਿਹਨੂੰ ਬਣਾਉਣਾ? ਬੈਠੀ ਰੇ ਤੇਸੀ ਲੈ ਗਗਨ ਮੁਝਾਰੰਗ, ਗਗਨ ਬੁਝਾਰੰਗ, ਆਕਾਸ਼ ਨਾਲ ਜੋੜ ਲੈਣ, ਗਗਨ ਚ ਲੈ ਜਾਣੀ ਹੈ। ਕਿਉਂਕਿ ਦਮਾਮਾ ਹੀ ਗਗਨ ਦੇ ਵਿੱਚ ਬੈਠਣਾ। ਜਿੱਥੇ ਸੁਰਤ ਗਗਨ ਦੇ ਵਿੱਚ ਟਿਕਾਉਣੀ ਹੈ ਦਮਾਮਾ ਉੱਥੇ ਹੀ ਬੈਠਣਾ। ਹਿਰਦਾ ਹੈ ਗਗਨ, ਬਾਹਰ ਨਹੀਂ ਹੈ ਗਗਨ। ਬਾਹਰ ਆਕਾਸ਼ ਪਤਾਲ ਹੁੰਦਾ ਹੈ, ਗਗਨ ਨਹੀਂ ਹੈ। ਗਗਨ ਅੰਦਰ ਹੈ। ਗਗਨ ਦੇ ਵਿੱਚ ਮਾਇਆ ਨਹੀਂ ਹੁੰਦੀ, ਗਗਨ ਚ ਮਾਇਆ ਨਹੀਂ ਹੁੰਦੀ। ਇਹ ਬਾਹਰ ਨੂੰ ਗਗਨ ਜਿਹੜਾ ਕਹਿੰਦੇ ਨੇ, ਗਗਨ ਚ ਆਕਾਸ਼ ਪਤਾਲ ਹੁੰਦਾ ਹੀ ਨਹੀਂ। ਜੇ ਆਕਾਸ਼ ਪਤਾਲ ਦਾ ਗਗਨ ਹੁੰਦਾ ਹੀ ਨਹੀਂ। ਹੁਣ ਜ਼ਮੀਨ ਹੈ, ਸਾਡੇ ਪੈਰਾਂ ਦੇ ਥੱਲੇ ਅਸੀਂ ਪਤਾਲ ਕਹਾਂਗੇ, ਸਿਰ ਦੇ ਉਤਲੇ ਨੂੰ ਆਕਾਸ਼ ਕਹਾਂਗੇ। ਫਿਰ ਸਾਈਡਾਂ ਵੀ ਨੇ ਸਾਰੀਆਂ। ਗਗਨ 'ਚ ਕੋਈ ਸਾਈਡ ਨਹੀਂ ਹੁੰਦੀ, ਕੁਛ ਨਹੀਂ ਹੁੰਦਾ। ਤਾਂ ਇਹ ਗਗਨ ਦੀ ਡੈਫੀਨੇਸ਼ਨ ਦਿੱਤੀ, ਆਕਾਸ਼ ਗगन पाताल गगन चाहूं दिस गगन रहाई ले। सारियां दशा दशावां नूं इकट्ठा गगन कहंदे ने। गगन हमेशा ठोस होता है। गगन तो अणमड़िया मंदल है। अणमड़िया मंदल बाजा लिखा ना कबीर ने। हृदय गगन, हृदय च टका लेनी है सुरत। मन के अंदर सुरत नूं टकाउणा है। मन मंदिर के अंदर सुरत टकाउणी है, क्योंकि मन मंदिर के अंदर बैठे देव के चरणों नाल सुरत जोड़नी है। देवता तो बना ही बैठा बाहर। तू जिन्ना चर देवता बाहर बनया होया, जिन्ना चर गुरु ग्रंथ बाहर बनया होया, उन्ना चर सुरत अंदर नहीं जा सकती किसी की भी। ਇਹਦਾ ਕਹਿੰਦੇ ਸੁਰਤ ਅੰਦਰ ਲੈ ਕੇ ਜਾ, ਤੁਸੀਂ ਇਹਦੇ ਨਾਲ ਜੋੜ ਲਈ, ਅੰਦਰ ਕਿਵੇਂ ਜਾਓਗੇ? ਜਿੰਨਾ ਚਿਰ ਗੁਰੂ ਬਾਹਰ ਬਣਿਆ ਹੋਇਆ ਉਹਨਾਂ ਚਿਰ ਸੁਰਤ ਅੰਦਰ ਟਿਕੇ ਨਹੀਂ ਸਕਦੀ। ਜਾ ਕੇ ਬਾਹਰ ਟਿਕੂਗੀ, ਗੁਰੂ ਦੇ ਚਰਨਾਂ ਟਿਕੂਗੀ। ਇਹ ਆ ਕੇ ਦੋਖ ਪੈਦਾ ਹੋ ਗਿਆ ਮੰਨਣ ਦਾ। ਜਿਵੇਂ ਉਹਨਾਂ ਨੇ ਪੱਥਰ ਦੀ ਮੂਰਤੀ ਮੰਨੀ ਹੋਈ ਸੀ ਜਾਂ ਕੁਛ ਹੋਰ ਮੰਨਿਆ ਸੀ ਆਬਜੈਕਟ, ਅਸੀਂ ਇਹ ਆਬਜੈਕਟ ਮੰਨ ਕੇ एड्डी होशियारी की थी उन्होंने लोगों ने भाई अंदर सुरत हुण इन्हां दी जुड़े नहीं सकती। सुरत जा अंदर जोड़नी है, चल 2 मिनट वास्ते। गुरु पहला भी सी कि आदमी नूं गुरु असीं कहते, सुरत उन्होंने चलना नहीं जोड़नी थी, अपने आप नाल जोड़नी सी। उन्होंने कहा सी साडे नाल सुरत जोड़ो, उन्होंने नहीं जोड़नी थी, गुरु ग्रंथ नाल जोड़नी। जिथे गुरु ग्रंथ साहब कहंदा उत्थे जोड़ो। ਇਹ ਉਹੀ ਕਹਿੰਦੇ ਜਿੱਥੇ ਜਿਵੇਂ ਉਹ ਕਹਿੰਦੇ ਸੀ। ਜੋ ਗੱਲ ਉਹ ਕਹਿੰਦੇ ਸੀ ਉਹੀ ਇਹ ਕਹਿ ਰਿਹਾ। ਜਿੱਥੇ ਇਹ ਕਹਿ ਰਿਹਾ ਉੱਥੇ ਜੋੜੋ। ਗੁਰੂ ਨਾਲ ਸੁਰਤ ਨਹੀਂ ਜੋੜੀ ਦੀ, ਜਿੱਥੇ ਗੁਰੂ ਕਹਿੰਦਾ ਉੱਥੇ ਸੁਰਤ ਜੋੜੀ ਦੀ ਹੈ। ਗੁਰੂ ਨੂੰ ਨਹੀਂ ਮੰਨੀਦਾ, ਗੁਰੂ ਦੀ ਗੱਲ ਨੂੰ ਮੰਨੀਦਾ। ਗੁਰੂ ਦੀ ਗੱਲ ਨੂੰ ਮੰਨਿਆ, ਗੁਰੂ ਨੂੰ ਮੰਨ ਲਿਆ। ਗੁਰੂ ਨੂੰ ਮੰਨਣ ਦਾ ਮਤਲਬ ਗੁਰੂ ਦੀ ਗੱਲ ਮੰਨਣੀ, ਜੋ ਗੁਰੂ ਕਹਿੰਦਾ ਉਹ ਮੰਨਣਾ। गुरबाणी जो कहते तो मनते नहीं। गुरबाणी कहे सेवक जन मन। जो गुरबाणी कहती है सेवक वो है मनूगा, जो मनता ही नहीं सेवक कहता। प्रतख गुरु निस्तार है। गुरु प्रतख हो जाऊगा और ज्ञान गुरु प्रतख हो जाऊगा और 3 लोक का ज्ञान हो जाऊगा। ਉਹਨੂੰ 3 ਲੋਕ ਦਾ ਗਿਆਨ ਹੋਊ, ਅੱਲਾ 3 ਲੋਕ ਦਾ ਗਿਆਨ ਨਹੀਂ ਹੋਣਾ ਕਿਸੇ ਨੂੰ ਵੀ। ਬਿਨਾਂ ਗੁਰਬਾਣੀ ਨੂੰ ਮੰਨੇ ਤੇ ਭਰੋਸਾ ਕਰੇ ਤੇ ਸਮਝੇ ਤੇ ਕੁਛ ਨਹੀਂ ਬਣਨਾ। ਜੋ ਮਰਜ਼ੀ ਕਰੀ ਜਾਓ। ਸਮਝਿਆ ਨਹੀਂ? ਹਾਂਜੀ। ਉਲਟੀ ਲੈ ਸਖਤ ਸਹਾਰੰਗ
ਪੇਸੀਲੇ ਗਗਨ ਮੁਝਾਰਨ ਪੈਸੀਲੇ ਗਗਨ ਮਝਾਰੰਗ ਵੇਦੀ ਗਗਨ ਦੇ ਵਿੱਚ ਉਹਨੂੰ ਟਿਕਾ ਦਿਓ, ਸੁਰਤ ਨੂੰ ਬਿਠਾਲ ਦਿਓ। ਫੈਸਲਾ ਹੁੰਦਾ ਬੈਠਣਾ, ਘੁੱਬੇ ਨਾ ਉੱਤੇ ਜਾ ਕੇ ਐਵੇਂ ਫਿਰਦੀ ਰਹੇ ਕਦੇ ਟੋਲਦੀ, ਬੈਠ ਜਵੇ ਜਾ ਕੇ ਟਿਕ ਕੇ, ਟਿਕਾ ਲਓ ਸੁਰਤ ਨੂੰ। ਹਾਂ, ਵੇਦੀ ਅਲੇ ਚੱਕਰ ਭੁਹੰਗਾ ਚੱਕਰ ਭੁਜੰਗਾ ਆ ਗਿਆ। ਭੇਟੀ ਅਲੇ ਰਾਏ ਭੁਜੰਗਾ ਚੱਕਰ ਕੀ ਹੁੰਦਾ ਹੈ? ਬੇਦੀ ਵਾਲੇ ਚੱਕਰ ਭੁਜੰਗਾ, ਜਦ ਉਹ ਗੋਲ ਗਲੂੰਡੀ ਮਾਰਦਾ ਸੱਪ, ਉਹ ਚੱਕਰ ਹੋ ਜਾਂਦਾ, ਮਾਰਦਾ ਨਾ ਚੱਕਰ, ਗੋਲ ਦਾਇਰੇ 'ਚ ਇਕੱਠਾ ਹੋ ਕੇ ਬਹਿੰਦਾ, ਉਹ ਭੁਜੰਗਾ ਚੱਕਰ ਹੈ। ਬੰਦੇ ਆਲੇ ਵਾਲੇ ਜਿਹੜਾ ਨਾ ਹਨੇਰੇ ਦਾ ਸਰਕਲ ਹੈ, ਭਰਮ ਦਾ ਦਾਇਰਾ ਹੈ, ਉਹ ਭੁਜੰਗਾ ਚੱਕਰ ਹੈ। ਕਿਉਂਕਿ ਜੋਤ ਦੇ ਆਲੇ ਦੁਆਲੇ ਜੋਤ ਜੇ ਘਿਰੀ ਹੋਈ ਹੈ ਤਾਂ ਹਨੇਰੇ ਨਾਲ ਘਿਰੀ ਹੋਊਗੀ। ਜਦੋਂ ਜਿਹੜਾ ਚੱਕਰ ਦੇ ਵਿੱਚ ਛੇਦ ਹੋ ਗਿਆ, ਵੇਦਿਆ ਗਿਆ, ਚੱਕਰ ਭੁਜੰਗਾ, ਭਰਮ ਦਾ ਨਾਸ ਹੋ ਗਿਆ। ਫੇਰ ਉਹ ਚੱਕਰ ਦੇ ਵਿੱਚ ਛੇਦ ਹੋ ਗਏ ਤਾਂ ਅੰਦਰ ਇੰਜੈਕਸ਼ਨ ਜਾਣਾ, ਪਲੀਤਾ ਪ੍ਰੇਮ ਦਾ ਤਾਂ ਜਾਣਾ। ਕੋਈ ਵੀ ਬੰਬ ਗੋਲਾ ਜਿਹੜਾ ਬਣਦਾ ਦੀਵਾਲੀ ਨੂੰ ਜੇ ਬਣਨਗੇ, ਉਹਦੇ ਵਿੱਚ ਸਾਈਡ ਤੇ ਸੁਰਾਖ ਰੱਖ ਕੇ ਹੀ ਪਲੀਤਾ ਅੰਦਰ ਜਾਊਗਾ। ਜੇ ਸੁਰਾਖ ਨਹੀਂ, ਪਲੀਤਾ ਅੰਦਰ ਕਿਵੇਂ ਜਾਊਗਾ? ਪਲੀਤੇ ਨਾਲ ਅੱਗ ਜਾਣੀ ਅੰਦਰ। ਉਹ ਸੰਤੋਖ ਦੇ ਦਾਇਰੇ ਦੇ ਵਿੱਚ ਇੱਕ ਸੁਰਾਖ ਚਾਹੀਦਾ। ਸੁਰਾਖ ਕਿਵੇਂ ਆਵੇ? ਸੁਰਾਖ ਕਿਵੇਂ ਪਵੇ? ਕੱਕਾ ਕਿਰਨ ਕਮਲ ਵਿੱਚ ਪਾਵਾ, ਬਾਹਰੋਂ ਜੇ ਕਿਰਨ ਪਊਗੀ ਨਾ ਸੋਝੀ ਗੁਰਮਤਿ, ਉਹ ਚੱਕ ਉਹੀ ਸੁਰਾਖ ਪਊਗਾ। ਉਹ ਸੁਰਾਖ, ਉਹ ਕਿਰਨ ਨੇ ਬਰਮਾ ਮਾਰਨਾ, ਸੁਰਾਖ ਹੋ ਜਾਣਾ, ਉੱਥੇ ਦੀ ਅੱਗ ਪੈਣੀ ਹੈ। ਕਬੀਰ ਕਹਿ ਰਿਹਾ ਨਾ, ਬ੍ਰਹਮ ਅਗਨ ਪ੍ਰੇਮ ਪਲੀਤਾ, ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਕਾਹਦੇ ਨਾਲ ਚਲਾਇਆ? ਅਗਨ ਕਿਥਾਈ, ਬ੍ਰਹਮ ਅਗਨ ਸਹਿਜੇ ਪਰਜਾਲੀ, ਇੱਕੋ ਚੋਟ ਸਜਾਇਆ। ਅੱਗੇ ਆਜੂਗਾ ਇਹ ਵੀ। ਬੇਦੀਲੇ ਚੱਕਰ ਭੁਜੰਗਾ, ਜਿੰਨਾ ਚਿਰ ਹੋ ਗੋਲਾ ਗੋਲ ਹੈ, ਜਿੰਨਾ ਚਿਰ ਸੁਰਾਖ ਨਹੀਂ ਹੁੰਦਾ, ਵੇਦਿਆ ਨਹੀਂ ਜਾਂਦਾ। ਤੇ ਉਹੀ ਦੋ ਕਰਦਾ ਨਾ, ਭਰਮ ਦਾ ਪਰਦਾ ਹੀ ਦੋ ਕਰਦਾ ਨਾ। ਭੇਟੀ ਅਲੇ ਰਾਏ ਨਿਸੰਗਾ, ਬਾ ਭੇਟੀ ਵਾਲੇ ਰਾਏ ਨਿਸੰਗਾ, ਕਿਰਨ ਆ ਗਈ, ਦੋ ਇੱਕ ਹੋ ਗਏ। ਜਿਹਦੀ ਜੋਤ ਆਈ ਆ ਅੰਦਰ, ਜੇ ਸੂਰਜ ਦੀ ਕਿਰਨ ਅੱਖ 'ਚ ਪੈ ਗਈ ਤਾਂ ਸੂਰਜ ਦਿਖ ਜਾਂਦਾ। ਜੇ ਸੂਰਜ ਦੀ ਕਿਰਨ ਅੱਖ ਤੱਕ ਪਹੁੰਚ ਗਈ ਤਾਂ ਸੂਰਜ ਤੱਕ ਪਹੁੰਚ ਜਾਈਦਾ ਹੁੰਦਾ। ਬਸ ਜਿੱਥੇ ਦੀ ਕਿਰਨ ਆਈ ਉੱਥੇ ਦੀ ਨਿਗਾਹ ਵੀ ਚਲੀ ਜਾਂਦੀ ਹੈ। ਭੇਟੀ ਵਾਲੇ ਰਾਏ ਨਿਸੰਗਾ, ਰਾਏ ਕੌਣ ਹੈ? ਜਿਹਦੀ ਕਿਰਨ ਹੈ। ਹਾਂ, ਨਿਸੰਗਾ, ਚੁੱਕੀ ਅਲੇ ਮੋਹ ਮਿਆਸਾ, ਬਸ ਮੋਹ ਮਿਆਸਾ ਚੁੱਗੀ। ਸਸ ਕੀਨੋ ਸੂਰ ਮੋਹ ਮਿਆਸਾ ਨਹੀਂ, ਮੋਹ ਮਈ ਆਸਾ। ਮੋਹ ਮਈ ਆਸਾ ਤੋਂ ਮੈਂ ਆਸਾ ਬਣਿਆ ਹੋਇਆ। ਇਹਦੇ ਨੂੰ ਸਿਆਰੀ ਹੋਣੀ ਹੈ। ਹਾਂਜੀ ਹਾਂਜੀ, ਹਾਂ, ਮੋਹ ਤੋਂ ਪੈਦਾ ਹੋਈ ਜਿਹੜੀ ਆਸ ਹੈ, ਚੁੱਕੀ ਖਤਮ ਹੋ ਗਈ। ਜਿਹੜੀ ਮੋਹ ਕਰਕੇ ਸਾਨੂੰ ਆਸਾਂ ਨੇ ਨਾ, ਉਹ ਸਭ ਨਸ਼ਟ ਹੋ ਗਈ। ਮਾਇਆ ਦੀ ਆਸ ਕੋਈ ਨਹੀਂ ਰਹੀ। ਮਾਇਆ ਮੋਹ ਹੈ ਨਾ, ਮੋਹ ਮਈ ਆਸਾ ਖਤਮ ਹੋ ਗਈ, ਕੋਈ ਲੋੜ ਨਹੀਂ ਰਹੀ। ਚੁੱਕੀ ਲੈ ਮੋਹ ਮਈ ਆਸਾ, ਸਸ ਕੀਨੋ ਸੂਰ ਗਿਰਾਸਾ, ਸਸ ਕੀਨਾ ਸੂਰ ਗਿਰਾਸਾ। ਸੂਰ ਗਰਾਸਾ। ਹੁਣ ਇੱਥੇ ਉਲਟ ਕਰਦੇ ਨੇ ਅਰਥ। ਸਸੀ ਨੇ ਸੂਰਜ ਦਾ ਗਰਾਸ ਕਰ ਲਿਆ, ਉਹ ਸਸੀ ਛੋਟਾ ਸੂਰਜ ਬੜਾ, ਉਹ ਗਰਾਸ ਕਿਵੇਂ ਕਰ ਲਿਆ ਬਈ? ਜੇ ਕੋਈ ਕਹੇ ਮੱਛਰ ਨੇ ਹਾਥੀ ਖਾ ਲਿਆ, ਖਾ ਲੂਗਾ? ਪਾਗਲ ਹੈ ਕਹਿਣ ਵਾਲਾ, ਤਾਂ ਸਿੱਧਾ ਹੀ ਪਤਾ ਵੀ ਪਾਗਲ ਹੈ। ਹਾਥੀ ਮੱਛਰ ਖਾ ਜੂਗਾ, ਇਹਦਾ ਮਤਲਬ ਸੂਰਜ ਬੜਾ ਹੈ, ਚੰਦ ਛੋਟਾ। ਚੰਦ ਤਾਂ ਸਾਡੀ ਧਰਤੀ ਨੂੰ ਵੀ ਛੋਟਾ ਹੈ। ਚੰਦ ਆਪਣੀ ਧਰਤੀ ਨੂੰ ਛੋਟਾ ਹੈ, ਸੂਰਜ ਆਪਣੀ ਧਰਤੀ ਨੂੰ ਬੜਾ ਹੈ। ਗਰਾਸਾ ਕਿ ਮੈਂ ਕਰ ਲਿਆ। ਉਹ ਮਿਸ਼ਨਰੀ ਇੱਕ ਦਿਨ ਬਹਿਸ ਕਰੇ, ਕੋਈ ਉੱਥੇ
ਅਖੇ ਜੀ ਐ ਪੜੋ ਤਾਂ ਐ ਹੋਊਗਾ ਕਿਵੇਂ ਹੋਊਗਾ? ਆਦਮੀ ਦੇ ਮੂੰਹ ਦਾ ਮੱਛਰ ਪੈ ਜੇ ਅੰਦਰ ਵੀ ਜਾ ਸਕਦਾ। ਆਦਮੀ ਵੱਡਾ, ਮੱਛਰ ਛੋਟਾ। ਸੱਪ ਵਗੈਰਾ ਤਾਂ ਮੰਨਦਾ ਵੀ ਛੋਟੀ ਚੀਜ਼ ਨੂੰ ਨਿਕਲ ਲੂ। ਜੇ ਸੱਪ ਨੂੰ ਕਹੇ ਹਾਥੀ ਨਿਕਲ ਗਿਆ, ਹਾਥੀ ਨੂੰ ਸੱਪ ਨਿਕਲ ਗਿਆ, ਕਿਵੇਂ ਮੰਨ ਲਾਂਗੇ? ਹਾਥੀ ਨਹੀਂ ਨਿਕਲ ਸਕਦਾ ਸੱਪ। ਸੱਪ ਛੋਟਾ ਹੈ, ਹਾਥੀ ਵੱਡਾ ਉਹਦੇ ਨਾਲ। ਸਸੀ ਦਾ ਗਰਾਸ ਸੂਰਜ ਨੇ ਕਰ ਲਿਆ। ਉਹ ਕਿਵੇਂ ਕਰ ਲਿਆ? ਜਿਵੇਂ ਦੀਵਾ ਜਲਦਾ ਤਾਂ ਸਾਡੇ, ਅਸੀਂ ਮੋਮਬੱਤੀ ਜਾਲ ਲਈ, ਬਿਜਲੀ ਚਲੀ ਗਈ, ਅਚਾਨਕ ਮੋਮਬੱਤੀ ਜਾਲਣੀ ਪੈ ਗਈ। ਲਾਈਟਾਂ ਬਥੇਰੀਆਂ ਸੀ, ਟਿਊਬਾਂ ਘਰ ਸਟ੍ਰੋਂਗ ਲਾਈਟਾਂ ਸੀ, ਅਚਾਨਕ ਬਿਜਲੀ ਆ ਗਈ ਤਾਂ ਮੋਮਬੱਤੀ ਦਾ ਚਾਨਣ ਕਿੱਥੇ ਗਿਆ? ਜਿਹੜੀਆਂ ਸਟ੍ਰੋਂਗ ਲਾਈਟਾਂ ਦੀਆਂ ਉਹਨਾਂ ਨੇ ਨਿਗਲ ਲਿਆ ਵਿੱਚ। ਆਹ ਗੱਲ ਹੈ। ਚੰਦਰਮਾ ਸੀਗਾ ਜਾਂ ਸੂਰਜ ਚੜਿਆ, ਚੰਦਰਮਾ ਦਾ ਗਰਾਸ ਕਰ ਲਿਆ, ਮਤਲਬ ਉਹ ਬੇਅਸਰ ਹੋ ਗਿਆ ਚੰਦਰਮਾ। ਚੰਦਰਮਾ ਦੀ ਜੋਤ ਵਿੱਚ ਹੀ ਆਪਣੇ ਨਿਗਲ ਲਈ। ਹਾਂ ਉਹੀ ਕਹਿ ਰਿਹਾ, ਜੋਕਰ ਸੂਰਜ ਨਿਕਲਿਆ, ਤਾਰੇ ਛੁਪੇ, ਹਨੇਰ ਪਲੋਆ। ਸੂਰਜ ਨਾਲੇ ਹੈ ਨਾ, ਚੰਦ ਤਾਰੇ ਛੁਪ ਗਏ। ਇਹ ਤਾਂ ਕਹਿੰਦਾ ਉਹ ਚੰਦ ਨਹੀਂ, ਪਰ ਕਹਿੰਦਾ ਤਾਰੇ ਛੁਪੇ ਕਹਿੰਦਾ। ਇਹ ਚੰਦ ਕਹਿੰਦਾ ਫਿਰ ਨਾ ਫਿਰ ਜਿਹੜੇ 14 ਕਲਾ 16 ਕਲਾ ਵਾਲੇ ਅਵਤਾਰ ਨੇ ਹੋ ਜਾਂਦੇ ਸੀ ਉਹਦੇ। ਹਿੰਦੂ ਆ ਕੇ ਮੈਂ ਕਹਿੰਦਾ ਗੱਲ, 14 ਕਲਾ 16 ਕਲਾ ਵਾਲੇ ਅਵਤਾਰ ਜਾਂਦੇ ਸੀ। ਫਿਰ ਉਹ ਕ੍ਰਿਸ਼ਨ ਔਰ ਰਾਮਚੰਦਰ ਦੋਏ ਤਾਰੇ ਹੀ ਕਹਿ ਰਿਹਾ ਕੱਲ। ਜਾਂ ਸੂਰਜ ਨਿਕਲਿਆ, ਚੰਦ ਤਾਰੇ ਦੋਏ ਜਾਂਦੇ ਨੇ। ਰਿਸ਼ੀ ਮੁਨੀਆਂ ਦੀਆਂ ਗੱਲਾਂ ਔਰ ਅਵਤਾਰਾਂ ਦੀਆਂ ਗੱਲਾਂ ਦੋਏ ਚਲੀਆਂ ਜਾਂਦੀਆਂ, ਦੋਏ ਖਤਮ। ਸਿਮਰਤ ਸ਼ਾਸਤਰ ਫਿਰ ਪੁਰਨ ਪਾਪ ਵਿਚਾਰ ਦੇ ਲੱਗਦੇ ਨੇ। ਸੋਨਾਰ ਮੋਰਜਾ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾ, ਖੋਜਦੇ ਹੀ ਨਾ ਮਿਲਿਆ ਨਹੀਂ ਹੈ। ਹੋ ਗਿਆ ਨਾ ਗਰਾਸਾ, ਆਪੇ ਛੁਪ ਗਏ। ਉਹਨਾਂ ਦੀ ਗੱਲ ਬੇਅਸਰ ਹੋ ਗਈ, ਕਿਉਂਕਿ ਉਹ ਗੱਲ ਬੇਅਸਰ ਹੋ ਗਈ ਸੀ ਇਹਨਾਂ ਦੀ ਸਿਮਰਤ ਸ਼ਾਸਤਰ ਦੀ। ਉਹਦੇ ਕਰਕੇ ਤੜਫਦਾ ਪੰਡਤ ਵੀ ਇਹਨੂੰ ਬੇਅਸਰ ਨਹੀਂ ਹੋਣ ਦੇਣਾ। ਇਹਦੇ ਸਿਰ ਤੇ ਤਾਂ ਰੋਟੀ ਚੱਲਦੀ ਹੈ, ਇਹਦੇ ਸਿਰ ਤੇ ਤਾਂ ਮੰਦਰ ਚੱਲਦੇ ਨੇ ਉਹਨਾਂ ਦੇ, ਇਹਦੇ ਸਿਰ ਤਾਂ ਇੰਨੀ ਪਬਲਿਕ ਰੋਟੀ ਖਾਂਦੀ ਹੈ, ਇਹਦੇ ਸਿਰ ਤੇ ਤਾਂ ਮੌਜਾਂ ਕਰਦੇ ਨੇ, ਹਜ਼ਾਰਾਂ ਕੁਇੰਟਲ ਸੋਨਾ ਇਕੱਠਾ ਕੀਤਾ ਹੋਇਆ। ਇਹਨੂੰ ਕਿਵੇਂ ਕਹਿ ਦੇਣਗੇ ਉਹ ਵੀ ਠੀਕ ਨਹੀਂ? ਉਹ ਨਹੀਂ ਕਿਸੇ ਕੀਮਤ ਤੇ ਮੰਨਦੇ ਇਸ ਗੱਲ ਨੂੰ। ਤੇ ਗੁਰਬਾਣੀ ਇਹਨਾਂ ਗੱਲਾਂ ਦਾ ਵਿਰੋਧ ਕਰਦੀ ਹੈ। ਦੱਸੇ ਕੌਣ? ਇਸ ਐਂਗਲ ਤੋਂ ਕਿਸੇ ਨੇ ਗੁਰਬਾਣੀ ਦੇ ਅਰਥ ਬਦਲ ਕੇ ਆਪਣੇ ਵਾਲੇ ਕਰ ਲੈਂਦੇ ਨੇ। ਉਹ ਆਹ ਕਰਦੇ ਨੇ ਸ਼ਰਾਰਤ। ਪੈਸਾ ਕਿੰਨਾ ਖਰਚ ਹੋ ਜਾਵੇ ਉਹਨਾਂ ਦਾ, ਪੈਸਾ ਉਹਨਾਂ ਕੋਲ ਬਥੇਰਾ, ਪੈਸਾ ਬੇਅੰਤ ਖਰਚ ਕਰਦੇ ਨੇ ਉਹ। ਗੁਰਬਾਣੀ ਕਿਸੇ ਤਰੀਕੇ ਨਾਲ ਹਾਈਲਾਈਟ ਨਾ ਹੋ ਜਾਵੇ। ਜੇ ਹਾਈਲਾਈਟ ਹੋ ਗਈ ਉਹਨਾਂ ਦਾ ਕੀ ਹੈ? ਉਹਨਾਂ ਦਾ ਤਾਂ ਇੱਕ ਪੈਸਾ ਮਤਲਬ ਹੈ 1% ਵੀ ਪੈਸਾ ਨਹੀਂ ਲੱਗਦਾ। 100 ਰੁਪਈਏ ਦਾ ਜੇ ਇੱਕ ਪੈਸਾ ਕੱਢਣ, 100 ਰੁਪਈਏ ਦੇ ਵਿੱਚੋਂ ਇੱਕ ਝੜਾ ਵਿੱਚ ਇੱਕ ਪੈਸਾ ਕੱਢਣ, ਉਹਨਾਂ ਵੀ ਨਹੀਂ ਖਰਚ ਹੁੰਦਾ ਗੁਰਮਤਿ ਵਿਰੁੱਧ। ਸਾਰੇ ਸੰਤਾਂ ਦਾ ਭੱਠਾ ਬਹਿ ਜਾਊਗਾ। ਜਿੰਨੇ ਧਰਮ ਦੇ ਉੱਤੇ ਸਟੰਟ ਹੋਏ ਨੇ ਸਾਰੇ ਹੀ ਖਤਮ ਹੁੰਦੇ ਨੇ ਜੇ ਗੁਰਮਤਿ ਪ੍ਰਕਾਸ਼ ਬਾਹਰ ਆ ਜੇ। ਇਸ ਕਰਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਸੀ, ਖਤਰਾ ਹੋ ਗਿਆ ਸੀ ਵੀ ਹੁਣ ਨਹੀਂ ਰਹਿ ਸਕਦਾ ਧਰਮ, ਨਾ ਇਸਲਾਮ ਰਹੇ ਨਾ ਹਿੰਦੂ ਰਹੇ। ਉਹ ਖਤਰੇ ਕਰਕੇ ਸਾਰਾ ਕੁਝ ਕੀਤਾ ਗਿਆ। ਬਾਅਦ ਚ ਜਿਹੜਾ ਕਹਿੰਦਾ ਸੀ ਲਖਪਤ ਔਰ ਜਸਪਤ ਵੀ ਇੱਕ ਖਤਰੀ ਨੇ ਪੈਦਾ ਕੀਤਾ ਧਰਮ, ਸਿੱਖੀ ਦੂਆ ਖਤਰੀ ਖਤਮ ਕਰੂਗਾ, ਖਤਰੀ ਦਾ ਮੂਹਰੇ ਕਰਤਾ ਉਹਨੇ। ਇਹ ਤਾਂ ਬਹੁਤ ਬੜਾ ਖਤਰੇ ਵਾਲੀ ਗੱਲ ਹੈ। ਧਰਮ ਦੂਏ ਧਰਮ ਨਹੀਂ ਰਹਿ ਸਕਦੇ, ਝੂਠ ਨਹੀਂ ਰਹਿ ਸਕਦਾ, ਸੱਚ ਹੈ ਨਾ।
ਹੁਣ ਝੂਠੀ ਹੈ ਕੂੜ ਫਿਰੇ ਪ੍ਰਧਾਨ ਵੇ ਲਾਲੋ। ਕੂੜ ਦੀ ਪ੍ਰਧਾਨਤਾ ਖਤਮ ਹੋਊ। ਕੂੜ ਕਿਵੇਂ ਕਹਿ ਦੂਗਾ? ਕੂੜਿਆਰ ਕਿਵੇਂ ਕਹਿ ਦੇਣਗੇ ਸਾਡੀ ਪ੍ਰਧਾਨਤਾ ਖਤਮ ਹੋਵੇ? ਲੜਾਈ ਪ੍ਰਧਾਨਤਾ ਦੀ ਹੈ। ਖਾਲਸੇ ਦਾ ਰਾਜ ਦਾ ਮਤਲਬ ਇਹ ਤਾਂ ਸੀ ਵੀ ਸੱਚ ਦਾ ਰਾਜ ਹੋ ਜਾਏ, ਕੂੜ ਦਾ ਰਾਜ ਚਲਾ ਜਾਵੇ। ਸੰਸਾਰੀ ਰਾਜ ਦੀ ਤਾਂ ਗੱਲ ਨਹੀਂ ਸੀ। ਸੱਚ ਦਾ ਰਾਜ ਹੋ ਜਾਵੇ, ਕੂੜ ਦਾ ਰਾਜ ਚਲਾ ਜਾਵੇ, ਗੁਰਮਤਿ ਦਾ ਪ੍ਰਗਾਸ ਹੋ ਜਾਵੇ, ਪਖੰਡਵਾਦ ਦਾ ਨਾਸ ਹੋ ਜਾਵੇ। ਕਹਿਣ ਨੂੰ ਤਾਂ ਸਾਰੇ ਕਹਿੰਦੇ ਨੇ ਰਾਵਣ ਮਾਰਿਆ, ਸੱਚ ਦੀ ਜਿੱਤ ਹੋਈ ਹੈ ਝੂਠ ਤੇ, ਕਹਿੰਦੇ ਨੇ, ਪਰ ਜਸਟੀਫਾਈ ਕਰਕੇ ਦਿਖਾਉਣ। 4 ਵੇਦ ਦਾ ਗਿਆ ਤਾਂ ਰਾਵਣ, ਵੇਦਾਂ ਨੂੰ ਝੂਠੇ ਸਾਬਤ ਕਰਨ। ਉਹ ਤਾਂ ਰਾਮਚੰਦਰ ਨਾਲ ਜੋੜਦਾ ਇਹਨਾਂ ਨੇ ਵੀ ਸੰਭੂਕ ਰਿਸ਼ੀ ਦਾ ਵੱਧ ਕੀਤਾ ਉਹਨੇ, ਵੀ ਤੈਂ ਭਗਤੀ ਕਿਉਂ ਕੀਤੀ, ਤੂੰ ਹਰੀਜਨ ਸੀ। ਉਹਨੂੰ ਅਪਰਾਧੀ ਦਿਖਾਇਆ। ਬਾਲੀ ਨੂੰ ਲੋਕੇ ਮਾਰਿਆ ਉਹਨੇ ਧੋਖੇ ਨਾਲ, ਉਹ ਤਾਂ ਇਲਜ਼ਾਮ ਲੱਗੇ ਹੋਏ ਨੇ। ਇਹ ਪਾਂਡਵਾਂ ਨੇ ਸ਼ੁਰੂ ਲੜਾਈ ਕਿੱਥੋਂ ਹੋਈ? ਦ੍ਰੋਪਦੀ ਨੇ ਵਿਹੜਾ ਮਾਰਿਆ, ਸ਼ੁਰੂ ਤਾਂ ਉੱਥੋਂ ਹੀ ਹੈ ਨਾ। ਕਿ ਚੰਗੀ ਗੱਲ ਸੀ ਦ੍ਰੋਪਦੀ ਨੇ ਕਹਿੰਦ ਗਏ, ਉਹ ਇਗਨੋਰ ਕਰਤੀ ਗੱਲ। ਹੁਣ ਲਿਖਾਰੀ ਦੇ ਉੱਤੇ ਹੈ ਤਾਂ ਜਿੱਧਰ ਉਹਨੇ ਜਿਹਨੂੰ ਜਿਤਾਉਣਾ। ਫਿਲਮ ਦੇ ਵਿੱਚ ਹੀਰੋ ਹੁੰਦਾ, ਸਾਰਿਆਂ ਨੂੰ ਕੁੱਟੀ ਜਾਂਦਾ, ਉਹਨੂੰ ਕੱਖ ਨਹੀਂ। ਜੇ ਉਹਨੂੰ ਮਾਰਤਾ ਫਿਲਮ ਖਤਮ ਹੋਊਗੀ, ਫਿਰ ਉਹਨੂੰ ਮਰਿਆ ਨਹੀਂ ਦਿਖਾ ਸਕਦੇ ਹੁੰਦੇ। ਉਹ ਤਾਂ ਮੁੱਦਾ ਹੀ ਕਰ, ਜਾਂ ਹੀਰੋ ਹੀ ਮਰ ਗਿਆ ਅੱਗੇ ਫਿਲਮ ਕਿਵੇਂ ਚੱਲੂ? ਇਹ ਤਾਂ ਫਿਲਮਾਂ ਬਣਾਈਆਂ ਹੋਈਆਂ ਨੇ ਇਹਨਾਂ ਨੇ, ਹੀਰੋ ਨੂੰ ਦਿਖਾਈ ਜਾਣਾ। ਹਾਂਜੀ, ਜਬ ਕੁੰਭਕ ਭਰਪੁਰ ਲੀਨਾ ਤੈ ਬਾਜੇ ਅਨਹਦ ਵੀਣਾ। ਜਦ ਕੁੰਭਕ ਭਰਪੂਰ ਲਿਆ ਕੀ ਹੈ? ਜਿੰਨਾ ਚਿਰ ਸੁਰਾਖ ਨਹੀਂ ਨਾ ਹੋਇਆ ਭੁਜੰਗਾ, ਉਹਨਾਂ ਚਿਰ ਹੋਰ ਗਿਆਨ ਨਹੀਂ ਪੈਂਦਾ ਅੰਦਰ। ਅਸਲ ਜੇ ਸੰਤੋਖ ਦੇ ਦਾਇਰੇ 'ਚ ਆ ਕੇ ਗਿਆਨ ਵਧਣਾ, ਭਗਤੀ ਉਦੋਂ ਸ਼ੁਰੂ ਹੋਣੀ ਹੈ। ਤਿੰਨ ਲੋਕ ਦਾ ਗਿਆਨ ਥੋੜਾ ਹੈ। ਅਜੋ ਕੜਾ ਭਰ ਕੇ ਉੱਤੇ ਦੀ ਡੁੱਲੇ ਉਛੜੇ, ਫੇਰ ਬਾਹਰਲਾ ਜਿਹੜਾ ਹੈ ਨਾ ਭਰਵਾਂ ਦਾ ਨਾਸ ਹੋਣਾ, ਫਿਰ ਖੁਰ ਜਾਣਾ। ਜੇ ਘੜੇ 'ਚ ਪਾਣੀ ਪਾ ਦਈਏ ਨਾ, ਕੱਚਾ ਵੀ ਹੋਵੇ, ਚਲੋ ਸੁੱਕਾ ਹੋਵੇ, ਕੋਈ ਚਿਰ ਪਿਆ ਰਹੂ। ਪਰ ਜੇ ਉੱਤੇ ਦੀ ਡੁੱਲਣ ਲੱਗ ਜੇ ਭਰ ਕੇ, ਸਾਰੇ ਮਿੱਟੀ ਖਰ ਜੂਗੀ, ਪਾਣੀ ਨੂੰ ਖਾਰ ਦੂ। ਪਾਣੀ ਦਾ ਪੱਥਰ ਨੂੰ ਖਾਰ ਦਿੰਦਾ, ਜਲਦੀ ਜਾਊਗਾ। ਫਿਰ ਜਦ ਕੁੰਭਕ ਭਰਪੂਰ ਲੀਨਾ, ਕਿਉਂਕਿ ਸੁਰਾਖ ਜੋ ਹੋ ਗਿਆ, ਜਿੰਨਾ ਚਿਰ ਸੁਰਾਖ ਨਹੀਂ ਹੁੰਦਾ ਵਿੱਚ ਉਹਨਾਂ ਚਿਰ ਗਿਆਨ ਨਹੀਂ ਜਾ ਸਕਦਾ ਅੰਦਰ। ਜਿੰਨਾ ਚਿਰ ਗੁਰਬਾਣੀ ਮੰਨਦੇ ਨਹੀਂ, ਮੰਨਦਾ ਉਹ ਜਿਹਦੇ ਸੁਰਾਖ ਹੋ ਗਿਆ, ਉਹਦਾ ਚੱਕਰ ਭੁਜੰਗਾ ਵੇਦਿਆ ਗਿਆ, ਨਹੀਂ ਅੰਦਰ ਜਾਂਦਾ ਹੀ ਨਹੀਂ ਕੁਛ, ਮਨਮੁਖ ਦੇ ਅੰਦਰ ਜਾਂਦਾ ਹੀ ਨਹੀਂ ਕੁਛ। ਜੇ ਕੋ ਖਾਵਾ ਜੇ ਕੋ ਪੁੱਛਾ ਤਸਕਾ ਹੋਏ, ਖਾਉ ਤਾਂ ਹੀ ਜਦ ਅੰਦਰ ਨੂੰ ਜਾਊ। ਜੇ ਸਰੀਰ ਦੇ ਵਿੱਚ ਸੁਰਾਖੇ ਨਾ ਹੋਵੇ, ਅੰਦਰ ਕੀ ਚਲਾ ਜਾਊਗਾ? ਮੂਰਤੀ ਦਾ ਕੋਈ ਸੁਰਾਖ ਨਹੀਂ। ਸਾਡੇ ਸੁਰਾਖ ਹੈ, ਨੱਕ ਦਾ ਸੁਰਾਖ ਹੈ, ਮੂੰਹ ਦਾ ਸੁਰਾਖ ਹੈ, ਹਲਕਾ ਅੰਦਰ ਜਾਣ ਨੂੰ ਜਗ੍ਹਾ ਤਾਂ ਜਾਂਦਾ। ਤੇ ਜਿੰਨਾ ਜੇ ਅਸੀਂ ਜਗ੍ਹਾ ਨਹੀਂ ਦਿੰਦੇ ਅੰਦਰ, ਵਿਰੋਧ ਕਰਦੇ ਗੁਰਬਾਣੀ ਦਾ, ਉਹਨਾਂ ਚਿਰ ਗਿਆਨ ਅੰਦਰ ਕਿਵੇਂ ਚਲਾ ਜਾਵੇ? ਜੇ ਘੜਾ ਮੂਧਾ ਮਾਰ ਕੇ ਰੱਖ ਦਈਏ, ਪਾਣੀ ਬਾਰਿਸ਼ ਪਿਆ ਰਹੇ ਸਾਰੀ ਜ਼ਿੰਦਗੀ, ਘੜਾ ਦਾ ਮੂਧਾ ਇਹ ਉੱਤੋਂ ਢਕਿਆ ਹੋਇਆ, ਪਊ ਕਿਵੇਂ ਕੁਛ? ਭਰੂ ਕਿਵੇਂ? ਕੁੰਭਕ ਭਰਪੂਰ ਲੈਣਾ, ਜਦੋਂ ਕੁੰਭ ਭਰ ਗਿਆ ਨਾ, ਹਿਰਦਾ ਸਾਰਾ ਭਰ ਗਿਆ, ਗਿਆਨ ਦੀ ਭੁੱਖ ਮਿਟ ਗਈ, ਭਰਮ ਦਾ ਨਾਸ ਹੋ ਗਿਆ, ਤਾਂ ਬਾਜੀ ਲੈ ਅਨਹਦ ਬਾਜੇ ਅਨਹਦ ਵੀਣਾ। ਬਸ ਸ਼ਬਦ ਗੁਰੂ ਪ੍ਰਗਟ ਹੋ ਗਿਆ। ਅਨਹਦ ਵੀਣਾ, ਹਾਂ, ਅਨਹਦ ਨਾਦ ਫਿਰ ਪ੍ਰਗਟ ਹੁੰਦਾ। ਆਪਣੀ ਹੱਡ ਬੀਤੀ ਦੱਸ ਰਿਹਾ ਕਬੀਰ, ਜਦੋਂ ਮੇਰਾ ਸਾਰਾ ਗਿਆਨ ਭਰ ਕੇ ਮੈਨੂੰ ਕੋਈ ਸ਼ੰਕਾ ਨਹੀਂ ਰਹੀ, ਸਿਮਰਤ ਸ਼ਾਸਤਰਾਂ ਨੇ ਜਿੰਨੀਆਂ ਸ਼ੰਕਾਵਾਂ ਖੜੀਆਂ ਕੀਤੀਆਂ ਤੇ ਸਭ ਦੂਰ ਹੋ ਗਈਆਂ।
ਜਿੰਨੀਆਂ ਵਿਦਵਾਨਾਂ ਨੇ ਸ਼ੰਕਾਵਾਂ ਪਾਈਆਂ ਹੋਈਆਂ ਸਭ ਦੂਰ ਹੋ ਗਈਆਂ, ਸੁਲਝਾ ਲੀਆਂ, ਸਿਮਰਤ ਸ਼ਾਸਤਰ ਸੋਧ ਲਏ ਸਾਰੇ। ਫੇਰ ਆਨੰਦ ਵੀਣਾ ਪ੍ਰਗਟ ਹੋਈ ਹੈ ਅੰਦਰੋਂ। ਫੇਰ ਆ ਗੱਲ ਲਿਖੀ ਹੈ, ਫੇਰ ਪੰਡਤ ਨੂੰ ਮੂਰਖ ਕਹਿ, ਮੂਰਖ ਪੰਡਤ ਹਕਮਤ ਹੁਜਤ ਸੰਜੇ ਧਰੇ ਪਿਆਰ। ਇਹ ਤਾਂ ਕਿਹਾ ਬਈ ਇਹਨੇ ਕਲਾ ਮਾਇਆ ਦੇ ਪਿਆਰ ਵਾਸਤੇ ਰਾਜੇ ਦੀ ਗੱਲ ਮੰਨ ਕੇ ਸਾਰਾ ਪੱਟੀ ਬੇਸ ਕਰਤੀ, ਵੇਦ ਤੋਂ ਖਿਲਾਫ ਧਰਮ ਲਿਖਤਾ। ਆ ਮਤਲਬ ਹੈ ਪੰਕਤੀ ਦਾ। ਮੂਰਖ ਪੰਡਤ ਹਕਮਤ ਹੁਜਤ, ਆਪਣੀ ਜਿਹੜੀ ਮੱਤ ਸੀ ਨਾ, ਚਲਾਕੀ ਨਾਲ ਸਾਰਾ ਧਰਮ ਵਿਗਾੜਤਾ। ਹੁਜਤਾਂ ਵਾਲੇ ਪ੍ਰਮਾਣ ਕਰ ਦਿੱਤੇ ਨੇ। ਹੁਜਤਾਂ ਉਹ ਹੁਜਤੇ ਸੀ ਜਿਹਨਾਂ ਲਿਖਿਆ ਵੀ ਕੀ ਜੇ 10 ਗ੍ਰੰਥ ਨਾ ਹੋਵੇ, ਜੇ 10 ਗ੍ਰੰਥ ਨਾ ਹੋਵੇ ਕੀ ਬ੍ਰਹਮ ਗਿਆਨ ਨਹੀਂ ਹੋ ਸਕਦਾ। ਇਹ ਹੁਜਤ ਹੈ, ਹੁਜਤ ਹੈ। ਹੋ ਸਕਦਾ ਕੱਲੀ ਕਬੀਰ ਦੀ ਬਾਣੀ ਤੋਂ ਹੋ ਸਕਦਾ, ਬਾਕੀ ਛੱਡ ਦਈਏ। ਕਬੀਰ ਕੋਲੇ ਪਿਆ ਬ੍ਰਹਮ ਗਿਆਨ, ਤਾਂ ਬਾਕੀ ਛੱਡ ਦੇਣਾ ਸਾਰਾ ਹੀ। ਕੱਲ ਨੂੰ ਇਹ ਸਵਾਲ ਠਾਰ ਦਿਓ, ਅੱਜ ਤੇਰੀ ਗੱਲ ਮੰਨ ਲਈਏ, ਕੱਲ ਨੂੰ ਤੇਰਾ ਹੀ ਭਾਈ ਕੋਈ ਸਵਾਲ, ਕਿਉਂਕਿ ਐਸੇ ਸ਼ੈਤਾਨ ਆਦਮੀ ਨੇ, ਸ਼ੈਤਾਨ ਨੇ ਇਹ ਕਿਸੇ ਤਰੀਕੇ ਨਾਲ ਇਹ ਗੱਲ ਥੋੜੀ ਜਿਹੀ ਮੰਨ ਲੈਣ, ਬਾਈਬਲ ਮਾ ਰਹਿਣੇ ਕੱਖ ਨਾ ਲਈਏ ਇਹਨਾਂ ਦਾ। ਸਾਰੇ ਵਿਰੋਧੀ ਨੇ ਗੁਰਮਤਿ। ਹੁਣ ਇੰਨਾ ਕੁਛ ਜਿਹੜਾ ਲਿਖਿਆ ਕਿ ਉਹਦੇ ਤੇ ਇਹਨਾਂ ਤੇ ਉਹਦਾ ਕੀ ਅਸਰ ਪਿਆ? ਇਹਨਾਂ ਤੇ ਕੋਈ ਅਸਰ ਨਹੀਂ। ਜਿਹੜਾ ਆਦਮੀ ਵਿਰੋਧ 'ਚ ਖੜਾ ਹੋਵੇ ਉਹ ਤੇ ਕਾਹਤੇ ਅਸਰ ਪਊਗਾ? ਇਹ ਤਾਂ ਗੁਰਮਤਿ ਤੋਂ ਜਾਬੜੂ ਵਿਰੋਧੀ ਨੇ, ਪਿਛਲੇ ਜਨਮਾਂ ਦੇ ਵਿਰੋਧੀ ਨੇ, ਇਹਨਾਂ ਦੇ ਪਿਓ ਦਾਦੇ ਪਿੱਛੇ ਤੋਂ ਲੈ ਕੇ ਵਿਰੋਧ ਕਰਦੇ ਆਏ। ਇਹ ਤਾਂ ਹਰਨਾਕ ਵਾਲੀ ਗੱਲ ਹੈ ਇਹਨਾਂ ਦੀ। ਤਾਂ ਜਿਵੇਂ ਹਰਨਾਕ ਦੁਸ਼ਟ ਹਰ ਮਾਰਿਆ, ਇਹ ਤਾਂ ਉਹ ਨੇ। ਪ੍ਰਹਲਾਦ ਕੁਛ ਕਹਿ ਰਿਹਾ, ਹਰਨਾਕ 'ਚ ਮੰਨੀ ਰਿਹਾ। ਇਹਨਾਂ ਦੇ ਮਾਰੇ ਪਊਗੀ ਹੋਰ ਕਾਹਦੀ ਹੈ? ਹਾਂਜੀ, ਜਦ ਕੁੰਭਕ ਭਰਪੁਰ ਲੀਣਾ ਤੈ ਬਾਜੇ ਅਨਹਦ ਵੀਣਾ। ਤੈ ਬਾਜੇ ਅਨਹਦ ਵੀਣਾ। ਫਿਰ ਸ਼ਬਦ ਗੁਰੂ ਅੰਦਰੋਂ ਪ੍ਰਗਟ ਹੁੰਦਾ। ਵਕਤੇ ਵਕ ਸ਼ਬਦ ਸੁਣਾਇਆ, ਸੁਣਤੇ ਸੁਣ ਮਨ ਬਸ ਆਇਆ। ਮਨ ਬਸਾਇਆ, ਬਸਾਇਆ। ਫਿਰ ਜਿਹੜਾ ਸ਼ਬਦ ਆਇਆ, ਤੁਰਕੀ ਬਾਣੀ ਆਈ ਨਾ। ਉਹਨੇ ਕਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਆਈ ਨਾ। ਫਿਰ ਭਗਤ ਨੇ ਕੀ ਕੀਤਾ? ਤੈਸੜਾ ਕਰਿਆ ਗਿਆਨ, ਤੈਸੜਾ ਕਰੀ ਵਿਗਿਆਨ ਵੇ ਲਾ ਲਓ। ਉਹਨੇ ਬਾਕੇ ਬੋਲ ਕੇ ਫਿਰ ਸੁਣਾਇਆ ਵੀ ਭਾਈ ਆਹ ਮੈਸੇਜ ਹੈ। ਤੁਰਕੀ ਬਾਣੀ ਦਾ ਜੋ ਮੈਸੇਜ ਆਇਆ, ਤੁਰਕੀ ਬਾਣੀ ਦਾ ਜੋ ਸੁਨੇਹਾ ਆਇਆ ਪਬਲਿਕ ਵਾਸਤੇ ਵੀ ਆਹ ਨਹੀਂ ਭਾਈ ਤਪ ਆਏ, ਜਪ ਆ ਨਹੀਂ ਜਪ ਆਏ, ਨਾਮ ਆ ਨਹੀਂ ਆਏ, ਜਪੀ ਦਾ ਐ ਹੁੰਦਾ। ਸਾਰੀ ਗੱਲ ਅਲੱਗ ਕਿਸਮ ਦੀ ਹੈ ਗੁਰਬਾਣੀ 'ਚ। ਸਾਰਾ ਰੋਲ ਕਚੌੜਾ ਇਹਨਾਂ ਦਾ ਪਾਇਆ ਹੋਇਆ। ਜਿਹੜੇ ਗੁਰਮਤਿ ਵਿਰੋਧੀ ਨੇ, ਸਾਰੀਆਂ ਬੱਤਾਂ ਉਹਨਾਂ ਦੀਆਂ ਬਣਾਈਆਂ ਹੋਈਆਂ ਨੇ। ਸਾਰੀਆਂ ਬੱਤਾਂ ਹੀ ਉਹ ਨੇ ਜਿਹੜੀਆਂ ਤੇਰੀਆਂ ਚਰਿੱਤਰਾਂ ਦੇ ਵਿੱਚ ਡਿਸਕ੍ਰਾਈਬ ਕੀਤੀਆਂ ਹੋਈਆਂ ਬੱਤਾਂ ਨੇ। ਉਹ ਸਾਰੀਆਂ ਬੱਤਾਂ ਉਹੀ ਨੇ। ਅੰਗਰੇਜ਼ਾਂ ਦੇ ਜਿਹੜੇ ਸਾਰੇ ਇਹ ਨੇ, ਪਾਦਰੀ ਨੇ, ਉਹਨਾਂ ਤੇ ਕਿਹੜੇ ਇਲਜ਼ਾਮ ਲੱਗਦੇ ਨੇ? ਉਹ ਜਿਹੇ ਨੇ ਜਿਹੜੀਆਂ ਬੱਤਾਂ ਉਹਦੇ 'ਚ ਕੀਤੀਆਂ ਹੋਈਆਂ ਨੇ। ਉਹ ਜਿਹੇ ਇਲਜ਼ਾਮ ਨੇ। ਉਹ ਅਖਬਾਰਾਂ 'ਚ ਨਹੀਂ ਆ ਰਹੀਆਂ ਉਹ ਗੱਲਾਂ, ਸਾਰੇ ਲੋਕ ਸੁਣ ਨਹੀਂ ਰਹੇ। ਕਿੱਥੋਂ ਵਾਲੇ ਧਰਮ 'ਚ ਆ ਰਹੀਆਂ ਨੇ? ਉਹ ਵੀ ਤਾਂ ਆ ਰਹੀਆਂ ਨੇ। ਇਸ ਕਰਕੇ ਧਰਮ ਨਾਲ ਰਿਲੇਟਡ ਜਿਹੜੀਆਂ ਕੁਰੀਤੀਆਂ ਨੇ ਉਹਦਾ ਗਿਆਨ ਲੋਕਾਂ ਨੂੰ ਦੇਣਾ ਇਹ ਬਣਦਾ ਹੈ। ਚੋਰੀਆਂ ਦਾ, ਚੋਰਾਂ ਜਾਰਾਂ ਰੱਡੀਆਂ ਲਫ਼ਜ਼ ਨਹੀਂ ਆਦ ਵਿੱਚ ਆਇਆ ਹੈ। ਕਾਹਤੇ ਆਇਆ ਬਈ? ਕੀ ਲੋੜ ਸੀ ਇਹਦੀ? ਚੋਰਾਂ ਜਾਰਾਂ ਰੱਡੀਆਂ ਕੁੱਟੜੀਆਂ ਦੀਵਾਨ, ਇਹ ਜਿਹੜੀਆਂ ਨਾ, ਆਹ ਜਿਹੜੀ ਪੰਕਤੀ ਹੈ ਇਸੇ ਪੰਕਤੀ ਦਾ ਵਿਸਤਾਰ ਹੈ। ਉਹ ਸਾਰੀ ਤ੍ਰਿਆ ਚਰਿੱਤਰ ਇਸ਼ਾਰਾ ਕੀਤਾ ਹੋਇਆ ਇੱਥੇ। ਚੋਰਾਂ ਬਹੁਵਚਨ ਹੈ, ਯਾਰਾਂ ਬਹੁਵਚਨ ਹੈ, ਰੱਡੀਆਂ ਬਹੁਵਚਨ, ਤਿੰਨੇ ਹੀ ਨੇ ਉਹਦੇ ਵਿੱਚ।
ਤਿੰਨੇ ਇਹਦੇ ਵਿੱਚ ਨੇ। ਇਹ ਤਿੰਨਾਂ ਦੇ ਕੁੱਟ ਪੈਂਦੀ ਹੈ ਗੁਰਬਾਣੀ 'ਚ। ਇਹ ਕੁੱਟਵਾਰੀ ਕੀ ਇਹ ਕੁੱਟਵਾਰੀ ਮੇਰੀ ਗੁਰਮਤਿ ਕੁੱਟਦੀ ਹੈ ਤਿੰਨਾਂ ਨੂੰ। ਤਿੰਨਾਂ ਤੇ ਸਰਕਾਰ ਛੇਤਰ ਫੇਰਦੀ ਹੈ। ਸਰਕਾਰ ਇੱਥੇ ਦੀ ਵੀ ਤਾਂ ਤਿੰਨਾਂ ਦੇ ਛੇਤਰ ਫੇਰਦੀ ਹੈ, ਉੱਥੇ ਦੀ ਵੀ ਤਿੰਨਾਂ ਦੇ ਫੇਰਦੀ ਹੈ। ਅਪਰਾਧੀ ਨੇ, ਅਪਰਾਧੀਆਂ ਦੇ ਛੇਤਰੇ ਫਿਰਦਾ ਹੁੰਦਾ। ਹਾਂਜੀ। ਬਗਤੇ ਬਗ ਸ਼ਬਦ ਸੁਣਾਇਆ, ਸੁਣਤੇ ਸੁਣ ਮਨ ਵਸਾਇਆ। ਬਗਤੇ ਨੇ ਜਿਹੜਾ ਉਪਦੇਸ਼ ਸੁਣਾਇਆ ਬੋਲ ਕੇ, ਸੁਣਨ ਵਾਲੇ ਨੇ ਜੇ ਮਨ ਵਿੱਚ ਵਸਾ ਲਿਆ, ਜਿਵੇਂ ਲਹਿਣੇ ਨੇ ਵਸਾ ਲਿਆ, ਗੁਰੂ ਅਮਰਦਾਸ ਨੇ ਵਸਾ ਲਿਆ, ਹੋਰਾਂ ਨੇ ਸੱਤੇ ਬਲਵੰਡ ਨੇ ਵਸਾ ਲਿਆ, ਜਿਨ੍ਹਾਂ ਨੇ ਵੀ ਵਸਾ ਲਿਆ। ਹਾਂ। ਕਰੀ ਕਰਤਾ ਉਤਰ ਸਪਾਰੰਗ, ਕਹੇ ਕਬੀਰਾ ਸਾਰੰਗ। ਬਸ ਉਹ ਪਾਰ ਉਤਰ ਗਿਆ। ਜਿਹਨੇ ਮਨ ਵਸਾ ਲਿਆ ਪਾਰ ਉਤਰ ਗਿਆ, ਭਵ ਸਾਗਰ ਤਰ ਗਿਆ। ਕਈ ਕਬੀਰਾ ਸਾਰੰਗ, ਸਾਰ ਦੀ ਗੱਲ ਕਬੀਰ ਨੇ ਆਖਰੀ ਗੱਲ ਕਹਿ ਦਿੱਤੀ। ਪਤੇ ਦੀ ਗੱਲ ਇਹ ਆ ਵੀ ਜਿਹਨੇ ਮਨ ਵਸਾ ਲਿਆ, ਆਹ ਅਵਸਥਾ ਸੀ ਗੁਰਬਾਣੀ ਰਚੀ ਗਈ। ਉਹਨੇ ਵਾਕਿਆ ਸ਼ਬਦ ਸੁਣਾਇਆ, ਗੁਰਬਾਣੀ 'ਚ ਲਿਖਿਆ ਹੋਇਆ। ਜਿਹਨੇ ਮਨ ਵਿੱਚ ਵਸਾ ਲਿਆ ਉਹ ਪਾਰ ਉਤਰ ਗਿਆ, ਉਹ ਉੱਥੇ ਹੀ ਪਹੁੰਚ ਗਿਆ ਜਿੱਥੇ ਬੋਲਣ ਵਾਲਾ ਸੀ। ਹਾਂਜੀ। ਚੰਦ ਸੂਰਜ ਦੋਏ ਜੋਤ ਸਰੂਪ, ਜੋਤੀ ਅੰਤਰ ਬ੍ਰਹਮ ਅਨੂਪ। ਚੰਦਰ ਸੂਰਜ ਦੀ ਗੱਲ ਕੀਤੀ ਹੈ ਪਿੱਛੇ। ਸਸੀ ਕਿੰਨਾ ਸੂਰ ਗਰਾਸਾ ਕੇ ਹੈ ਨਾ ਪਿੱਛੇ, ਬਈ ਸੂਰਜ ਨੇ ਚੰਦਰਮੇ ਦਾ ਗਰਾਸ ਕਰ ਲਿਆ। ਉਹਦਾ ਪਿਛਲੇ ਵੀ ਇਹ ਕਹਿੰਦੇ ਬਾਹਰਲਾ ਚੰਦ ਸੂਰਜ ਨਾ ਸਮਝ ਲਿਓ, ਤਾਂ ਕਿਹਾ ਹੁਣ ਇਹ ਦੂਜੇ ਸ਼ਬਦ ਦੇ ਵਿੱਚ ਸੂਰਜ ਆ ਚੰਦ ਦੀ ਗੱਲ ਖੋਲੀ ਹੈ। ਕਦੇ ਬਾਹਰਲਾ ਚੰਦ ਸੂਰਜ ਬਣਾ ਲੈਣ। ਇਹ ਦੋਵੇਂ ਜੋਤ ਸਰੂਪ ਨੇ, ਚੰਦ ਔਰ ਸੂਰਜ। ਇਹੀ ਦਾਲ ਹੈ, ਇਸ ਨੂੰ ਦਾਲ ਕਹਿੰਦੇ ਨੇ। ਜਿਹੜਾ ਮਨ ਹੈ ਚੰਦ ਹੈ, ਇਹਦੇ ਕੋਲ ਆਪਣੀ ਜੋਤ ਨਹੀਂ ਹੈ। ਚੰਦਰਮੇ ਵਿੱਚ ਆਪਣੀ ਜੋਤ ਨਹੀਂ ਹੁੰਦੀ, ਸੂਰਜ ਦੀ ਆਪਣੀ ਲਾਈਟ ਹੁੰਦੀ ਹੈ। ਦੋਵੇਂ ਜੋਤ ਸਰੂਪ ਹੈ, ਦੋਵੇਂ ਜੋਤ ਸਰੂਪ ਨੇ, ਚੰਦ ਔਰ ਸੂਰਜ। ਜੋਤੀ ਅੰਦਰ ਬ੍ਰਹਮ ਅਨੂਪ। ਜੋਤੀ ਦੋਹਾਂ ਦੀ ਜਿਹੜੀ ਇੱਕ ਹੋ ਜਾਂਦੀ ਹੈ ਜ਼ਿਆਦਾ, ਫਿਰ ਜੋਤੀ ਹੈ। ਇਹ ਐਂ ਕਹਿ ਲਓ ਜਿਹੜੀ ਲਾਈਟ ਹੈ, ਜੋਤ ਮਨ ਹੈ ਜਿਹੜੀ ਜੋਤੀ ਹੈ। ਜੋਤੀ ਜੋਤ ਵਿੱਚ ਮਿਲਣੀ ਹੈ ਨਾ, ਜੋਤੀ ਛੋਟੀ ਚੀਜ਼ ਦਾ ਨਾਮ ਹੈ, ਔਰ ਜੋਤੀ ਇਸਤਰੀਲਿੰਗ ਲਫ਼ਜ਼ ਹੈ ਨਾ। ਜਿਹੜੀ ਜੋਤ ਮਨ ਜੋਤ ਸਰੂਪ ਹੈ ਨਾ, ਜੋਤ ਵੀ ਇਸਤਰੀਲਿੰਗ ਲਫ਼ਜ਼ ਹੈ, ਜੋਤ ਪੁਲਿੰਗ ਨਹੀਂ ਹੈ ਲਫ਼ਜ਼। ਮੇਰੀ ਜੋਤ ਹੁੰਦਾ, ਤੇਰੀ ਜੋਤ ਹੁੰਦਾ, ਦੀਵੇ ਦੀ ਜੋਤ ਹੁੰਦਾ, ਲਾਈਟ। ਜੋਤੀ ਅੰਦਰ ਕੀ ਹੈ? ਜੋਤੀ ਕਾਹਦੀ ਹੈ? ਜਿਹੜਾ ਬ੍ਰਹਮ ਅਨੂਪ ਹੈ ਉਹੀ ਹੈ ਜੋਤੀ ਅੰਦਰ ਵੀ। ਮਨ ਦੇ ਅੰਦਰ ਕੀ ਹੈ? ਧੁੱਪ ਦੇ ਅੰਦਰ ਕੀ ਹੈ? ਸੂਰਜ। ਧੁੱਪ ਦੇ ਵਿੱਚ ਸੂਰਜ ਹੈ, ਹੋਰ ਕੀ ਹੈ? ਕਾਹਦੀ ਬਣੀ ਹੈ ਧੁੱਪ? ਚਾਨਣ ਕਾਹਦਾ? ਜਿਹੜਾ ਸਾਡੇ ਚਾਨਣ ਬਿਜਲੀ ਦਾ, ਹੁਣ ਉਹ ਜਿਹੜੀ ਤਾਰ 'ਚ ਬਿਜਲੀ ਆਉਂਦੀ ਹੈ ਉਹੀ ਹੈ, ਉਹਦਾ ਰੂਪ ਹੈ। ਉਹ ਖਤਮ ਹੋਈ ਜਾਂਦੀ, ਆਈ ਜਾਂਦੀ ਹੈ, ਮੀਟਰ ਚੱਲਦਾ ਖਤਮ ਹੋਈ ਜਾਂਦੀ ਹੈ, ਲਾਈਟ ਪੈਦਾ ਹੋ ਜਾਂਦੀ ਹੈ। ਬਸ ਇੰਨਾ ਫਰਕ ਹੈ, ਉਹ ਖਤਮ ਨਹੀਂ ਹੁੰਦਾ, ਇਹ ਖਤਮ ਹੋਈ ਜਾਂਦੀ ਹੈ। ਤੇਲ ਜਲੀ ਜਾਂਦਾ, ਖਤਮ ਹੋਈ ਜਾਂਦਾ, ਉਹ ਖਤਮ ਨਹੀਂ ਹੁੰਦਾ। ਉਹ ਇਹ ਜਿਹਾ ਤੱਤ। ਉਹਦਾ ਕੀ ਖਤਮ ਹੁੰਦਾ? ਖਤਮ ਹੁੰਦਾ ਵੀ ਕੁਛ ਹੁੰਦਾ। ਉਹਦਾ ਖਤਮ ਹੁੰਦਾ, ਦੁੱਖ ਖਤਮ ਹੁੰਦੇ ਨੇ। ਦੁੱਖ ਵਿੱਚ ਪਾਇਆ ਤੇਲ, ਉਹਦੇ ਦੁੱਖ ਜਲਦੇ ਨੇ ਜਿਉਂ ਰੋਸ਼ਨੀ ਦਿੰਦਾ। ਜੇ ਕਿਸੇ ਨੂੰ ਗਿਆਨ ਦਈਏ ਗੁਰਮਤਿ ਦਾ, ਤੁਹਾਡੇ ਦੁੱਖ ਜਲਣਗੇ, ਕਹਿਣ ਦਾ ਮਤਲਬ ਇਹ ਹੈ। ਗੁਰਮਤਿ ਦੀ ਜੇ ਕੋਈ ਸੇਵਾ ਕਰਦਾ, ਗਿਆਨ ਦਿੰਦਾ, ਵੇਚਦਾ ਨਹੀਂ ਗਿਆਨ ਨੂੰ, ਫਿਰ ਉਹਦੇ ਦੁੱਖ ਜਲਦੇ ਨੇ। ਜੇ ਗਿਆਨ ਵੇਚਦਾ, ਫਿਰ ਕਲਾ ਕਲੇਸ਼ ਵੱਧਦੀ ਹੈ, ਫਿਰ ਗੁਣ ਗਲ ਜਾਂਦੇ ਨੇ, ਸਗੋਂ ਗੁਣ ਗਲ ਜਾਂਦੇ ਨੇ। ਫਿਰ ਗੁਣ ਗਲ ਜਾਂਦੇ ਨੇ, ਗੁਣ ਗਲਣਗੇ, ਕਲ ਕਲੇਸ਼ ਵੱਧ ਜਾਣਗੇ, ਕਲੇਸ਼ ਵੱਜੂਗਾ ਉਹਦੇ ਅੰਦਰ। ਜੋਤੀ ਅੰਦਰ ਬ੍ਰਹਮ ਅਨੂਪ। ਮਨ ਦੇ ਵਿੱਚ ਕੀ ਹੈ? ਬ੍ਰਹਮ ਅਨੂਪ। ਅਨੂਪ ਕੀ ਹੈ?
ਐਸਾ ਬ੍ਰਹਮ ਹੈ ਜਿਹਦਾ ਰੂਪ ਕਥਨ ਤੋਂ ਪਰੇ ਹੈ, ਜਿਹਦੀ ਰੂਪ ਸੰਸਾਰ 'ਚ ਐਸਾ ਕੋਈ ਚੀਜ਼ ਹੈ ਨਹੀਂ ਜਿਹਦੇ ਨਾਲ ਨੂੰ ਉਪਮਾ ਦੇ ਦਈਏ, ਕੰਪੈਰੀਜ਼ਨ ਕਰ ਦਈਏ, ਜਿਹਦੇ ਮਿਸਾਲ ਦੇ ਦਈਏ ਜਿਹਦੀ ਵੀ ਇਹੋ ਜਿਹਾ, ਉਹਦੀ ਮਿਸਾਲ ਨਹੀਂ ਹੈ ਕੋਈ। ਦੂਜਾ ਉਹਦੇ ਵਰਗਾ ਕੁਛ ਹੈ ਨਹੀਂ। ਜੈਸਾ ਤੂੰ ਤੈਸਾ ਤੁਸੀਂ, ਕਿਆ ਉਪਮਾ ਦੀ ਉਪਮਾ ਨਹੀਂ ਦਿੱਤੀ ਜਾ ਸਕਦੀ। ਉਹਦੀ ਉਹ ਜਿਹੋ ਜਿਹਾ ਆਪ ਹੈ ਉਹੀ ਆਪ ਹੀ ਉਹ ਜਿਹਾ, ਬਸ ਹੋਰ ਕੁਛ ਐਸਾ ਨਹੀਂ ਹੈ। ਹਾਂਜੀ। ਕਰ ਰੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਤਰ ਧਰਿਆ ਪਸਾਰ। ਗਿਆਨੀ ਨੂੰ ਕਿਹਾ ਬ੍ਰਹਮ ਵਿਚਾਰ ਕਰ, ਪੰਡਤ ਨੂੰ ਕਿੱਥੇ ਗਿਆ? ਪੰਡਤ ਗਿਆਨੀ ਨਹੀਂ ਹੈ, ਵਿਦਵਾਨ ਗਿਆਨੀ ਨਹੀਂ ਹੁੰਦਾ। ਜੇ ਗਿਆਨ ਨਹੀਂ ਹੁੰਦਾ ਤਾਂ ਗਲ 'ਚ ਫਾਹਾ ਪਾ ਕੇ ਕਿਉਂ ਭਜਦਾ? ਇਹ ਤਾਂ ਲੈ ਫਾਹੇ ਉੜ ਧਾਪ ਤੇ ਸੇ ਜਾਣ ਮਾਰੇ ਭਗਵੰਤ, ਕਬੀਰ ਰਾਤੀ ਕਾਰੀਆਂ ਕਾਰੀ ਉੱਭੇ ਜੰਤ। ਇਹਨਾਂ ਦੇ ਅੰਦਰ ਤਾਂ ਅਗਿਆਨਤਾ ਛਾਈ ਹੋਈ ਹੈ। ਕਾਰੀ ਨੇ ਫਾਹਾ ਗਲ 'ਚ ਪਾਇਆ ਭਜਦੇ ਨੇ, ਕਲਪਨਾ ਦੀ ਦੌੜ 'ਚ ਭਜਦੇ ਨੇ। ਕੋਈ ਮਾਇਆ ਦੀ ਦੌੜ 'ਚ ਹੈ, ਕੋਈ ਚੌਧਰ ਦੀ ਦੌੜ 'ਚ ਹੈ, ਸਭ ਦੌੜ 'ਚ ਭੱਜੇ ਹੋਏ ਨੇ। ਸੇ ਜਾਣ ਮਾਰੇ ਭਗਵੰਤ, ਆਇਆ ਸਮਝੋ ਭਗਵੰਤ ਦੇ ਕਰੋਪੀ ਹੈ ਨਾ, ਤੇ ਉਹ ਕਰੋਪੀ ਹੈ ਉਹਨਾਂ ਦੇ ਭਗਵੰਤ ਦੀ। ਹਾਂਜੀ। ਕਰ ਰੇ ਗਿਆਨੀ ਬ੍ਰਹਮ ਵਿਚਾਰ, ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਬ੍ਰਹਮ ਵਿਚਾਰ ਕਰ। ਧਰਿਆ ਪਸਾਰ, ਜੋਤੀ ਉੱਪਰ ਧਰਿਆ ਪਸਾਰ, ਅੰਦਰ ਜੋਤੀ ਅੰਤਰ ਧਰਿਆ ਪਸਾਰ। ਹਾਂ, ਜੋਤੀ ਦੇ ਅੰਦਰ ਹੀ ਪਸਾਰ ਹੈ ਸਾਰਾ। ਦੇਖੋ ਪਸਾਰ ਕੀ ਹੈ? ਸਰੀਰ ਹੈ ਜਿਹੜਾ ਆਪਣਾ ਮਨੁੱਖਾ, ਇਹਦੇ ਅੰਦਰ ਜੋਤ ਨਹੀਂ ਹੈ। ਹਾਂ ਹਾਂ, ਇਹ ਪਸਾਰ ਸਰੀਰ ਜੋਤੀ ਦੇ ਅੰਦਰ ਹੈ। ਜੋਤੀ ਦੇ ਕਾਬੂ ਚ ਜੋਤੀ ਦੇ ਕਾਬੂ ਚ ਕਿਵੇਂ ਰਹੂ ਜੇ ਅੰਦਰ ਹੋਵੇ? ਫਿਰ ਤੇ ਜੋਤੀ ਕਾਬੂ ਆ ਗਈ। ਜਿਹੜੀ ਚੀਜ਼ ਕੋਈ ਸ਼ੀਸ਼ੀ ਚ ਪਾਈ ਹੋਈ ਹੈ ਉਹ ਸ਼ੀਸ਼ੀ ਦਾ ਕਾਬੂ ਹੈ, ਫਿਰ ਉਹ ਸ਼ੀਸ਼ੀ ਦਾ ਕਾਬੂ ਹੈ। ਸਰੀਰ ਨੂੰ ਕਿਵੇਂ ਕਾਬੂ ਕਰ ਲੂ ਜੇ ਬਾਹਰ ਨਾ ਹੋਵੇ? ਉਹ ਆਪਾਂ ਕੋਈ ਪੰਡ ਬਣਨੀ ਹੈ ਕਿਸੇ ਚੀਜ਼ ਦੀ, ਚੀਜ਼ ਦੇ ਵਿੱਚ ਬਣਨੀ ਹੈ, ਉਹ ਚੀਜ਼ ਬਾਹਰ ਚਾਹੀਦੀ ਹੈ। ਪੰਡ ਇਹ ਪੰਡ ਬਣੀ ਗਾਏ ਹੋਈ ਹੈ, ਬੰਨ ਉਠਾਈ ਪੋਟਲੀ। ਜੋਤੀ ਅੰਦਰ ਹੈ, ਸਰੀਰ ਜੋਤੀ ਅੰਦਰ ਵੀ ਹੈ, ਬਾਹਰ ਵੀ ਹੈ। ਅੰਤਰ ਧਰਿਆ ਪਸਾਰ, ਪਸਾਰ ਜੋਤੀ ਬਾਹਰ ਹੈ, ਜੋਤੀ ਬਾਹਰ ਅੰਦਰ ਦੋਈ ਜਗ੍ਹਾ। ਸਰੀਰ ਵਿੱਚ ਹੈ। ਸਾਹ ਲੈਂਦਾ ਅੰਦਰੋਂ ਬਾਹਰ, ਮਨ ਉਹ ਮਨ ਤਾਂ ਜਾਂਦਾ ਦਹਿ ਦਸਾਂ ਦੇ ਵਿੱਚ, ਸਰੀਰ ਉੱਥੇ ਬੈਠਾ ਹੈ, ਮਨ ਵਿੱਚ ਆ ਕਿ ਮਨ ਬਾਹਰ ਹੈ? ਅੰਦਰ ਤਾਂ ਟਿਕਦਾ ਹੀ ਨਹੀਂ, ਅੰਦਰ ਤਾਂ ਇਹਨੂੰ ਟਿਕਾਉਣ ਨੂੰ ਕਿਹਾ ਹੋਇਆ। ਅੰਦਰ ਤਾਂ ਟਿਕਾਉਣ ਨੂੰ ਕਿਹਾ ਹੋਇਆ। ਇਹ ਜੋਤ ਦੇ ਕਾਬੂ 'ਚ ਹੈ ਸਰੀਰ। ਜੇ ਜੋਤ ਦੇ ਕਾਬੂ 'ਚ ਨਾ ਹੋਵੇ, ਜਦ ਇੱਥੇ ਆ ਕੇ ਹਵਾ ਲੱਗਦੀ ਹੈ, ਟੱਚ ਕਰਦੀ ਹੈ, ਕਾਹਦੇ ਪਤਾ ਲੱਗ ਜਾਂਦਾ ਆਪਾਂ ਨੂੰ? ਹਵਾ ਦਾ ਪਤਾ ਨਹੀਂ ਲੱਗਦਾ। ਸਰੀਰ ਨੂੰ ਲੱਗਦੀ ਹੈ ਠੰਡ ਔਰ ਗਰਮੀ। ਫਿਰ ਤਾਂ ਜਦ ਅੰਦਰ ਪਹੁੰਚੇ ਕਦੇ ਗਰਮੀ ਜਾਂ ਪਤਾ ਲੱਗੇ ਜਿੱਥੇ ਉਹ ਬੈਠਾ, ਉਦੋਂ ਸਰੀਰ ਤਾਂ ਮੱਚ ਜੂ। ਜੇ ਬਾਹਰ ਨਾ ਹੋਵੇ, ਜੇ ਬਾਹਰ ਨਾ ਹੋਵੇ ਸਰੀਰ ਤੇ ਜਾਨੂੰ ਜਲ ਜੂਗਾ, ਜਾਂ ਪਤਾ ਲੱਗੂ ਉਹਨੂੰ। ਤਾਂ ਸਾਨੂੰ ਐਡੀ ਦੂਰੋਂ ਪਤਾ ਲੱਗ ਜਾਂਦਾ ਅੱਗ ਦਾ, ਦੂਰੋਂ ਦੇਖ ਲੈਂਦਾ ਅੱਗ ਦਾ ਸੇਕ ਮਹਿਸੂਸ ਕਰ ਲੈਂਦਾ। ਜੇ ਬਾਹਰ ਹੈ ਤਾਂ ਹੀ ਦੇਖਦਾ। ਅੰਤਰ ਭੀਤਰ ਇੱਕੋ ਜਿਹਾ। ਭਾਈ ਭੱਠੀ ਤੇਜ਼ ਹੁੰਦੀ ਹੈ, ਕਿੰਨੀ ਦੂਰੋਂ ਅੱਗ ਪਛਾਣ ਲੈਂਦਾ, ਕਹਾਂ ਨਹੀਂ ਜਾਂਦਾ, ਉੱਥੇ ਹੀ ਦੇਖ ਲੈਂਦਾ ਵੀ ਅੱਗ ਹੈ। ਨਹੀਂ ਤਾਂ ਸਰੀਰ ਇਹ ਗਰਮ ਹੋਏ ਦੇ ਬਾਅਦ ਪਤਾ ਲੱਗੇ ਫਿਰ ਇਹਨੂੰ। ਪਸਾਰਾ ਬਾਕੀ ਰਹਿ ਗਿਆ, ਸਾਰੀ ਮਾਇਆ ਦਾ ਪਸਾਰਾ, ਉਹ ਵੀ ਜੋਤੀ ਅੰਦਰ ਹੈ। ਸਾਰਾ ਭਾਵ ਸਾਗਰ ਸੁਖ ਸਾਗਰ ਦੇ ਅੰਦਰ ਹੈ, ਤਾਂ ਹੀ ਕਾਬੂ 'ਚ ਹੈ। ਜਦੋਂ ਮਨ ਬ੍ਰਹਮ ਗਿਆਨੀ ਕੇ ਮਨ ਪ੍ਰਕਾਸ਼ ਜੈਸੇ ਧਰ ਉੱਪਰ ਆਕਾਸ਼, ਫਿਰ ਸਰੀਰ ਕਿੰਨਾ ਕਾ? ਸਰੀਰ ਕਿੰਨਾ ਕਾ? ਪ੍ਰਕਾਸ਼ ਤਾਂ ਐਡਾ ਜਿੰਨਾ ਧਰ ਉੱਪਰ ਆਕਾਸ਼ ਹੈ,
ਸਰੀਰ ਕਿੱਡਾ ਗਾ ਵਿੱਚ, ਸਰੀਰ ਤਾਂ ਛੋਟਾ ਜਿਹਾ ਹੀ ਹੈ, ਹਿਰਦਾ ਕਿੱਡਾ, ਰਜਦਾ ਕਿਉਂ ਨਹੀਂ ਹੈ? ਜੋਤੀ ਦਾ ਆਕਾਰ ਬਹੁਤ ਵੱਡਾ ਹੈ, ਸਾਰੇ ਪਦਾਰਥਾਂ ਨਾਲ ਨਹੀਂ ਰਜਦਾ, ਰਜਦਾ ਜਿਹੜਾ ਰਜਦਾ ਨਹੀਂ ਉਹ ਵੱਡਾ ਹੋਇਆ। ਜੋਤੀ ਦਾ ਤੈਨੂੰ ਅੰਦਰ ਕਰਨਾ, ਬਾਹਰੋਂ ਅੰਦਰ ਕਰਨਾ ਇਹਨੂੰ, ਕਿ ਜਦ ਅੰਦਰ ਹੋ ਜੂ ਜੋਤੀ ਦੇ ਤੱਕ ਸੀਮਤ ਹੋ ਜੂ, ਸਰੀਰ ਤੱਕ ਸੀਮਤ ਹੋ ਜੂ, ਫਿਰ 3.5 ਅੱਧ ਘੜੀ ਦਾ ਪੌਣੇ 4 ਰਹਿ ਜੂ। ਕਹਿੰਦਾ ਤੈਨੂੰ ਜ਼ਮੀਨ ਦੀ ਕੀ ਲੋੜ ਕਿੰਨੀ ਆ? ਅਸਲ 'ਚ 3.5 ਹਾਥ ਤੇਰੀ ਸੀਮਾ, ਫਿਰ ਤੇਰੀ ਸੀਮਾ 3.5 ਹੱਥ ਇਹ ਬਾਹਰ ਨਹੀਂ ਜਾਣ ਦੀ ਲੋੜ ਤੈਨੂੰ। ਫਿਰ ਬਾਹਰਲੇ ਕਬਜ਼ੇ ਨਾ ਕਰ, ਇੰਨਾ ਹੀ ਰੱਖ ਲੈ ਤੂੰ ਇਹਨੂੰ, ਇਹ ਤੇ ਕੰਮ ਲੈ ਲੈ ਬਸ। ਇਹ ਤਾਂ ਇਹਨੂੰ ਵਿੱਚ ਤਾਂ ਲਿਆਂਦਾ ਸਦਾ ਸੀਮਤ ਕਰਕੇ, ਸਰੀਰ ਤੱਕ ਤਾਂ ਇਹਨੂੰ ਸੀਮਤ ਕੀਤਾ ਹੈ ਸਗੋਂ। ਇਹਦਾ ਕਬਜ਼ੇ ਸਾਰੀ ਦੁਨੀਆ ਜਿੱਤਣ ਨੂੰ ਫਿਰਦਾ ਹੈ। ਸਾਰਾ ਬਹੁਤ ਵੱਡਾ ਕੀਤਾ ਹੋਇਆ, ਇਹ ਤਾਂ ਦੁਨੀਆ ਜਿੱਤਣ ਨੂੰ ਫਿਰਦਾ, ਇਹ ਅੰਦਰ ਹੈ, ਇਹ ਨਹੀਂ ਅੰਦਰ ਹੈਗਾ, ਅੰਦਰ ਕਰਨਾ ਹੈ। ਹਾਂ ਇੱਥੇ ਤੱਕ ਰੱਖ ਤੂੰ, ਮਾਇਆ 'ਚ ਬਹੁਤੀ ਲੋੜ ਨਹੀਂ ਤੈਨੂੰ। ਲੋੜ ਜਿਹੜੀ ਹੈਗੀ ਉਹਨੂੰ ਸੀਮਤ ਕਰਦੀ ਹੈ, ਭੁੱਖੇ ਨੂੰ ਖਰਾਬ ਕਰਦੀ ਹੈ। ਹਾਂ ਤੈਨੂੰ ਭੁੱਖ ਹੈ, ਭੁੱਖ ਤੈਨੂੰ ਬੜਾ ਬਣਾਉਂਦੀ ਹੈ। ਕਰ ਰਹੇ ਗਿਆਨੀ ਬ੍ਰਹਮ ਵਿਚਾਰ, ਜੋਤੀ ਅੰਦਰ ਧਰਿਆ ਪਸਾਰ। ਇਹ ਸਾਰਾ ਪਸਾਰਾ ਜੋਤੀ ਦੇ ਅੰਦਰ ਹੀ ਹੈ, ਇਹ ਸੁਖ ਸਾਗਰ ਦੇ ਵਿੱਚ ਹੈ। ਭਵ ਸਾਗਰ ਜਿਹੜਾ ਮਾਨਾ ਦਾ ਪੇਟ ਬਹੁਤ ਬੜਾ ਹੈ, ਇਹ ਨਹੀਂ ਭਰਦਾ, ਉਹ ਸਰੀਰ ਤਾਂ ਛੋਟਾ ਜਿਹਾ ਦੇਤਾ ਇਹਨੂੰ। ਇਹਦੇ ਅੰਦਰ ਤਾਂ ਸਾਰੀਆਂ ਭੁੱਖ ਐਡੀ ਹੈ, ਚਾਹੇ ਸਾਰੀਆਂ ਪੁਰੀਆਂ ਦਾ ਭਾਰ ਬੰਨ ਕੇ ਦੇ ਦੇ ਤਾਂ ਵੀ ਇਹ ਭੁੱਖੇ ਦਾ ਭੁੱਖਾ ਹੈ। ਜੇ ਭੁੱਖਿਆ ਭੁੱਖ ਨਾ ਉਤਰੇ ਜਾਂ ਬੰਨਾ ਪੁਰੀਆਂ ਭਾਰ, ਫਿਰ ਛੋਟਾ ਹੈ। ਆਤਮਾ ਛੋਟੀ ਚੀਜ਼ ਹੈ, ਸਰੀਰ ਤਾਂ ਐਵੇਂ ਵਿੱਚ, ਇਹਦੇ ਕਿਸੇ ਖੂੰਜੇ ਪਤਾ ਵੀ ਨਹੀਂ ਕਿੱਥੇ ਹੈ। ਇਹ ਤਾਂ ਆਕਾਸ਼ਾਂ ਪਤਾਲਾਂ ਦੇ ਵਿੱਚ ਘੁੰਮਦਾ ਦੂਰ ਤੱਕ। ਹਾਂਜੀ, ਹੀਰਾ ਦੇਖ ਹੀਰੇ ਕਰੂ ਆਦੇਸ਼, ਕਹੇ ਕਬੀਰ ਨਿਰੰਜਨ ਅਲੇਖ। ਹੀਰਾ ਦੇਖ ਹੀਰੇ ਕਰੋ ਆਦੇਸ਼। ਜਦੋਂ ਹੀਰੇ ਦੇ ਦਰਸ਼ਨ ਕਰ ਲਓ ਨਾ, ਹੀਰੇ ਦਾ ਪ੍ਰਭ ਹੀਰੇ, ਮਨ ਵੀ ਹੀਰਾ ਪ੍ਰਭ ਵੀ ਹੀਰਾ, ਹਰ ਬਿਸਰੇ ਪ੍ਰਭ ਹੀਰੇ। ਹੀਰੇ ਦਾ ਦਰਸ਼ਨ ਕਰਕੇ ਉਹਨੂੰ ਆਦੇਸ਼ ਕਰਨਾ ਚਾਹੀਦਾ। ਪ੍ਰਭ ਹੀਰਾ ਨਾ, ਪ੍ਰਭ ਦੀ ਜੋਤ ਹੈ, ਹੀਰੇ ਜੋਤ ਨਹੀਂ ਹੁੰਦੀ। ਜਿਹਦੀ ਜੋਤ ਹੈ ਹੀਰਾ, ਮਨ ਜਿਹਦੀ ਜੋਤ ਹੈ ਹੀਰਾ ਉਹ ਹੈ। ਹਰ ਬਿਸਰੇ ਪ੍ਰਭ ਹੀਰੇ, ਉਹ ਬਿਸਰਿਆ ਹੋਇਆ ਹੀਰਾ। ਜਦੋਂ ਉਹਦਾ ਦਰਸ਼ਨ ਹੋ ਜਾਵੇ ਉਹਨੂੰ ਆਦੇਸ਼ ਕਰਨਾ ਚਾਹੀਦਾ। ਕਹੇ ਕਬੀਰ ਨਿਰੰਜਨ ਅਲੇਖ। ਕਬੀਰ ਕਹਿੰਦਾ ਉਹ ਨਿਰੰਜਨ ਹੈ, ਅਲੇਖ ਹੈ, ਉਹ ਲੇਖੇ ਤੋਂ ਪਰੇ ਹੈ। ਉਹ ਬਿਆਨ ਤੋਂ ਪਰੇ ਹੈ ਜਿਹੜਾ ਲੇਖੇ ਤੋਂ ਪਰੇ। ਦੇਖੋ ਜੇ ਤੱਕ ਬਿਆਨ ਹੈ ਉੱਥੇ ਤੱਕ ਲਿਖਤਾ। ਜੋ ਬੋਲਣ ਤੋਂ ਪਰੇ ਲਿਖਣ ਤੋਂ ਵੀ ਪਰੇ ਹੀ ਹੈ। ਜੋ ਚੀਜ਼ ਬੋਲ ਦੇ ਵਿੱਚ ਹੈ, ਆਪਣੇ ਬੋਲਣ ਦੀ ਜਿਹੜੀ ਚੀਜ਼ ਦੱਸ ਸਕਦੇ ਉਹ ਲੇਖੇ ਜਾਊਗੀ। ਜੇ ਬੋਲਣ ਤੋਂ ਪਰੇ ਲੇਖੇ ਤੋਂ ਵੀ ਪਰੇ ਹੈ। ਇਸ ਕਰਕੇ ਇਹ ਲਿਖਤ ਵਿੱਚ ਉਹ ਨਹੀਂ ਹੈ ਆਪ ਕਿ ਲੇਖੇ ਤੋਂ ਪਰੇ ਆ। ਇਹ ਤਾਂ ਅੱਖਰ ਨੇ, ਉਹ ਅਖਰ ਇਨਮੇ ਨਾ ਹੈ। ਇਹ ਅੱਖਰ ਖਿੜ ਜਾਏਗੇ। ਜੇ ਉਹ ਅਲੇਖ ਜੇ ਉਹ ਇਹਨਾਂ ਦੇ ਵਿੱਚ ਹੋਵੇ ਫਿਰ ਅਲੇਖ ਨਹੀਂ ਰਹਿਣਾ ਉਹਨੇ, ਫਿਰ ਤਾਂ ਲੇਖੇ ਜਾ ਗਿਆ। ਇੰਨੀ ਬੁੱਧੀ ਨਹੀਂ ਸਿੱਖਾਂ ਨੂੰ ਵੀ ਅਸੀਂ ਕਹਿ ਕੀ ਰਹੇ ਹਾਂ। ਉਹ ਅਲੇਖ ਨੂੰ ਲੇਖੇ ਚ ਲੈ ਆਉਂਦਾ, ਅੱਖਰਾਂ ਚ ਲਿਆ ਨਾਲ ਲੇਖੇ ਜਾ ਜਾਂਦਾ। ਦਸਵਾਂ ਜਗ੍ਹਾ ਅਲੇਖ ਹੈ ਅਭੇਖ ਹੈ। ਅਲੇਖ ਅਭੇਖ ਦੋਨੋਂ ਕੋਲ ਨਸ਼ਟ ਹੋ ਜਾਣਗੇ ਜੇ ਅੱਖਰਾਂ ਚ ਬਾੜਤਾ ਸੀ ਲੈ ਕੇ। ਆਏ ਨਹੀਂ ਸਕਦਾ। ਅਲੇਖ ਅਭੇਖ ਦੀ ਸਮਝ ਨਹੀਂ ਆ ਸਕਦੀ ਜਿਹੜਾ ਇੱਥੇ ਉਹਨੂੰ ਮੰਨ ਲੂਗਾ। ਇਹਦੇ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮੰਨ ਲੂਗਾ ਚੇਤਨ ਨੂੰ, ਉਹਨੂੰ ਅਲੇਖ ਅਭੇਖ ਦੀ ਸਮਝ ਨਹੀਂ ਆ ਸਕਦੀ।
ਕਦੇ ਵੀ ਨਹੀਂ ਆ ਸਕਦੀ। ਉਹਦਾ ਮੂਰਤੀ ਪੂਜਕ ਬਣ ਜਾਊਗਾ ਫਿਰ ਤਾਂ ਪੱਥਰ 'ਚ ਵੀ ਹੈਗਾ। ਫਿਰ ਪੱਥਰ 'ਚ ਕਿਉਂ ਨਹੀਂ ਹੈ? ਕਿਉਂ ਨਹੀਂ ਹੈ ਪੱਥਰ ਦੇ ਵਿੱਚ? ਹਾਂਜੀ। ਦੁਨੀਆ ਹੋਸ਼ਿਆਰ ਬੇਦਾਰ ਜਾਗਤ ਮੁਸਤ ਹੋਰੇ ਭਾਈ, ਨਿਗਮ ਹੋਸ਼ਿਆਰ ਬਹੁਰਾ ਦੇਖ ਜਮ ਪਹਿਰੂਆ ਦੇਖ ਜਮ ਲੈ ਜਾਈ। ਦੇਖਤ ਜਮ ਲੈ ਜਾਈ। ਦੁਨੀਆ ਬੜੀ ਆਪਣੇ ਆਪ ਨੂੰ ਹੁਸ਼ਿਆਰ ਸਮਝਦੀ ਹੈ, ਬੜੇ ਚਲਾਕ ਨੇ ਬਣੇ ਪੰਡਤ। ਹੁਸ਼ਿਆਰ ਹੁੰਦਾ ਨਾ, ਬੇਦਾਰ ਹੈ। ਜਾਗਤ ਮੁਸਤ ਬੇਦਾਰ ਅਸਲ ਦੇ ਵਿੱਚ ਲਫ਼ਜ਼ ਜਿਹੜਾ ਹੈਗਾ ਬੇਦ ਜਮਾਦਾਰ ਹੈ। ਦੋ ਦੱਦੇ ਨੇ ਨਾ, ਇੱਕ ਦੱਦਾ ਉੱਡ ਗਿਆ। ਬੇਦਦਾਰ ਹੈ, ਗਿਆਨਵਾਨ ਨਹੀਂ। ਬੇਦਦਾਰ ਕੌਣ ਹੁੰਦਾ? ਜਿਹਨੇ ਵੇਦ ਲੱਦੇ ਹੋਏ ਨੇ, ਚਾਰੇ ਵੇਦ ਦਿਮਾਗ ਤੇ ਲੱਦੇ ਹੋਏ ਨੇ ਨਾ, ਸਿਮਰਤ ਸ਼ਾਸਤਰ ਸਾਰੇ ਲੱਦੇ ਹੋਏ ਨੇ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ ਖਰਚੰਦਨ ਜਸ, ਉਹਨੂੰ ਬੇਦਦਾਰ ਕਿਹਾ। ਬੜੇ ਹੁਸ਼ਿਆਰ ਸਮਝਦੇ ਨੇ ਮੇਰੇ ਸਾਰੇ ਵੇਦ ਰਟੇ ਪਏ ਨੇ। ਵੇਦ ਜਮਾਦਾਰ ਤੇ ਬੇਦਾਰ ਬਣਾਇਆ ਹੈ। ਵੇਦ ਜਮਾਦਾਰ, ਬੇਦਾਰ ਨਵਾਂ ਸ਼ਬਦ ਹੈ। ਇਸੇ ਕਰਕੇ ਇਹਦੀ ਖੁਲਾਸਾ ਉਹ ਡਿਕਸ਼ਨਰੀ ਵਾਲਿਆਂ ਦੀ, ਵਿਚਾਰੇ ਡਿਕਸ਼ਨਰੀ ਵਾਲੇ ਕੀ ਕਰਨ, ਜਾਂ ਲੱਭਿਆ ਨਹੀਂ ਉਹਨਾਂ ਨੂੰ ਕਿਤੋਂ। ਦੁਨੀਆ ਹੋਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਦੇਖੋ, ਇੱਕ ਤਾਂ ਬੇਦਦਾਰ ਹੈ, ਇੱਕ ਬੇਦੀ ਹੈ। ਉਹ ਤੇ ਬੇਦੀ ਲਿਖਿਆ ਹੈ। ਜਿਹੜਾ ਬੇਦੀ ਹੈ ਉਹਨੇ ਵੇਦ ਦਾ ਖਾ ਲਿਆ, ਮੱਖਣ ਨਿਚੋੜ ਕੇ ਕੱਢ ਲਿਆ ਸਭ ਕੁਝ। ਜਿਹੜਾ ਬੇਦਾਰ ਉਹਨੇ ਕੱਢਿਆ ਕੱਖ ਨਹੀਂ। ਪੜ੍ਹੇ ਦੋਹਾਂ ਨੇ ਵੇਦ, ਬਾਣੀ ਦੋ ਪੜ੍ਹਦੇ ਨੇ, ਇੱਕ ਵਿਚਾਰਦਾ, ਇੱਕ ਵਿਚਾਰਦਾ ਨਹੀਂ ਪੜ੍ਹਦਾ। ਉਹ ਬੇਦੀ ਨੇ, ਜਿਹਨਾਂ ਵੇਦ ਪੜ੍ਹਿਓ ਉਸ ਬੇਦੀ ਕਹਾ ਹੈ। ਪੜ੍ਹਿਓ ਲਫ਼ਜ਼ ਹੈ, ਪੜ੍ਹਿਓ ਲਫ਼ਜ਼ ਨਹੀਂ ਉੱਥੇ। ਪੜ੍ਹਿਓ ਦਾ ਜਿਹੜੇ ਵੇਦ ਦੇ ਗਿਆਨ ਨਾਲ ਟਿਕ ਗਏ, ਥਿਰ ਹੋ ਗਏ, ਉਹ ਬੇਦੀ ਨੇ। ਐ ਜਿਹੜੇ ਵੇਦਦਾਰ ਨੇ ਇਹ ਟਿਕੇ ਨਹੀਂ ਹਨ। ਇਹਦਾ ਹੁਸ਼ਿਆਰ ਨੇ, ਹੁਸ਼ਿਆਰ ਕੋਈ ਟਿਕਦਾ ਹੁੰਦਾ? ਹੁਸ਼ਿਆਰ ਤਾਂ ਮਿਲ ਕੇ ਚਲਾਕ ਹੁੰਦਾ, ਉਹ ਤਾਂ ਭਜਦਾ ਨੱਠਦਾ। ਫਿਰ ਨਹੀਂ ਬਹਿਣਾ ਨਹੀਂ, ਟਿਕਾਓ ਨਹੀਂ ਉਹ ਚਾਹੁੰਦਾ ਹੁੰਦਾ। ਉਹ ਵੇਦਦਾਰ ਹੈ। ਦੁਨੀਆ ਹੋਸ਼ਿਆਰ ਬੇਦਾਰ ਬੇਦਾਰ ਜਾਗਤ ਮੁਸੀਅਤ ਹੋਰੇ ਭਾਈ। ਜਾਗਤ ਆਪਣੇ ਆਪ ਨੂੰ ਸਮਝਦੇ ਨੇ। ਚੱਲ ਜੇ ਜਾਗਦੇ ਹੀ ਫਿਰ ਤੁਸੀਂ ਠੱਗੇ ਮੁਸੀਅਤ ਕਾਹਦੇ ਹੋ ਰਹੇ ਹੋ? ਜੇ ਤੁਸੀਂ ਜਾਗਦੇ ਚੱਲ ਬੋਲ ਲਿਆ। ਉਹ ਸੁੱਤਾ ਪਿਆ ਵਾਲੀ ਗੱਲ ਸਾਡੀ ਨਹੀਂ ਮੰਨਦੇ। ਅਸੀਂ ਕਹਿੰਦੇ ਸੁਪਨਿਆਂ ਦਾ ਸੰਸਾਰ, ਉਹ ਕਹਿੰਦੇ ਨਹੀਂ। ਸੁਪਨਾ ਕੀ ਸਾਰੇ ਤਾਂ ਜਾਗਦੇ ਨੇ, ਹੁਸ਼ਿਆਰੀ ਕਰਦੇ ਨੇ। ਆ ਫਿਰ ਜਿਹੜੀ ਥੋੜਾ ਚਿੜੀਆਂ ਚੁਗ ਰਹੀਆਂ ਨੇ ਖੇਤ, ਇਹ ਚੁਗ ਰਹੀਆਂ ਨੇ। ਜੇ ਜਾਗਦੇ ਹੋ ਫਿਰ ਲੋਭ ਕਿਉਂ ਆ? ਲੋਭ ਨੂੰ ਬੁਰਾ ਮੰਨਦੇ ਹੋ, ਅੰਦਰੋਂ ਕੱਢਦੇ ਕਿਉਂ ਨਹੀਂ? ਲੋਭੀ ਕਿਉਂ ਹੋ? ਫਿਰ ਮੋਹ ਨੂੰ ਬੁਰਾ ਕਹਿੰਦੇ ਹੋ, ਫਿਰ ਕਿਉਂ ਆ ਤੁਹਾਡੇ ਘਰ 'ਚ ਇਹ ਅੰਦਰ ਹੋਵੇ? ਕਿਉਂ ਹੈ? ਨਾਮ ਨਾਲ ਵਿਰੋਧ ਹੈ ਤਾਂ ਇਹਦਾ ਜਵਾਬ ਨਹੀਂ ਹੈ। ਫਿਰ ਚੁੱਪ ਕਰ ਜਾਂਦੇ ਨੇ। ਜਦੋਂ ਇੱਥੋਂ ਪੜ੍ਹਦੇ ਨੇ ਚੁੱਪ ਕਰ ਜਾਂਦੇ ਨੇ। ਫਿਰ ਹੁਸ਼ਿਆਰ ਨੇ ਨਾ। ਲਓ ਜੀ, ਇਹਦੇ ਬਿਨਾਂ ਤਾਂ ਸਰਦਾ ਹੀ ਨਹੀਂ। ਐਂ ਕਿਵੇਂ ਚੱਲੂ ਸੰਸਾਰ ਦਾ ਕੰਮ? ਸੰਸਾਰੀ ਨੇ। ਬੇਦਾਰ ਤਾਂ ਹੈ ਨਾ। ਬੇਦਦਾਰ ਉਹ ਹੈ ਜਿਹੜਾ ਗਿਆਨ ਦਾ ਗਲਤ ਇਸਤੇਮਾਲ ਕਰੇ, ਗਿਆਨ ਦੇ ਨਾਲ ਫਸਾਵੇ। ਕਹਿੰਦਾ ਹਿਰਲਾ ਬਾਜਾਂ ਤੇ ਸਿੱਖਦਾਰਾਂ ਤਿੰਨਾਂ ਪੜ੍ਹਿਆ ਉਹਨਾਂ ਨੇ ਬੇਦਦਾਰ ਹੋ ਗਏ। ਫਸਾਉਣ ਵਾਸਤੇ ਹੋਏ ਨੇ ਲੋਕਾਂ ਨੂੰ, ਆਪਣੇ ਕਾਬੂ ਕਰਨ ਵਾਸਤੇ। ਭੇਖ ਦਿਖਾਓ ਜਗਤ ਕੋ ਲੋਗਨ ਕੋ, ਬਸ ਲੋਕਾਂ ਨੂੰ ਬਸ ਕਰਨ ਵਾਸਤੇ ਕੰਮ ਕੀਤਾ ਉਹਨੇ। ਠੱਗਣ ਕੋ ਸੰਸਾਰ ਕੀਤਾ ਇਹ ਕੰਮ। ਜਾਗਦੇ ਹੀ ਫਿਰ ਕਿਉਂ ਲੁੱਟੇ ਜਾ ਰਹੇ ਹੋ ਤੁਸੀਂ? ਤੁਹਾਡਾ ਖੇਤ ਕਿਉਂ ਉੱਜੜ ਰਿਹਾ? ਕਬੀਰ ਕਹਿੰਦਾ ਔਰਨ ਕੋ ਉਪਦੇਸ਼ ਤੇ ਮੁਖ ਮੇ ਪੜਾ ਰੇਤ।
ਉਹ ਜਦ ਆਉਂਦਾ ਨਾ ਹਵਾ ਦਾ ਬੋਲਾ ਤਕੜਾ, ਰੇਤ ਉੜਦਾ, ਜਦ ਵੀ ਨਹੀਂ ਮੂੰਹ ਬੰਦ ਕਰਦੇ, ਇੰਤਜ਼ਾਰ ਕਰਦੇ ਚਾਹੇ ਮੂੰਹ 'ਚ ਰੇਤ ਪੈ ਜੇ। ਰਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ। ਆਪਣੇ ਤੇ ਤੁਹਾਡੇ ਤੇ ਅਸਰ ਨਹੀਂ ਇਹਨਾਂ ਗੱਲਾਂ ਦਾ, ਲੋਕਾਂ ਤੇ ਅਸਰ ਜੋ ਪੈ ਜਾਂਦਾ ਕਿਸੇ ਨਾ ਕਿਸੇ ਵੇਲੇ ਤੇ ਮਾੜਾ ਮੋਟਾ। ਲੋਕ ਤਾਂ ਮੰਨ ਲੈਂਦੇ ਡਰਦੇ ਕਈ ਗੱਲਾਂ, ਤਾਂ ਹੀ ਤੁਹਾਨੂੰ ਸੇਵਾ ਪਾਣੀ ਕਰਦੇ ਨੇ, ਤੁਹਾਤੋਂ ਪ੍ਰਭਾਵਿਤ ਹੋ ਗਏ ਵੀ ਇਹ ਵੀ ਚੰਗੇ ਹੋਣਗੇ। ਲੋਕਾਂ ਨੇ ਤਾਂ ਆਪਣਾ ਘਰ ਮਾੜਾ ਮੋਟਾ ਬਚਾ ਲਿਆ, ਤੁਹਾਡਾ ਸਾਰੇ ਖੇਤੀ ਉਜੜ ਗਈ। ਜਿਨਕੀ ਖੇਤੀ ਉਜੜਾ ਖਲਵਾੜੇ ਨਹੀਂ ਥਾਂ, ਉਹਨਾਂ ਨੂੰ ਖਲਵਾੜੇ ਤੇ ਥਾਂ ਦੀ ਕੀ ਲੋੜ ਹੈ? ਉਹਨਾਂ ਦਾ ਖੇਤੀ ਉਹਦੀ ਹੈ ਉਜੜੀ ਹੈ। ਦਰਗਾਹ 'ਚ ਉਹਨਾਂ ਨੇ ਕੀ ਲੈਣਾ ਜਾ ਕੇ? ਦਰਗਾਹ 'ਚ ਕੋਈ ਜਗ੍ਹਾ ਨਹੀਂ, ਦਰਗਾਹ 'ਚ ਉਹਨਾਂ ਨੂੰ ਕੋਈ ਜਗ੍ਹਾ ਨਹੀਂ। ਦਰਗਾਹ ਦੀ ਗੱਲ ਨਹੀਂ ਕਰਦੇ, ਉਹ ਕਿਉਂ ਗੱਲ ਕਰਨ? ਇੱਥੇ ਦੀ ਗੱਲ ਕਰਦੇ ਨੇ। ਅਸੀਂ ਵੀ ਇੱਥੇ ਦੇ ਰਾਜ ਦੀ ਗੱਲ ਕਰਦੇ, ਇੱਥੇ ਦੀ ਤਰੱਕੀ ਦੀ ਗੱਲ ਕਰਦੇ। ਬਿਲਕੁਲ ਉਹੀ ਝੂਬ ਉਹ ਗੱਲ ਕਰ ਲਈ ਸਿੱਖਾਂ ਨੇ ਜਿਹੜੀ ਸਿੱਖੀ ਤੋਂ ਵਿਰੋਧੀ ਹੈ। ਜਿਨ੍ਹਾਂ ਨੂੰ ਉਪਦੇਸ਼ ਕੀਤਾ ਹੁੰਦਾ ਨਾ ਵੀ ਤੁਸੀਂ ਹੁਸ਼ਿਆਰ ਬੇਦਾਰ ਹੋ, ਉਹ ਅੱਜ ਸਿੱਖ ਨੇ, ਉਹ ਪ੍ਰਚਾਰਕ ਅਜੇ 10 ਦਾ ਵਿਰੋਧ ਕਰ ਲੈਣ, ਉਹ ਵੀ ਇਹੀ ਨੇ, ਇਹ ਜਿਹੇ ਨੇ ਹੁਸ਼ਿਆਰ ਬੇਦਾਰ। ਗੁਰਬਾਣੀ ਪੜ੍ਹ ਲਈ, ਪੱਲੇ ਕੱਖ ਵੀ ਨਹੀਂ ਹੈ, ਮੰਨਿਆ ਕੁਛ ਵੀ ਨਹੀਂ ਹੈ। ਹਾਂਜੀ, ਦੁਨੀਆ ਹੁਸ਼ਿਆਰ ਬੇਦਾਰ, ਜਾਗਤ ਮੁਸੀਅਤ ਹੋਰੇ ਭਾਈ। ਜਾਗਤ ਮੁਸੀਅਤ ਹੈ, ਜਾਗਦੇ ਹੀ ਆਪਣੇ ਬੜੇ ਕਲਾਕਾਰ ਬਣੇ ਫਿਰਦੇ ਨੇ। ਲੋਕ ਵੀ ਸਾਰੇ ਹੀ ਨੇ, ਲੋਕ ਕਿਸੇ ਨੇ ਵੀ ਨਹੀਂ ਛੱਡਿਆ, ਗੱਲਾਂ ਕਰਦੇ ਗੁਰਬਾਣੀ ਦੀਆਂ। ਮੁਸੀਅਤ ਠੱਗਿਆ ਜਾਣਾ, ਹੋਰੇ ਭਾਈ, ਉਹ ਜਿਹਦਾ ਘਰ ਸਾਰਾ ਲੁੱਟਿਆ ਜਾਵੇ ਉਹਨੂੰ ਮੁੱਸਿਆ ਕਹਿੰਦੇ ਨੇ। ਨਿਗਮ ਹੁਸ਼ਿਆਰ ਪਹਿਰੂਆ ਦੇਖਤ ਜਮ ਲੈ ਜਾਈ। ਨਿਗਮ ਵੇਦ ਨੂੰ ਵੀ ਕਹਿੰਦੇ ਨੇ। ਨਿਗਮ ਵੇਦ ਨੂੰ ਵੀ ਕਹਿੰਦੇ ਨੇ, ਪਰ ਇੱਥੇ ਨਿਗਮ ਦਾ ਅਰਥ ਵੇਦ ਨਹੀਂ ਲੱਗਣਾ। ਪਹਿਲਾਂ ਆ ਗਿਆ ਨਾ ਵੇਦ ਦਾ ਅਰਥ, ਪਹਿਲਾਂ ਆ ਗਿਆ ਨਾ ਨਿਗਮ ਹੈ। ਉਹਨਾਂ ਨੂੰ ਕੋਈ ਗਮ ਨਹੀਂ ਇਸ ਗੱਲ ਦਾ। ਨਿਗਮ ਹੁਸ਼ਿਆਰ, ਲੁੱਟਿਆ ਜਾ ਰਿਹਾ, ਇਹਦੀ ਕੋਈ ਪਰਵਾਹ ਨਹੀਂ ਹੈ। ਪਹਿਰੂਆ ਦੇਖਤ ਜਮ, ਜੋ ਲੁੱਟਿਆ ਜਾ ਰਿਹਾ ਨਾ ਉਹਦਾ ਕੋਈ ਗਮ ਨਹੀਂ, ਉਹਦਾ ਪਰਵਾਹ ਨਹੀਂ ਹੈ। ਮੋਜੀ ਠਾ ਕਰਨਾ ਉਹ ਪਹਿਰੂਆ ਦੇਖਤ ਜਮ ਲੈ। ਕਹਿੰਦਾ ਜੱਗ ਬਿਠਾ ਰੱਖੀ ਨੇ ਡਿੱਠਾ, ਉਹਦਾ ਇਹ ਕਹਿੰਦੇ ਨੇ। ਇੱਥੇ ਐਸ਼ ਕਰ ਲੋ, ਅੱਗੇ ਦੇਖੀ ਜਾਓ ਜਿਹੜਾ ਕੁਝ ਹੋਊਗਾ, ਉਹ ਤਾਂ ਇਹ ਜਾਣਦੇ ਨੇ। ਉਹ ਕਹਿੰਦੇ ਨੌ ਨਗ ਤੇਰਾ ਆਧਾਰ ਵਾਲੀ ਗੱਲ ਛੱਡੋ, ਨਗ ਦੀ ਗੱਲ ਕਰੋ। ਗਾਹਾਂ ਕਿਹਨੇ ਦੇਖਿਆ? ਹਾਂ, ਨਿਗਮ ਹੁਸ਼ਿਆਰ ਪਹਿਰੂਆ ਦੇਖਤ। ਨਿਗਮ ਨੇ ਬੜੇ ਹੁਸ਼ਿਆਰ ਨੇ, ਪਰਵਾਹ ਨਹੀਂ, ਹਜ਼ਾਰੀ ਫਸ ਗਏ। ਉਹ ਗੱਲ ਦੀ ਨਹੀਂ ਪਰਵਾਹ, ਉਹ ਗੱਲ ਦਾ ਗਮ ਨਹੀਂ ਵੀ ਗੱਲ ਲੁੱਟਿਆ ਜਾ ਰਿਹਾ, ਉਜੜਦਾ। ਹੁਸ਼ਿਆਰੀ ਨਹੀਂ ਛੱਡਦੇ। ਪਹਿਰੂਆ ਦੇਖਤ ਜਮ ਲੈ ਜਾਈ, ਪਹਿਰੂਆ ਦੇਖਤ ਜਮ ਲੈ ਜਾਈ। ਉਹ ਦੇਖਦੇ ਤੁਸੀਂ, ਨਾਲੇ ਤੁਹਾਨੂੰ ਪਤਾ ਸਾਹਮਣੇ ਤੁਹਾਡੇ ਲੋਕ ਮਰੀ ਜਾਂਦੇ ਨੇ, ਤੁਹਾਨੂੰ ਪਰਵਾਹ ਨਹੀਂ ਹੈ। ਨਾਲੇ ਕਹੀ ਜਾਂਦੇ ਹੋ ਵੀ ਉੱਥੇ ਨਰਕਾਂ 'ਚ ਪੈ ਜੂ, ਉਹ ਪੈ ਜੂ, ਫੇਰ ਵੀ ਤੁਸੀਂ ਬੇਪਰਵਾਹ ਹੋਏ ਹੋਏ ਹੋ। ਉਹਨਾਂ ਗੱਲਾਂ ਤੋਂ ਹੀ ਬੇਪਰਵਾਹ ਹੋਏ ਨੇ ਜਿਹਨਾਂ ਦਾ ਪ੍ਰਚਾਰ ਕਰਦੇ ਨੇ। ਜਿਹੜੀਆਂ ਗੱਲਾਂ ਦਾ ਪ੍ਰਚਾਰ ਕਰਦੇ ਨੇ, ਆਪਣੇ ਤੇ ਕੋਈ ਅਸਰ ਨਹੀਂ ਉਹਨਾਂ ਗੱਲਾਂ ਤੋਂ ਬੇਪਰਵਾਹ ਨੇ। ਹਾਂਜੀ, ਨਿੰਬੂ ਪਿਓ ਆਂਬ ਪਿਓ ਨਿੰਬਾ, ਕੇਲਾ ਪਾਕਾ ਝਾਰ। ਨਿੰਬੂ ਦੀ ਕੌੜੀ, ਅੰਬ ਦਾ ਮਿੱਠਾ। ਦੀਪ ਪਿਓ ਆਂਬ ਪਿਓ ਨਿੰਬਾ, ਇਹ ਆਪਣੀ ਗੱਲ ਕਰਦਾ। ਕਹਿੰਦਾ ਮੈਨੂੰ ਤਾਂ ਜਿਹੜੀ ਨਿੰਬ ਸੀ ਨਾ ਕੌੜੀ, ਉਹ ਅੰਬ ਵਰਗੀ ਮਿੱਠੀ ਲੱਗਦੀ ਹੈ। ਜਦੋਂ ਨਿੰਬੋੜੀ ਪੱਕ ਜਾਂਦੀ ਹੈ ਤਾਂ ਮਿੱਠੀ ਹੋ ਜਾਂਦੀ ਹੈ, ਚੂਸਦੇ ਨੇ ਫਿਰ ਉਹਨੂੰ। ਪੱਕ ਜਵੇ ਪਰ ਕੱਚੀ ਨਹੀਂ ਖਾਉਂਦੀ, ਕੱਚੀ ਕੌੜੀ ਹੁੰਦੀ ਬਸ। ਅੰਬ ਵੀ ਪਹਿਲਾਂ ਖੱਟਾ ਹੁੰਦਾ, ਪੱਕ ਕੇ ਮਿੱਠਾ ਹੁੰਦਾ। ਨਿੰਬ ਕੌੜੀ ਵੀ ਮਿੱਠੀ ਹੋ ਸਕਦੀ ਹੈ। ਨਿੰਬੋੜੀ, ਨਿੰਬ ਦਾ ਫਲ ਮਿੱਠਾ ਫਲ ਦੇ ਸਕਦੀ ਹੈ ਨਿੰਬ, ਜੇ ਪੱਕ ਜਵੇ ਪਰ ਤਾਂ।
ਉਹ ਤੁਸੀਂ ਚਾਹੇ ਨਿੰਬੇ ਦੇ ਬੂਟੇ ਹੋ, ਜੇ ਕੋਈ ਪੱਕ ਜਾਵੋ ਤੁਸੀਂ ਵੀ ਮਿੱਠੇ ਬਣ ਸਕਦੇ ਹੋ। ਮਨਮੁਖ ਗੁਰਮੁਖ ਬਣ ਸਕਦਾ। ਹਾਂ ਹੁਣ ਵੀ ਇਹ ਜੋ ਵੇਲਾ ਹੈਗਾ ਬੱਜੋ। ਨੀਮ ਦਾ ਫਲ ਅੰਬ ਬਣ ਸਕਦਾ, ਅੰਬ ਦਾ ਫਲ ਉਹਨੂੰ ਲੱਗ ਸਕਦਾ, ਅੰਬ ਵਰਗਾ ਮਿੱਠਾ। ਨੀਮ ਪਿਓ ਆਮ ਆਮ ਹੀ ਉਹ ਨੀਂਬਾ। ਨਹੀਂ ਤਾਂ ਜਿਹੜਾ ਅੰਬ ਹੈ ਉਹ ਵੀ ਨਿੰਮ ਬਣ ਜਾਂਦਾ, ਕੌੜਾ ਹੁੰਦਾ ਜੇ ਕੱਚਾ ਤੋੜ ਲਵੇ ਪੱਕੇ ਨਾ। ਕਿਉਂਕਿ ਵੇਦ ਤਾਂ ਤੁਹਾਡੇ ਕੋਲ ਉਹੀ ਨੇ, ਪਰ ਕੱਚੇ ਆਪ ਨਹੀਂ ਬਣਦੇ। ਜਿਹੜਾ ਆਪ ਨਹੀਂ ਬਣਦਾ ਉਹ ਕੱਚਾ ਹੈ। ਜੇ ਮਾਇਆ ਦਾ ਮੋਹ ਨਹੀਂ ਤੁਸੀਂ ਛੱਡਿਆ, ਕੱਚੇ ਹੋ। ਫਲ ਪੱਕਦਾ ਜ਼ਿਆਦਾ ਹੈ ਜਦ ਮਾਇਆ ਛੱਡ ਦਿੰਦਾ ਹੈ, ਜਦ ਦਰਖਤ ਛੱਡ ਦਿੰਦਾ ਹੈ। ਜੇ ਜਿਉਂਦੇ ਨੇ ਸਰੀਰ ਛੱਡਿਆ ਨਹੀਂ, ਗੁਰਬਾਣੀ ਦਾ ਗਿਆਨ ਵੇਦ ਦਾ ਗਿਆਨ ਲੈ ਕੇ ਪੱਕਿਆ ਨਹੀਂ। ਪੱਕਿਆ ਹੋਇਆ ਮਿੱਠੀ ਗੱਲ ਕਰਦਾ, ਕੱਚਾ ਨਹੀਂ ਮਿੱਠੀ ਗੱਲ ਕਰ ਸਕਦਾ। ਕੱਚਾ ਤਾਂ ਕੱਚੇ ਦੀ ਗੱਲ ਤਾਂ ਫਿੱਕਾ ਬੋਲਿਆ ਤਾਂ ਉਹ ਕੌੜਾ ਹੋ। ਇਹਦਾ ਬੋਲ ਫਿੱਕਾ ਹੋ, ਫਲ ਫਿੱਕੇ ਫਲ ਬੱਕ ਬੱਕੇ। ਅੱਗੇ ਸਿੰਬਲ ਦੀ ਗੱਲ ਆ ਜੂ ਨਾ, ਇਹਦਾ ਫਿੱਕਾ ਹੋ ਜਾਂ ਫਿਰ ਕੌੜਾ ਹੋ। ਅੰਬ ਖਾ ਨਹੀਂ ਹੁੰਦਾ, ਖੱਟਾ ਹੋ, ਤੁਰਸ਼ ਹੋ। ਆਮ ਪਿਆ ਨੀਮਾ, ਕੇਲਾ ਪੱਕਾ ਝਾੜ। ਕੇਲਾ ਜਦ ਪੱਕਦਾ ਹੈ ਇਹ ਝਾੜ ਤੇ ਇੱਕ ਹੋ ਕੇ ਪੱਕਦਾ ਹੈ, ਇੱਕ ਹੋਏ ਤਾਂ ਨਾ ਪੱਕਦਾ ਨਹੀਂ ਹੈ, ਸਰੀਰ ਨੂੰ ਨਹੀਂ ਛੱਡਦਾ ਹੈ, ਮਾਇਆ ਨੂੰ ਨਹੀਂ ਛੱਡਦਾ। ਕੇਲਾ ਦਾ ਮਤਲਬ ਇੱਕ ਹੋਇਆ ਹੋਇਆ ਕੇਲਾ। ਜਦੋਂ ਮੋਹ ਛੱਡ ਦਿੰਦਾ ਅਕੇਲਾ ਤਾਂ ਹੈ। ਜਿੰਨਾ ਚਿਰ ਮੋਹ ਦੇ ਵਿੱਚ ਧੜੇ 'ਚ ਫਸਿਆ ਅਕੇਲਾ ਕਿੱਥੇ ਹੈ? ਜਿੰਨਾ ਚਿਰ ਤੇਰਾ ਧੜਾ ਹੈ ਮੋਹ ਹੈ, ਆਪਣੇ ਪਰਾਏ ਨੇ, ਜਿੰਨਾ ਚਿਰ ਸੰਸਾਰ 'ਚ ਨਹੀਂ ਪੱਕ ਸਕਦਾ, ਮਾਇਆ ਨਹੀਂ ਛੱਡ ਸਕਦਾ ਹੈ। ਜਾਂ ਕੱਲਾ ਅਕੇਲਾ ਰਹਿ ਜਾਂਦਾ ਨਾ, ਮੈਂ ਆਪਣੀ ਪਈ ਸਭ ਨਾਲ ਆਪੋ ਆਪਣੀ, ਫਿਰ ਪੱਕ ਜੂਗਾ। ਫਿਰ ਪੱਕਣ ਦੀ ਆਸ ਹੈ। ਫਿਰ ਸਰੀਰ ਨੂੰ ਤਿਰਕੁੰਡੀ ਨੂੰ ਛੱਡ ਕੇ, ਤਿਰਕੁੰਡੀ ਛੱਡ ਦਿੰਦਾ ਹੈ ਤਾਂ ਪੱਕਿਆ ਹੋਇਆ ਸਮਝਿਆ ਜਾਂਦਾ ਹੈ। ਜਿੱਥੇ ਜੁੜਿਆ ਹੋਇਆ ਨਾ ਮਾਇਆ ਨਾਲ, ਉੱਥੋਂ ਰਸ ਉੱਥੋਂ ਛੱਡ ਦਿੰਦਾ ਹੈ। ਇਹ ਮਤਲਬ ਪੱਕ ਕੇ ਫਲ ਆਪੇ ਛੱਡ ਦਿੰਦਾ। ਕੇਲਾ ਪੱਕਾ ਝਾੜ ਤੇ ਜਦੋਂ ਪੱਕਦਾ ਹੈ, ਕੇਲਾ ਝਾੜ ਤੇ ਨਹੀਂ ਪੱਕਦਾ ਹੈ। ਕੇਲੇ ਦਾ ਫਲ ਐਸਾ ਹੈ ਜਿਹੜਾ ਕੇਲਾ ਉੱਥੇ ਲੱਗਿਆ ਹੋਇਆ ਉੱਥੇ ਨਹੀਂ ਪੱਕਦਾ ਹੁੰਦਾ, ਨਾ ਕੋਈ ਉਹਨੂੰ ਉੱਥੇ ਪਕਾਉਂਦਾ। ਕੇਲਾ ਪੱਕਦਾ ਪਾਲ 'ਚ, ਪਰ ਜੀਵ ਆਤਮਾ ਕੇਲਾ ਹੋ ਕੇ ਪੱਕਦੀ ਹੈ ਇਹਦੇ ਤੇ। ਸਰੀਰ ਉਹਦਾ ਕੇਲੇ ਵਰਗਾ ਹੀ ਹੈ, ਕੇਲੇ ਦਾ ਵੀ ਸਰੀਰ ਹੋ ਜਾਈ ਹੁੰਦਾ। ਕੇਲੇ ਦਾ ਵੀ ਗੋਭੀ ਉੱਥੋਂ ਨਿਕਲਦੀ ਹੈ, ਤਿਰਕੁੜੀ 'ਚੋਂ ਦਿਮਾਗ 'ਚੋਂ ਨਿਕਲਦੀ ਹੈ ਨਾ, ਉੱਥੇ ਫਲ ਲੱਗਦਾ। ਇਹਨੂੰ ਵੀ ਉੱਥੇ ਫਲ ਲੱਗਦਾ। ਇਹ ਜਿਹਾ ਇਹਦਾ ਗੁਣ ਦੱਸਿਆ ਉਹਦੇ ਨਾਲ ਬੁਲਾ ਕੇ। ਪੱਕਦਾ ਨਹੀਂ ਹੈ ਕੇਲਾ ਉੱਥੇ, ਲੇਕਿਨ ਇਹ ਪੱਕ ਜਾਂਦਾ, ਕਿਉਂਕਿ ਉਹ ਕੇਲਾ ਦੋ ਚੀਜ਼ਾਂ ਮੈਟਰ ਨੇ। ਇਹ ਝਾੜ ਕੇ ਹੈ ਕੇਲਾ ਪੱਕਾ ਝਾੜ। ਜਿਹੜਾ ਕੇਲਾ ਪੱਕ ਗਿਆ ਉਹ ਝੜ ਜਾਂਦਾ ਹੈ, ਜਿਵੇਂ ਝੜ ਜਾਂਦਾ ਨੇ ਝਾੜ ਤੋਂ। ਝਾੜ ਉਹਨੂੰ ਕਹਿੰਦੇ ਨੇ ਜੀ ਤੋਂ ਕੋਈ ਚੀਜ਼ ਝੜਦੀ ਹੈ, ਪੱਕ ਕੇ ਡਿੱਗਦੀ ਹੈ, ਉਹ ਝਾੜ ਹੁੰਦਾ। ਝਾੜੀਆਂ ਦੇ ਪੇੜ ਹੁੰਦੇ ਨੇ, ਪੱਕੀ ਜਾਂਦੇ ਡਿੱਗੀ ਜਾਂਦੇ ਨੇ। ਝਾੜ ਬੜੇ ਦਰਖਤ ਨੂੰ ਵੀ ਝਾੜੇ ਕਹਿੰਦੇ ਨੇ, ਕੋਈ ਵੀ ਪੇੜ ਹੋਵੇ ਉਹਨੂੰ ਝਾੜ ਕਹਿੰਦੇ ਨੇ। ਮਤਲਬ ਝਾੜੇ ਕਹਿੰਦੇ ਨੇ, ਝਾੜਖੰਡ ਤਾਂ ਹੀ ਕਹਿੰਦੇ ਨੇ। ਸਾਰੇ ਦਰਖਤ ਝਾੜੇ ਹੁੰਦੇ ਨੇ, ਸਾਰਿਆਂ ਦੇ ਫਲ ਪੱਕ ਕੇ ਝੜਦੇ ਨੇ, ਪੱਤੇ ਝੜਦੇ ਨੇ, ਪੱਤੇ ਵੀ ਝੜਦੇ ਨੇ, ਫਲ ਵੀ ਝੜਦੇ ਨੇ। ਹਾਂ, ਨਾਲੀਅਰ ਫਲ ਸੇਬਰ ਪਾਕਾ, ਮੂਰਖ ਮੁਗਧ ਗਵਾਰ। ਨਾਲੀਅਰ ਨਾਰੀਅਲ ਫਲ ਸੇਬਰ ਪਾਕਾ, ਸੇਵਰ ਪਾਕਾ, ਮੂਰਖ ਮੁਗਧ ਗਵਾਰ। ਮੂਰਖ ਮੁਗਧ ਗਵਾਰ। ਨਾ ਤਾਂ ਸੇਵਰ ਪੱਕਦਾ, ਨਾ ਤਾਂ ਸਿੰਬਲ ਦਾ ਫਲ ਪੱਕਦਾ। ਸਿੰਬਲ ਦਾ ਪੱਕ ਜੇ ਕੋਈ ਨਾਰੀਅਲ ਨੂੰ ਔਰ ਸਿੰਬਲ ਨੂੰ ਪਕਾਵੇ ਨਾ, ਉੱਤੇ ਹੀ ਦਰਖਤ ਤੇ, ਉਹ ਮੂਰਖ। ਸਿੰਬਲ ਪਕਾ ਲੈ ਚਾਹੇ ਕੱਚਾ ਤੋੜ ਲੈ, ਉਹਦਾ ਫਿੱਕਾ ਹੀ ਹੁੰਦਾ, ਉਹ ਮਿੱਠਾ ਨਹੀਂ ਹੁੰਦਾ।
ਖੱਟਾ ਵੀ ਨਹੀਂ ਹੁੰਦਾ, ਫਲ ਫਿੱਕੇ ਫੁੱਲ ਬੱਕ ਬੱਕੇ, ਕੱਚੇ ਹੀ ਖਾਂਦੇ ਨੇ ਨਾ ਜਾਨਵਰ। ਉਹ ਜੇ ਆਏ ਹੱਸ ਕਰ ਜਾਏ ਨਰਾਸੇ ਕਿਤ, ਸਾਰੇ ਨਰਾਸੇ ਚਲੇ ਜਾਂਦੇ ਨੇ, ਕਿਉਂਕਿ ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨਾ ਆਵੇ। ਨਾ ਤਾਂ ਉਹਨੂੰ ਪਕਾ ਲਓ ਤੇ ਜਾਏ ਮਿੱਠਾ ਫੇਰ ਵੀ ਨਹੀਂ ਹੁੰਦਾ। ਤੁਸੀਂ ਇਹਨੂੰ ਨਾਰੀਅਲ ਨੂੰ ਵੀ ਪਕਾ ਲਓ ਉੱਤੇ ਹੀ ਮਿੱਠਾ ਉਹ ਨਹੀਂ ਹੁੰਦਾ। ਨਾਰੀਅਲ ਕੱਚਾ ਤੋੜ ਕੇ ਹੀ ਜ਼ਿਆਦਾ ਕੰਬਦਾ, ਉਹਦਾ ਪਾਣੀ ਵੀ ਪੀਤਾ ਜਾਂਦਾ, ਕੱਚਾ ਖਾਧਾ ਵੀ ਜਾਂਦਾ। ਜਦੋਂ ਇਹਨੂੰ ਸੁੱਕ ਜਾਂਦਾ ਨਾ ਉੱਤੇ ਹੀ ਜੇ ਕਰੋ ਫਿਰ ਤਾਂ ਇਹਦਾ ਤੇਲ ਹੀ ਨਿਕਲਦਾ, ਖਾਣ ਦੇ ਕੰਮ ਦਾ ਨਹੀਂ ਰਹਿੰਦਾ ਹੋਇਆ। ਇਹਦੀ ਸਬਜ਼ੀ ਬਣਦੀ ਹੈ, ਸਬਜ਼ੀ 'ਚ ਪਾਉਂਦੇ ਨੇ ਨਾਰੀਅਲ, ਤਰ੍ਹਾਂ ਤਰ੍ਹਾਂ ਦੇ ਇਹਦੇ ਮਠਿਆਈਆਂ 'ਚ ਪਾ ਲੈਂਦੇ ਨੇ ਕੱਚੇ ਨਾਰੀਅਲ ਨੂੰ, ਬਹੁਤ ਕੁਛ ਕਰਦੇ ਨੇ। ਪਰ ਜੇ ਉੱਤੇ ਸੁਕਾ ਦਈਏ ਇਹਨੂੰ ਤਾਂ ਪਾਣੀ ਪੀਂਦੇ ਨੇ, ਪਰ ਜੇ ਸੁਕਾ ਦਈਏ ਆਉਂਦਾ ਜ਼ਰੂਰ ਹੈ, ਪਰ ਉਹੋ ਜਿਹਾ ਨਹੀਂ ਹੁੰਦਾ। ਉਹਦਾ ਜੇ ਤਾਂ ਕੱਚਾ ਨਹੀਂ ਮਿਲਦਾ, ਉਹ ਸਰਦੇ ਦੀ ਗੱਲ, ਪੱਕਾ ਪਾ ਲੈਣਾ। ਜਾਂ ਤਾਂ ਫਿਰ ਇਹਨੂੰ ਜਾਲਦੇ ਨੇ ਹਵਨਾਂ 'ਚ, ਹਵਨ ਕਰਦੇ ਨਾਰੀਅਲ ਦਾ, ਜਾਲਦੇ ਨੇ ਪੱਕੇ ਨੂੰ, ਉਹਨੂੰ, ਜਾਂ ਫਿਰ ਇਹਦਾ ਤੇਲ ਤੂਲ ਕੱਢ ਦਿੰਦੇ। ਤਿਲ ਪੀੜੇ ਕਹਾਣੀ 'ਚ ਪੀੜਿਆ ਜਾਂਦਾ। ਇਹ ਗੱਲ, ਇਹਨੂੰ ਜੇ ਕੋਈ ਪਕਾਉਂਦਾ, ਐਵੇਂ ਮੂਰਖ ਮੂੰਹ ਬਾਹਰ ਜਿਹੜਾ ਨਾ, ਉਹ ਕੀ ਹੈ, ਨਾਰੀਅਲ ਹੈ ਤਾਂ ਪਿਆਸੇ ਬੋਲਦਾ ਦਰਖਤ, ਬਸ ਉਹਦਾ ਕੀ ਪਕਣਾ, ਕੀ ਉਹਦਾ ਕੱਚਾ, ਉਹ ਹੋ ਜਾਈਏ। ਜੀ ਹਰ ਪਿਓ ਖਾਂਡ ਰੇਤ ਮੇ ਪੱਕੂਗਾ, ਮਨਮੁਖ ਵੀ ਪੱਕ ਸਕਦਾ ਹੈ। ਇਹ ਜਿਹੜੇ ਵਿਰੋਧੀ ਨੇ ਦੁਰਮਤ ਵਾਲੇ, ਇਹ ਵੀ ਪੱਕ ਸਕਦੇ ਨੇ, ਦੁਰਮਤ ਛੱਡ ਕੇ ਪੱਕੇ ਨੇ। ਜਿਹਨੇ ਭਗਤ ਹੋਏ ਨੇ ਪੱਕੇ ਨੇ। ਗੁਰੂ ਅਮਰਦਾਸ ਦੁਆ ਛੱਡ ਕੇ ਪੱਕੇ ਨਹੀਂ, ਦੂਈ ਮੱਤ ਛੱਡ ਕੇ ਦੂਈ ਅਸਲੀ ਮੱਤ ਲੈ ਲਵੇ ਜੇ ਪੱਕ ਜਾਂਦੇ ਨੇ। ਫਰੀਦ ਵੀ ਆ ਦੂਜੀਆਂ ਮੱਤਾਂ ਛੱਡ ਕੇ ਹੀ ਆਏ ਨੇ, ਉਹ ਗੱਲ ਕਹੀ ਹੋਈ ਹੈ। ਪਰ ਜਿਹੜਾ ਮੂਰਖ ਮੂੰਹ ਦਾ, ਜਿਹੜਾ ਧਰਮ ਪੜਿਆ ਹੀ ਨਹੀਂ, ਜਿਹਨੇ ਜਾਣਿਆ ਹੀ ਨਹੀਂ, ਸ਼ੁਰੂ ਤੋਂ ਛੱਡਿਆ ਹੀ ਹੋਇਆ, ਉਹਦਾ ਕੀ ਹੈ, ਉਹ ਕੱਚਾ ਪੱਕਾ ਤਾਂ ਉਹੀ ਹੈ ਵਿੱਚ। ਹਰ ਪਿਓ ਖਾਂਡ ਰੇਤ ਮੇ ਬਿਖਰਿਓ, ਹਸਤੀ ਚੁਣਿਓ ਨਾ ਜਾਈ, ਕਹਿ ਕਮੀਰ ਕੁਲ ਜਾਤ ਪਾਤ ਤਜ, ਚੀਟੀ ਹੋਏ ਚੁਣ ਖਾਈ। ਹਾਂਜੀ, ਹਰ ਪਿਓ ਖਾਂਡ ਰੇਤ, ਹਰ ਪਿਓ ਖਾਂਡ ਰੇਤ ਮੈਂ ਬਿਖੜੀ। ਹਰ ਕੀ ਹੈ, ਹਸਤਾ ਚੁਣਿਓ ਨਾ ਜਾਈ, ਹਸਤਾ ਹਰ ਤਾਂ ਖੰਡ ਹੈ। ਜਿਵੇਂ ਖੰਡ ਨੂੰ ਆਪਾਂ ਰੇਤੇ 'ਚ ਰਲਾ ਦਈਏ, ਜੋਤ ਹੈ ਇੰਨੀ ਮਾਇਆ ਜ਼ਿਆਦਾ, ਜੋ ਥੋੜੀ ਹੈ। ਥੋੜੀ ਜਿਹੀ ਖੰਡ ਨਾਲ ਟਿੱਬਿਆਂ ਦੇ ਵਿੱਚ ਲਿਜਾ ਕੇ ਛਿੱਟਾ ਦੇ ਕੇ ਉਹਨੂੰ ਦੇ ਦਈਏ ਬਾਹ, ਨਾ ਵੀ ਵਾਹੀਏ, ਛਿੱਟਾ ਦੇ ਦਈਏ ਉਹਨੂੰ ਬਰੀਕ ਬਰੀਕ, ਉਹਦਾ ਦਿਖਦੀ ਵੀ ਨਹੀਂ। ਉੱਤੇ ਜੇ ਕੋਈ ਤੁਰਿਆ ਜਾਂਦਾ ਉਹਨੂੰ ਐ ਨਹੀਂ ਪਤਾ ਲੱਗਦਾ ਤੇ ਖੰਡ ਪਈ ਹੈ। ਛਿੱਟਾ ਦੇ ਦਿਓ ਤੁਸੀਂ ਰੇਤੇ ਦੇ ਵਿੱਚ, ਪਤਾ ਨਹੀਂ ਲੱਗਣਾ ਤੁਹਾਨੂੰ, ਤੁਰੇ ਜਾਓਗੇ ਕੀ ਪਤਾ ਲੱਗਦਾ, ਕਿਤੇ ਕੋਈ ਦਾਣਾ ਕਿਤੇ ਕਿਤੇ ਪਿਆ। ਹਸਤੀ ਚੁਣਿਓ ਨਾ ਜਾਈ। ਹਾਂ, ਜਿਹੜੇ ਆਪਣੇ ਹੱਥੀ ਵੀ ਹੈ, ਇਹ ਜਿਹੜਾ ਹੰਕਾਰੀ ਹੈ। ਹਸਤੀ ਦਾ ਮਤਲਬ ਜਿਹੜੇ ਹੰਕਾਰੀ ਆਦਮੀ ਨੇ, ਹਸਤੀ ਹੰਕਾਰ ਦਾ ਪ੍ਰਤੀਕ ਹੈ। ਹੰਕਾਰੀ ਨੇ ਜਿਹੜੇ ਆਪਣੇ ਆਪ ਨੂੰ ਵੱਡੀ ਹਸਤੀ ਸਮਝਦੇ ਨੇ, ਆਪਣੇ ਆਪ ਨੂੰ ਸੰਤ ਸਮਝਦੇ ਨੇ, ਵੱਡੇ ਕਹਾਉਂਦੇ ਨੇ, ਉਹਨਾਂ ਤੋਂ ਨਹੀਂ ਇਹ ਵੱਖਰੀ ਹੋ ਸਕੀ ਉਹ ਖੰਡ, ਉਹ ਨਹੀਂ ਖਾ ਸਕੇ ਇਹਨੂੰ। ਵੱਡੇ ਨੇ ਨਾ, ਉਹ ਹਾਥੀ ਬਣੇ ਹੋਏ ਨੇ ਨਾ। ਹਾਥੀ ਕਿਵੇਂ ਖਾ ਲੂ ਖੰਡ, ਉੱਥੋਂ ਚੁੱਕ ਕੇ, ਹਾਥੀ ਚੁੱਕ ਕੇ ਖਾ ਲੂਗਾ ਖੰਡ ਰੇਤੇ ਵਿੱਚੋਂ, ਨਹੀਂ ਖਾ ਸਕਦਾ। ਐਵੇਂ ਜਿਹੜੇ ਹੰਕਾਰੀ ਆਦਮੀ ਵੱਡੇ ਆਪਣੇ ਆਪ ਨੂੰ ਸਮਝਦੇ, ਉਹ ਨਹੀਂ ਇਹਨੂੰ ਚੁੱਕ ਸਕਦੇ। ਗੁਰਬਾਣੀ ਵਿੱਚ ਚੀਨੀ ਲਾ ਕੇ ਰੱਖੀ ਹੋਈ ਹੈ, ਹੰਕਾਰੀਆਂ ਨੂੰ ਨਹੀਂ ਲੱਭਣੀ। ਇਹ ਨਾਮ ਰੱਖਿਆ, ਹੰਕਾਰੀ ਨਹੀਂ ਖਾ ਸਕਣਗੇ ਇਹਨੂੰ। ਹਸਤੀ ਚੁਣੀ ਨਾ ਜਾਏ, ਕਿਉਂਕਿ ਉਹਨਾਂ ਦੀ ਬੋਲੀ ਹੋਰ ਹੈ, ਭਾਸ਼ਾ ਹੋਰ ਬਣਾਈ ਹੈ ਉਹਨਾਂ ਨੇ ਘੜੀ ਆਪਣੀ। ਹਾਂ, ਕਹਿ ਕਮੀਰ ਕੁਲ ਜਾਤ ਪਾਤ ਤਜ, ਚੀਟੀ ਹੋਏ ਚੁਣ ਖਾਈ। ਜਿਹੜਾ ਕੋਲ ਜਾਤ ਪਾਤ ਛੱਡ ਦੂਗਾ, ਚੀਟੀ ਬਣ ਜੂ, ਛੋਟਾ ਬਣ ਜੂ, ਉਹ ਖਾ ਸਕਦਾ।
ਪੰਡਤ ਨੇ ਛੋਟਾ ਬਣਨਾ ਨਹੀਂ, ਕੁਲ ਜਾਤ ਬਾਤ ਛੱਡਣੀ ਨਹੀਂ, ਤੇ ਉਹ ਖੰਡ ਖਾ ਨਹੀਂ ਸਕਣਾ ਉਹਨੇ। ਕਬੀਰ ਕਬੀਰ ਕਿਹਾ ਹੋਇਆ, ਕਬੀਰ ਨਹੀਂ ਕਿਹਾ ਹੋਇਆ। ਕਬੀਰ ਕਬੀਰ ਕਿਹਾ ਹੋਇਆ, ਜਿਹੜਾ ਕਬੀਰ ਤਾਂ ਸੀ ਨਾ, ਇਹ ਬਾਹਰਲੇ ਦੀ ਗੱਲ ਕਹੀ ਹੋਈ ਹੈ। ਜਿਹੜਾ ਮਨ ਬੋਲਿਆ ਤੇ ਕਬੀਰ ਦਾ ਹਾਂ। ਕਬੀਰ ਕਵੀ ਸੀ ਜੀ ਚ, ਕਬੀਰ ਕੁਲ ਜਾਤ ਅਸਲ ਦੇ ਵਿੱਚ ਹੈ ਤਾਂ ਉਸੇ ਦਾ ਨਾਮ ਕਬੀਰ ਦੇ ਬਜਾਏ ਜੇ ਕਵੀ ਸੀ ਵਿੱਚ, ਤਾਂ ਹੀ ਜਨਮ ਲਿਆ। ਕਵੀ ਵਾਲਾ ਸੀ ਜਿਹੜਾ ਕਬੀਰ ਹੈ, ਇਹ ਜਿਹਨੇ ਕਮਾਈ ਕੀਤੀ ਨਾਮ ਦੀ ਉਹ ਕਬੀਰ ਹੈ। ਕਬੇਰਾ ਆਪਾਂ ਕਹਿ ਦਿੰਦੇ ਹਾਂ, ਕਬੇਰਾ ਕੁਲ ਜਾਤ ਪਾਤ ਛੱਡ ਕੇ ਤਜ ਕੇ, ਛੋਟਾ ਬਣ ਕੇ, ਚੀਟੀ ਜਿਵੇਂ ਛੋਟੀ ਹੁੰਦੀ ਹੈ ਹਾਥੀ ਦੇ ਮੁਕਾਬਲੇ 'ਚ, ਅਦਨਾ ਬਣ ਕੇ, ਫੇਰ ਖੰਡ ਮੂੰਹ ਚ ਆਉਂਦੀ ਹੈ, ਵਰਨਾ ਪੈਂਦੀ ਉਹਦੀ ਮੂੰਹ ਚ, ਫੇਰ ਗੱਲ ਸਮਝ ਚ ਆਉਂਦੀ ਹੈ, ਗੱਲ ਇਹਦੀ ਸਮਝ ਚ ਆਉਂਦੀ ਹੈ।